Namaskar. Hello, everyone. I am your host, Gary Singh Grewal from NRA Press Club and NRA Press News Media, NRApress.com, Los Angeles, California. Welcome to all our NRA Press Club team from Toronto, Canada, Fresno, USA, and from India, especially from UK, Charjit Grewal. He's in India now. Okay. We have a special thanks for our guest and welcome eye surgeon, farmer's son, and Aam Aadmi Party MLA from Patiala, Dr. Balbir Singh ji. Dr. Balbir Singh ji, apne aap introduction de denge. Let me Peshawara Singh ji start with you. Go ahead, please, Peshawara Singh ji. Thank you. डॉक्टर बलबीर सिंह जी, ਤੁਹਾਨੂੰ ਆਈ ਸਰਜਨ ਕਹੀਏ, ਡਾਕਟਰ ਕਹੀਏ, ਐਮਐਲਏ ਕਹੀਏ, ਸਮਾਜ ਸੇਵੀ ਕਹੀਏ, ਕਿਸਾਨਾਂ ਨਾਲ ਅੰਦੋਲਨਕਾਰੀ ਕਹੀਏ, ਕਿਸ ਨਾਂ ਨਾਲ ਸਦੀਏ ਤਾਂ ਸਾਡੇ ਕੋਲ ਸ਼ਬਦ ਨਹੀਂ। ਪਰ ਤੁਹਾਡੇ ਚਰਚੇ ਜਿਹੜੇ ਆ, ਤੁਹਾਡੇ ਬਾਰੇ ਗੱਲਾਂ ਬਾਤਾਂ ਜਿਹੜੀਆਂ, ਬੇਸ਼ੱਕ ਤੁਸੀਂ ਰਵਾਇਤੀ ਪੋਲੀਟੀਸ਼ੀਅਨਾਂ ਵਿੱਚੋਂ ਤੇ ਨਹੀਂ, ਪਰ ਤੁਹਾਡਾ ਨਾਂ ਜਿਹੜਾ ਉਹ ਅਕਸਰ ਅਸੀਂ ਉਹਦੇ ਬਾਰੇ ਪੜ੍ਹਦੇ ਸੁਣਦੇ ਰਹੇ ਹਾਂ। ਤੇ NRA ਪ੍ਰੈਸ ਵੱਲੋਂ ਤੁਹਾਡਾ ਨਿੱਘਾ ਸਵਾਗਤ ਹੈ ਤੇ ਹਾਰਦਿਕ ਧੰਨਵਾਦ ਵੀ ਕਿ ਤੁਸੀਂ ਇੰਨੇ ਰੁਝੇਵੇਂ 'ਚ ਸਮਾਂ ਕੱਢ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹੋ। ਉਂਝ ਤੇ ਤੁਹਾਡਾ ਸਮੁੱਚਾ ਬਾਇਓ ਬੜਾ ਸ਼ਾਨਦਾਰ ਹੈ, ਪਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਡਾਕਟਰ ਸੁਲੇਮਾਨ ਸਿੰਘ ਪੱਖੋਕੇ ਹੋਰਾਂ ਦੇ ਨਾਲ ਜਿਵੇਂ ਤੁਹਾਡਾ ਕਿਸਾਨ ਅੰਦੋਲਨ ਨਾਲ ਸਹਿਯੋਗ ਰਿਹਾ, ਉਹ ਬੜਾ ਜ਼ਰੂਰੀ ਸੀ ਔਰ ਬੜਾ ਮਹੱਤਵਪੂਰਨ ਸੀ, ਤੇ ਤੁਹਾਡੀ ਹਾਜ਼ਰੀ ਨਾਲ ਉਹਨਾਂ ਨੂੰ ਵਾਕਿਆ ਹੀ ਬਹੁਤ ਬਲ ਵੀ ਮਿਲਿਆ ਹੋਵੇਗਾ। ਤੁਹਾਡੀ ਆਮ ਆਦਮੀ ਪਾਰਟੀ ਨੇ ਦੋ ਇਤਿਹਾਸਿਕ ਕੰਮ ਕਰਨ ਦਾ ਬੀੜਾ ਚੁੱਕਿਆ ਹੈ ਡਾਕਟਰ ਸਾਹਿਬ, ਤੇ ਪੰਜਾਬੀਆਂ ਨੂੰ ਪੂਰੀ ਉਮੀਦ ਹੈ ਕਿ ਭਗਵੰਤ ਸਿੰਘ ਮਾਨ ਇਸ ਦਲੇਰੀ ਭਰੀ ਵੰਗਾਰ ਤੇ ਖਰਾ ਉਤਰਨਗੇ। ਇਤਿਹਾਸਿਕ ਸ਼ਬਦ ਮੈਂ ਲੂਣ ਤੇਲ ਦੀਆਂ ਨਿੱਤਾਂ ਪ੍ਰਤੀ ਲੋੜਾਂ ਥੋੜ੍ਹਾ ਤੋਂ ਵੱਖਰਾ ਸੋਚ ਸਮਝ ਕੇ ਵਰਤਿਆ, ਕਿਉਂਕਿ ਉਹ ਕੋਈ ਨਵੀਂ ਗੱਲ ਨਹੀਂ, ਉਹ ਤੇ ਸਾਰੀਆਂ ਸਰਕਾਰਾਂ ਹੀ ਜਿਹੜੀਆਂ ਉਹਦੀ ਗੱਲਬਾਤ ਜਿਹੜੀ ਆ ਉਹ ਕਰਦੀਆਂ ਰਹੀਆਂ, ਔਰ ਆਪਣੀ ਨੀਤ ਤੇ ਨੀਤੀ ਅਨੁਸਾਰ ਉਹਨਾਂ ਕੋਲੋਂ ਜੋ ਸਰਿਆ ਪੁੱਜਿਆ ਉਹਨਾਂ ਨੇ ਉਹ ਉਸ ਤਰ੍ਹਾਂ ਕੀਤਾ। ਤੁਸੀਂ ਜਿਹੜੇ ਇਹ ਦੋ ਇਤਿਹਾਸਿਕ ਕੰਮ ਜਿਹੜੇ ਆ ਤੁਸੀਂ ਲਾਏ ਨੇ, ਪਹਿਲਾ ਜ਼ਮੀਨੀ ਸੁਧਾਰ ਤੇ ਦੂਸਰਾ ਆਜ਼ਾਦੀ ਮਗਰੋਂ ਸੇਵਾ ਦੇ ਨਾਂ ਨਾਲ ਵਾਧੂ ਜੁੜ ਗਏ ਮੇਵੇ ਦੀ ਝਾੜ ਝੰਬ, ਜੋ ਜੁੜਦਾ ਇੰਨਾ ਹੋ ਗਿਆ ਕਿ ਉਹ ਸੇਵਾ ਦਾ ਤਾਂ ਪਤਾ ਨਹੀਂ ਲੱਗਦਾ, ਉਹਦੇ ਸੇਵਾ ਦੇ ਉੱਪਰ ਉਹੀ ਮੁਕੰਮਲ ਛਾ ਗਿਆ। ਜ਼ਮੀਨੀ ਸੁਧਾਰ ਵਾਲਾ ਪਹਿਲਾ ਮਸਲਾ ਕਿ ਜ਼ਮੀਨ ਜਿਹਦੀ ਹੈ ਉਹ ਭਾਰੂਆਂ ਦਾ ਕਬਜ਼ਾ ਛਡਾ ਕੇ ਅਸਲੀ ਮਾਲਕਾਂ ਨੂੰ ਦਿੱਤੀ ਜਾਏ, ਉਹ ਪੰਚਾਇਤ ਹੋਵੇ, ਜੰਗਲਾਤ ਮਹਿਕਮਾ ਹੋਵੇ ਜਾਂ ਕੋਈ ਹੋਰ, ਕੋਈ ਮੁਕਾਬਲਾ ਨਹੀਂ। ਪਰ ਇਹ ਕੰਮ ਕਿਸੇ ਹੋਰ ਤਰੀਕੇ, ਕਿਸੇ ਹੋਰ ਸਮੇਂ ਵੀ ਇਤਿਹਾਸਿਕ ਦੌਰ ਵਿੱਚ ਹੋਇਆ, ਤੇ ਉਹ ਬੰਦਾ ਸਿੰਘ ਬਹਾਦਰ ਉਹਨਾਂ ਨੇ ਉਹਦੀ ਸ਼ੁਰੂਆਤ ਕੀਤੀ, ਸਰ ਛੋਟੂ ਰਾਮ ਨੇ ਵੀ ਕੀਤਾ, ਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਮਗਰੋਂ ਬੰਗਾਲ ਵਿੱਚ ਕਾਮਰੇਡਾਂ ਦੀ ਸਰਕਾਰ ਨੇ ਵੀ ਕੀਤਾ, ਜਿਹਦੇ ਸਿਰ ਤੇ ਉਹ 25 ਸਾਲ ਸੱਤਾ ਵਿੱਚ ਕਾਬਜ਼ ਰਹੇ। ਨਜਾਇਜ਼ ਕਬਜ਼ੇ ਵਾਲਿਆਂ ਨੇ ਕੰਮ ਤੇ ਭਾਵੇਂ ਉਹ ਗੈਰ ਕਾਨੂੰਨੀ ਕੀਤੇ ਹੋਣਗੇ, ਪਰ ਉਹਨਾਂ ਕਾਗਜ਼ੀ ਕਾਰਵਾਈ ਤਾਂ ਆਪਣੇ ਹਾਜ਼ਰ ਕਾਨੂੰਨਦਾਨਾਂ ਦੀ ਮਦਦ ਨਾਲ ਪੂਰੀ ਠੋਕ ਜਾ ਕੇ ਕੀਤੀ ਹੋਵੇਗੀ। ਉਹਨਾਂ ਕੋਲੋਂ ਜਿਹੜਾ ਉਹ ਇਸ ਤਰ੍ਹਾਂ ਕਬਜ਼ੇ ਲੈਣੇ, ਉਹ ਤੁਹਾਡੇ ਵਾਸਤੇ ਤਾਂ ਬੜਿਆ ਉਹ ਚੈਲੰਜ ਭਰਿਆ ਕੰਮ ਹੋਵੇਗਾ, ਸ਼ਾਇਦ ਉਹ ਲੰਬਾ ਵੀ ਕੰਮ ਹੋਵੇ, ਕੋਰਟਾਂ ਤੱਕ ਵੀ ਘੜੀਸਣ ਉਹ ਤੁਹਾਨੂੰ ਵੀ, ਪਰ ਉਹ ਲੋਕ ਜਿਨ੍ਹਾਂ ਦੀ ਮਦਦ ਨਾਲ ਉਹਨਾਂ ਨੇ ਉਹ ਸਾਰੇ ਉਹ ਕੰਮ ਕੀਤੇ ਕਿ ਉਹਨਾਂ ਨੂੰ ਵੀ ਲੈ ਕੇ ਆਓਗੇ ਕਟਹਿਰੇ ਵਿੱਚ। ਸੋ ਤੁਸੀਂ ਇਹਨਾਂ ਦੋਵਾਂ ਗੱਲਾਂ ਦਾ ਜਵਾਬ ਜਿਹੜਾ ਉਹ ਆਪਣੇ ਹਿਸਾਬ ਨਾਲ ਉਹ ਦੇ ਸਕਦੇ ਹੋ। ਇੱਕ ਤਾਂ ਇਹ ਜਿਹੜਾ ਜ਼ਮੀਨੀ ਜਿਹੜਾ ਸੁਧਾਰ ਆ, ਔਰ ਦੂਸਰਾ ਜਿਹੜਾ ਉਹ ਮੁਕਤ ਸੇਵਾਦਾਰਾਂ ਦੀਆਂ ਜਿਹੜੀਆਂ ਵਾਧੂ ਸਿਕਿਉਰਿਟੀ ਤੇ ਮਲਟੀਪਲ ਪੈਨਸ਼ਨ ਤੇ ਇਹ ਉਹ ਸਾਰਾ ਵਾਲਾ ਜਿਹੜਾ ਸੀ ਉਹਨੂੰ ਤੁਸੀਂ ਸਟ੍ਰੀਮਲਾਈਨ ਕਰ ਰਹੇ ਹੋ। ਇਹ ਬੜੇ ਸ਼ਲਾਘਾਯੋਗ ਕਦਮ ਨੇ, ਪਰ ਉਹਦੇ ਬਾਰੇ ਤੁਹਾਡੇ ਵਿਚਾਰ ਕੀ ਨੇ ਤੇ ਤੁਹਾਡਾ ਰੋਡ ਮੈਪ ਕੀ ਹੈ, ਉਹਦੇ ਬਾਰੇ ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ। ਡਾਕਟਰ ਸਾਹਿਬ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। NRA ਪ੍ਰੈਸ ਦੇ ਜਿੰਨੇ ਵੀ ਦਰਸ਼ਕ ਆ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੀ ਇੰਟਰੋਡਕਸ਼ਨ ਤੇ ਤਕਰੀਬਨ ਹੋ ਹੀ ਗਈ ਹੈ, ਤੁਸੀਂ ਸਾਰਿਆਂ ਨੇ ਦੇਤੀ। ਮੈਂ ਇੱਕ ਦੁਆਬੇ ਦੇ ਬਹੁਤ ਛੋਟੇ ਜਿਹੇ ਪਿੰਡ ਜਿਹੜਾ ਮੰਗਾਗੜ ਸ਼ੰਕਰ ਰੋਡ ਤੇ ਆ ਭੌਰਾ, ਉੱਥੇ ਮੈਂ ਪੈਦਾ ਹੋਇਆ ਸੀ। ਮੇਰੀ ਸਕੂਲਿੰਗ ਵੀ ਜਿਹੜਾ ਸਰਕਾਰੀ ਸਕੂਲ ਸੀ, ਉਹ ਮਤਲਬ ਮੈਂ ਬੋਰੀ ਤੇ ਬੈਠ ਕੇ ਪੜ੍ਹਿਆ, ਪਿੰਡ 'ਚ ਬਿਜਲੀ ਨਹੀਂ ਹੁੰਦੀ ਸੀ, ਲਾਲਟਨ ਨਾਲ ਪੜ੍ਹਿਆ। ਖੈਰ ਮੈਨੂੰ ਅਜੇ ਵੀ ਉਸ ਮਿੱਟੀ ਨਾਲ, ਉਹਨਾਂ ਲੋਕਾਂ ਨਾਲ ਪਿਆਰ ਹੈ ਜਿਨ੍ਹਾਂ ਨੇ ਮੈਨੂੰ ਡਾਕਟਰ ਬਣਾਇਆ, ਔਰ ਜਿਹਨੇ ਟੀਚਰਸ ਨੇ ਖਾਸ ਕਰਕੇ। ਔਰ ਪੰਜਾਬ ਦੇ ਵਿੱਚ ਤੁਸੀਂ ਜ਼ਮੀਨ ਦੀ ਗੱਲ ਕੀਤੀ ਹੈ, ਜਿਹੜੇ ਨੈਚੁਰਲ ਰਿਸੋਰਸਿਸ ਸੀ, ਕੁਛ ਤੁਸੀਂ ਜਿਹੜਾ VIP ਕਲਚਰ ਜਾਂ ਓਵਰ ਦਾ ਪੀਰੀਅਡ ਸੇਵਾ ਦੀ ਬਜਾਏ ਮੇਵੇ ਵਾਲੀ, ਦੋ ਤੁਸੀਂ ਜਿਹੜੇ ਇਸ਼ੂ ਟੱਚ ਕੀਤੇ ਆ। ਜਿੰਨੇ ਵੀ ਕੁਦਰਤੀ ਰਿਸੋਰਸ ਸੀ
ਚਾਹੇ ਰੇਤਾ ਬਜਰੀ ਵੀ ਉਹਦੇ ਚ ਐਡ ਕਰ ਲਓ, ਜਾਂ ਹੋਰ ਜਿੱਥੋਂ ਵੀ ਕੋਈ, ਚਾਹੇ ਲਿਕਰ ਤੋਂ ਮਾਫੀਆ ਤੋਂ ਉੱਥੋਂ ਜਿਹੜਾ ਆਉਣਾ ਸੀ, ਜਾਂ ਕੇਬਲ ਤੋਂ, ਜਿੱਥੋਂ ਵੀ ਜਿੰਨੇ ਵੀ ਸੋਰਸਸ ਸੀਗੇ, ਉਹ ਸਾਰਿਆਂ ਦੇ ਵਿੱਚ ਲੁੱਟ ਖਸੁੱਟ ਹੋਈ ਕਿ ਉਹਦੇ ਚੋਂ 25 ਪੈਸੇ ਜਿਹੜੇ ਕਈ ਕਿਤੇ 50 ਪੈਸੇ ਮਤਲਬ ਖਜ਼ਾਨੇ ਚ ਗਏ, ਬਾਕੀ 50 ਪੈਸੇ ਤੋਂ 75 ਪੈਸੇ ਜਿਹੜੇ ਸੀਗੇ ਉਹ ਜਿਹੜੇ ਰਸੂਖਵਾਨ ਔਰ ਜਿਹੜੇ ਰਾਜ ਕਰਨ ਵਾਲੀਆਂ ਪਾਰਟੀਆਂ ਸੀ ਉਹਨਾਂ ਦੇ ਖਾਤਿਆਂ ਵਿੱਚ ਗਏ। ਔਰ ਪਿਛਲੇ 20 25 30 ਸਾਲ ਤੋਂ ਖਾਸ ਕਰਕੇ ਅੱਤਵਾਦ ਦੇ ਦੌਰ ਤੋਂ ਖਾਸ ਕਰਕੇ ਤੁਸੀਂ ਨੋਟ ਕੀਤਾ ਹੋਵੇਗਾ ਕਿ ਜਿਹੜੇ ਪੰਜਾਬ ਦੇ ਪੋਲੀਟੀਸ਼ੀਅਨ ਹੈ ਤੇ ਉਹਨਾਂ ਦੇ ਆਸੇ-ਪਾਸੇ ਰਹਿਣ ਵਾਲੇ ਲੋਕ ਹੈ, ਉਹ ਅਮੀਰ ਹੋਏ ਤੇ ਪੰਜਾਬ ਗਰੀਬ ਹੋਇਆ। ਪੰਜਾਬ ਦੇ ਆਮ ਲੋਕ ਖਾਸ ਕਰਕੇ ਮਿਹਨਤਕਸ਼, ਚਾਹੇ ਮੈਂ ਕਹਾਂ ਕਿਸਾਨ, ਮਜ਼ਦੂਰ, ਕਰਮਚਾਰੀ ਤੇ ਵਪਾਰੀ, ਇਹ ਚਾਰੋਂ ਵਰਗ ਜਿਹੜੇ ਕੰਮ ਕਰਦੇ ਆ, ਜਿਨ੍ਹਾਂ ਕਰਕੇ ਪੰਜਾਬ ਚੱਲਦਾ, ਜਿਹੜੇ ਕਿ ਮੈਂ ਕਹੂੰਗਾ 99% ਪੰਜਾਬ ਹੈ ਉਹ ਗਰੀਬ ਹੋਏ। ਉਹਨਾਂ ਦੀ ਹਾਲਤ ਬਦ ਤੋਂ ਬਦਤਰ ਹੋਈ। ਸਾਡੇ ਸਰਕਾਰੀ ਸਕੂਲ, ਡਿਸਪੈਂਸਰੀਆਂ ਔਰ ਜਿਹੜੇ ਹਸਪਤਾਲ ਸੀਗੇ ਔਰ ਯੂਨੀਵਰਸਿਟੀਜ਼, ਜਿੰਨੇ ਵੀ ਸਾਡੇ ਵਧੀਆ ਸੈਂਟਰ ਸੀ, ਚਾਹੇ ਉਹ ਮੈਡੀਕਲ ਕਾਲਜਸ ਸੀ ਜਾਂ ਯੂਨੀਵਰਸਿਟੀ ਸੀ ਜਾਂ ਸਕੂਲ ਸੀ ਜਾਂ ਕਾਲਜਸ ਸੀ, ਉਹਨਾਂ ਦੀ ਹਾਲਤ ਬਹੁਤ ਖਸਤਾ ਕਰਤੀ ਇਹਨਾਂ ਨੇ ਪ੍ਰਾਈਵੇਟ ਜਿਹੜੀਆਂ ਇੰਸਟੀਟਿਊਸ਼ਨ ਸੀਗੀਆਂ ਉਹ ਵੀ ਇੱਕ ਮਾਫੀਆ ਬਣ ਗਿਆ, ਐਜੂਕੇਸ਼ਨ ਚ ਵੀ, ਹੈਲਥ ਵਿੱਚ ਵੀ, ਸਾਰਿਆਂ ਦੇ ਵਿੱਚ ਇੱਕ ਮਤਲਬ ਜਿਹੜਾ ਸੀਗਾ ਵੈਸਟਡ ਇੰਟਰਸਟ, ਉਹ ਪੋਲੀਟੀਕਲ ਕਲਾਸ ਨੇ ਉਹਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਵਿੱਚ ਰਿਜ਼ੈਂਟਮੈਂਟ ਬਹੁਤ ਸੀ, ਲੋਕ ਆਲਟਰਨੇਟ ਚਾਹੁੰਦੇ ਸੀ, ਉਹਨਾਂ ਨੂੰ ਆਲਟਰਨੇਟ ਬਦਲ ਮਿਲ ਨਹੀਂ ਰਿਹਾ ਸੀਗਾ। ਸੋ ਦੋ ਪਾਰਟੀਆਂ ਨੇ ਰਾਜ ਕੀਤਾ, ਇੱਕ ਪਾਸੇ ਕਾਂਗਰਸ, ਦੂਜੇ ਪਾਸੇ ਅਕਾਲੀ ਬੀਜੇਪੀ ਜਾਂ ਅਕਾਲੀ ਬੀਐਸਪੀ। ਉਹ ਪੀਪਲ ਆਰ ਮੂਵਿੰਗ ਫਰੋਮ ਵਨ ਈਵਲ ਟੂ ਅਨਦਰ। ਜਿਹੜੀ ਪਾਰਟੀ ਰੂਲਿੰਗ ਹੁੰਦੀ ਸੀ ਉਹ ਵੱਡੀ ਈਵਲ ਲੱਗਦੀ ਸੀ, ਜਿਹੜੀ ਆਪੋਜੀਸ਼ਨ ਹੁੰਦੀ ਸੀ ਉਹ ਲੈਸਰ ਈਵਲ ਲੱਗਦੀ ਸੀ। ਸੋ ਪੀਪਲ ਯੂਜ਼ ਟੂ ਚੂਜ਼ ਲੈਸਰ ਈਵਲ। ਹੁਣ ਉਹਨਾਂ ਨੂੰ ਇੱਕ ਬਦਲ ਨਜ਼ਰ ਆਇਆ ਔਰ ਉਹਨਾਂ ਨੇ ਸਾਨੂੰ ਟਰਸਟ ਕੀਤਾ। ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਮੈਂ ਨਹੀਂ ਸਮਝਦਾ ਕਿ ਸਾਡੀ ਜਿੱਤ ਹੈ ਕੋਈ ਬਲਵੀਰ ਸਿੰਘ ਦੀ ਜਿੱਤ ਹੈ ਜਾਂ ਕੋਈ ਆਮ ਆਦਮੀ ਪਾਰਟੀ ਵਾਸਤੇ ਮੈਂਡੇਟ ਹੈ। ਇਹ ਦਿਸ ਇਜ਼ ਅ ਮੈਂਡੇਟ ਅਗੇਂਸਟ ਮਿਸ ਗਵਰਨੈਂਸ ਆਫ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਸੀਗੀਆਂ, ਉਹਨਾਂ ਦਾ ਜਿਹੜਾ ਮਿਸਰੂਲ ਸੀਗਾ, ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਨੂੰ ਲੁੱਟਿਆ, ਲੁੱਟ ਖਸੁੱਟ ਕੀਤੀ, ਲੋਕ ਅੱਕੇ ਹੋਏ ਸੀ। ਔਰ ਇਹ ਇੱਕ ਬਹੁਤ ਵੱਡਾ ਮੈਂਡੇਟ ਉਹਨਾਂ ਦੇ ਖਿਲਾਫ ਹੈ ਔਰ ਸਾਡੇ ਵਾਸਤੇ ਇੱਕ ਬਹੁਤ ਵੱਡਾ ਮੌਕਾ ਹੈ। ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀਗਾ ਕਿ ਤੁਸੀਂ ਸਾਨੂੰ ਇੱਕ ਮੌਕਾ ਦਿਓ। ਲੋਕਾਂ ਨੇ ਆਪਣਾ ਵਾਅਦਾ ਨਿਭਾਇਆ, ਉਹਨਾਂ ਨੇ ਸਾਡੀ ਬੇਨਤੀ ਮੰਨੀ, ਉਹਨਾਂ ਨੇ ਸਾਨੂੰ ਮੌਕਾ ਦੇ ਦਿੱਤਾ ਤੇ ਹੁਣ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ ਰਿਫਾਰਮਸ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਪਹਿਲੀ ਵਾਰੀ ਹੈ ਕਿ ਜਿਹੜੇ ਹੈਗੇ ਆ ਤੁਸੀਂ ਉਹਨਾਂ ਨੇ ਮਤਲਬ ਪਿਛਲੇ 20 25 ਸਾਲ ਚ ਸਰਕਾਰੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰਾਏ, ਇਹ ਹਟਾਉਣ ਵਾਲੀ ਪਹਿਲੀ ਸਰਕਾਰ ਹੈ। ਉਹਨਾਂ ਨੇ ਮਤਲਬ ਇੱਕ ਹਾਸੇ ਮਜ਼ਾਕ ਵਾਲੀ ਗੱਲ ਹੈ ਕਿ ਜਿਹੜਾ ਐਮਐਲਏ ਆ ਉਹਨੂੰ ਤਕਰੀਬਨ 88,000 ਰੁਪਏ ਮਹੀਨੇ ਦੀ ਤਨਖਾਹ ਹੈ, ਤੇ ਜਿਹੜਾ ਮਤਲਬ ਕੋਈ ਬਾਦਲ ਸਾਹਿਬ ਵਰਗਾ ਜਾਂ ਆਪਣੇ ਕੈਪਟਨ ਸਾਹਿਬ ਵਰਗਾ ਜਿਹੜਾ ਪੈਨਸ਼ਨ, ਜਿਹੜਾ ਇਲੈਕਸ਼ਨ ਹਾਰ ਗਿਆ ਤੇ ਉਹਨੂੰ 5 ਲੱਖ ਰੁਪਇਆ ਜਾਂ 4.5 ਲੱਖ ਰੁਪਇਆ ਪੈਨਸ਼ਨ ਮਿਲੇਗੀ। ਮਜ਼ਾਕ ਹੈ, ਮਤਲਬ ਪੈਨਸ਼ਨ ਬਹੁਤ ਜ਼ਿਆਦਾ ਹੋਏਗੀ, ਤਨਖਾਹ ਤੋਂ ਵੀ ਵੱਧ ਹੋਏਗੀ। ਇਹ ਇੱਕ ਬੜਾ ਕਰੂਅਲ ਜੋਕ ਸੀ ਪੰਜਾਬ ਦੇ ਨਾਲ। ਉਹਨੂੰ ਠੀਕ ਕਰਨ ਦੀ ਲੋੜ ਸੀ। ਜਾਂ ਜਿਵੇਂ ਕੋਈ ਹੋਰ ਸੀ, ਮਤਲਬ ਮਿਸੇਜ ਪੱਠਲ ਸੀ, ਜਿਹੜੇ ਮਤਲਬ ਸਾਬਕਾ ਮੁੱਖ ਮੰਤਰੀ ਸੀ, ਉਹ 40 ਸਾਲ ਤੋਂ ਇਹ ਕੋਠੀ 'ਚ ਬੈਠੇ ਹੋਏ, ਐਮਐਲਏ ਨਹੀਂ ਹੈ ਤਾਂ ਵੀ ਬੈਠੇ ਹੋਏ ਆ ਔਰ ਕੋਈ ਖਰਚਾ ਨਹੀਂ ਦਿੰਦੇ। ਸੋ ਬਹੁਤ ਕੁਝ ਸੀਗਾ, ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਕਿ ਸਰਕਾਰੀ ਖਜ਼ਾਨੇ ਦੀ ਲੁੱਟ ਸੀ ਇੱਕ ਕਿਸਮ ਦੀ ਵੱਲੋਂ ਨਾ, ਉਹਨੂੰ ਬੰਦ ਕਰਨ ਦੀ ਲੋੜ ਸੀ ਔਰ ਉਹ ਆਮ ਆਦਮੀ ਪਾਰਟੀ ਸਰਕਾਰ ਉਹ ਕਰ ਰਹੀ ਹੈ ਔਰ ਕਮਿਟਡ ਹੈ ਉਹਨੂੰ ਕਰਨ ਵਾਸਤੇ। ਦੂਜੇ ਪਾਸੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ। ਅਜੇ ਤੱਕ ਵੀ ਲੋਕ ਗਲੀਆਂ ਨਾਲੀਆਂ ਚ ਉਲਝਾਏ ਹੋਏ ਆ, ਲੋਕਾਂ ਦੀਆਂ ਸੜਕਾਂ ਨਹੀਂ ਬਣੀਆਂ, ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨਹੀਂ ਮਿਲਦਾ ਪੰਜਾਬ ਵਿੱਚ ਅਜੇ ਵੀ, ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਦਾ, ਨਸ਼ੇ ਮਿਲ ਜਾਂਦੇ ਆ ਲੇਕਿਨ ਦਵਾਈ ਨਹੀਂ ਮਿਲਦੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੈਲੰਜਸ ਹੈਗੇ ਆ ਔਰ ਓਪਰਚੁਨਿਟੀਜ਼ ਵੀ ਹੈ। ਔਰ ਤੁਸੀਂ ਇੱਕ ਜ਼ਿਕਰ ਕੀਤਾ, ਉਹਦੇ ਵਿੱਚ ਜਿਹੜਾ ਸਾਨੂੰ ਮਿਸਿਕ ਲਿੰਕ ਹੈ, ਜਿਹਦੀ ਮੈਂ ਸਮਝਦਾ ਲੋੜ ਹੈ, ਖੇਤੀਬਾੜੀ ਚ ਭਗਵੰਤ ਮਾਨ ਜੀ ਨੇ ਸ਼ੁਰੂ ਕੀਤਾ ਇਸ ਵਾਰੀ ਮੂੰਗੀ ਥੱਲੇ ਰਕਬਾ, ਦਾਲਾਂ ਅਸੀਂ ਬਾਹਰੋਂ ਮੰਗਾਉਂਦੇ ਸੀ, ਉਹ ਡਬਲ ਹੋ ਗਿਆ। ਹੋਰ ਅਸੀਂ ਜਦੋਂ ਸਾਡੇ ਕੋਲ ਰਿਸੋਰਸਸ ਆਉਣਗੇ, ਐਗਰੀਕਲਚਰ ਡਿਵਰਸੀਫਿਕੇਸ਼ਨ ਹੋਰ ਕਰਾਂਗੇ। ਪ੍ਰੋਸੈਸਿੰਗ ਦੀ ਲੋੜ ਹੈ, ਇੰਪਲਾਇਮੈਂਟ ਜਨਰੇਟ ਹੋਏਗੀ ਉਹਦੇ ਨਾਲ। ਔਰ ਅਸੀਂ ਆਪਣੇ ਸਰੋਂ ਨਹੀਂ ਵੇਚਾਂਗੇ, ਤੇਲ ਵੇਚਾਂਗੇ, ਉਹਦੇ ਨਾਲ ਸੂਰਜਮੁਖੀ, ਹੋਰ ਜਿਹੜਾ ਵੀ ਆਪਣਾ ਜਿਸ ਤਰ੍ਹਾਂ ਅਲਸੀ, ਤਿਲ, ਉਹ ਸਾਰੇ ਅਸੀਂ ਪ੍ਰੋਡਕਟਸ ਬਣਾ ਕੇ ਵੇਚਾਂਗੇ ਉਹਦੇ ਵਾਸਤੇ ਸਾਨੂੰ ਤੁਹਾਡੇ ਜਿਹੜੇ ਐਨਆਰਆਈਜ਼ ਦੀ ਪਾਰਟਿਸਿਪੇਸ਼ਨ ਦੀ ਬਹੁਤ ਲੋੜ ਹੈ। ਓਕੇ, ਥੈਂਕ ਯੂ ਜੀ ਬਲਬੀਰ ਸਿੰਘ ਜੀ। ਡਾਕਟਰ ਸਾਹਿਬ, ਮੈਂ ਜੀਵਨ ਜੀ ਤੁਹਾਡੇ ਤੇ ਆ ਰਿਹਾ ਹੈਗਾ। ਪਹਿਲਾਂ ਕਹਿਣ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰਾਂਗਾ ਕਿ ਭਗਵੰਤ ਮਾਨ ਜੀ ਨੇ ਜੋ ਵੀ ਆਰਡਰ ਕੀਤੇ ਨੇ ਟੂ ਰਿਮੂਵ ਦੈਟ ਸਿਕਿਉਰਿਟੀਜ਼, ਇਹ ਐਨਆਰਆਈ ਨੇ, ਜੋ ਮੇਰਾ ਸਰਵੇ ਹੈਗਾ ਕਿ ਜਾਂ ਸਾਡਾ ਐਨਆਰਆਈ ਪ੍ਰੈਸ ਕਲੱਬ ਬਣਿਆ ਹੈਗਾ,
95% ਕਹਿ ਸਕਦਾ, even 98%. People love it. They said ਜਿਹੜੀ ਸਿਕਿਉਰਿਟੀ ਇਹਨੇ ਰਿਮੂਵ ਕੀਤੇ 40 50 60 ਬੰਦੇ ਪਤਾ ਨਹੀਂ ਕਿਹੜੇ ਲੋਕ ਲਈ ਜਾਂਦੇ ਆ ਤੇ ਇਟਸ ਵੈਰੀ ਬੈਡ। ਮਲਟੀਪਲ ਪੈਨਸ਼ਨ ਵਾਲਾ ਸਿਸਟਮ ਜਿਹੜਾ ਸਟੈਪ ਲੈਂਦਾ, ਆਈ ਡੋਂਟ ਥਿੰਕ ਨੋ ਪੋਲੀਟੀਸ਼ੀਅਨ ਐਵਰ did it, nobody even think about that ਕਿ somebody will did it। ਉਹੀ ਇੱਕੋ ਬੰਦਾ ਭਗਵੰਤ ਮਾਨ ਹੈ ਜਿਹਨੇ ਕੀਤਾ ਹੈਗਾ। ਬਾਕੀ ਜਿਹੜਾ ਜ਼ਮੀਨਾਂ ਦਾ ਹੈਗਾ ਉਹਦੇ ਨਾਲ ਧਾਲੀਵਾਲ ਸਾਹਿਬ ਨੇ ਬੜੇ ਅੱਛੀ ਟੀਮ ਬਣੀ ਹੋਈ ਹੈ। they are hard working, I think this is a great successful। I'm not taking you too much time for that। everybody have 2 minutes there, after that we have a lot of time, then we can discuss that। ਬਲਬੀਰ ਸਿੰਘ ਨੂੰ question ਕਰ ਜੀਵਨ ਜੀ ਗਿੱਲ ਸਾਹਿਬ from Toronto, please ਜੀਵਨ ਗਿੱਲ ਜੀ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਤੁਹਾਡਾ ਆਉਂਦਾ ਤੇ ਬਹੁਤ ਤੁਹਾਡੇ ਬਾਰੇ ਸੁਣਿਆ ਹੈਗਾ ਦੇ ਹੈਲਥ ਕੇਅਰ ਦੇ ਵਿੱਚ ਜਿਹੜਾ ਤੁਹਾਡੀ ਕੰਟਰੀਬਿਊਸ਼ਨ ਹੈਗੀ ਆ, ਸੈਲਫਲੈਸ ਕੰਟਰੀਬਿਊਸ਼ਨ ਹੈਗੀ ਆ। 2-3 ਯਾਨੀ ਕਿ ਪੁਆਇੰਟ ਤੁਸੀਂ ਬੋਲੇ ਸੀ, ਉਹਨਾਂ ਨੂੰ ਹੀ ਮੈਂ ਐਕਸਪਲੋਰ ਕਰਨਾ ਚਾਹੂੰਗਾ ਵੀ ਤਾਂ ਉਹਦਾ 'ਚ ਤੁਸੀਂ ਫਿਰ ਜੇ ਉਹਨੂੰ ਥੋੜਾ ਜਿਹਾ ਖੁੱਲ ਕੇ ਆਨਸਰ ਕਰ ਸਕਦੇ ਹੈਗੇ ਆ। ਪਹਿਲੀ ਗੱਲ ਤਾਂ ਤੁਸੀਂ ਕਹੀ ਸੀਗੀ ਵੀ ਜਿਹੜਾ ਮਾਫੀਆ ਹੈਗਾ, ਚਾਹੇ ਐਜੂਕੇਸ਼ਨ ਮਾਫੀਆ ਹੈਗਾ ਤੇ ਜਾਂ ਹੈਲਥ ਕੇਅਰ ਦੇ ਵਿੱਚ ਜਿਹੜਾ ਪ੍ਰਾਈਵੇਟਾਈਜੇਸ਼ਨ ਆਫ ਹੈਲਥ ਕੇਅਰ ਸਿਸਟਮ ਚੱਲ ਰਿਹਾ ਹੈਗਾ, ਜਿਹਦੇ ਕਰਕੇ ਉੱਥੇ ਲੋਕਾਂ ਦੇ ਵਿੱਚ ਹੈਲਥ ਦੇ ਵਿੱਚ ਕੋਈ ਉਹਨਾਂ ਨੂੰ ਸੇਵਾਵਾਂ ਮਿਲ ਨਹੀਂ ਰਹੀਆਂ। ਜਿਹੜਾ ਸਰਕਾਰੀ ਅਦਾਰੇ ਹੈਗੇ ਆ ਉਹ ਬਿਲਕੁਲ ਠੱਪ ਵਾਂਗੂ ਪਏ ਹੈਗੇ ਆ। ਤੇ ਦੂਜੀ ਚੀਜ਼ ਤੁਸੀਂ ਇੱਕ ਇਹ ਕਹੀ ਸੀ ਕਿ ਜਿਹੜਾ ਐਗਰੀਕਲਚਰ ਰਿਫਾਰਮ ਦੇ ਵਿੱਚ ਹੈਗਾ ਵੀ ਤੁਸੀਂ ਆਪਦੀ ਐਗਜ਼ਾਮਪਲ ਦਿੱਤੀ ਸੀਗੀ ਵੀ ਉਹ ਸਿਸਟਮ ਹੋਣਾ ਚਾਹੀਦਾ ਹੈਗਾ ਵੀ ਥੋੜਾ ਹੁਣ ਇੱਥੇ ਅਸੀਂ ਨਾਰਥ ਅਮਰੀਕਾ 'ਚ ਵੀ ਵੇਖ ਰਹੇ ਹੈਗੇ ਆ ਵਿੱਚ, ਜੇ ਪਹਿਲਾਂ ਇੱਥੇ ਫ੍ਰੀ ਟ੍ਰੇਡ ਦੇ ਵਿੱਚ ਕੰਪਨੀਆਂ ਦੂਜੇ ਦੇਸ਼ਾਂ ਨੂੰ ਭੱਜੀਆਂ ਸੀਗੀਆਂ ਤੇ ਹੁਣ ਪੈਂਡੇਮਿਕ ਤੋਂ ਬਾਅਦ ਫਿਰ ਇਹਨਾਂ ਨੇ ਸੋਚਣਾ ਸ਼ੁਰੂ ਕੀਤਾ ਹੈਗਾ ਵੀ ਜਿਹੜੀ ਇੰਡਸਟਰੀ ਹੈਗੀ ਆ ਉਹ ਸਾਨੂੰ ਲੋਕਲ ਇੰਡਸਟਰੀ ਚਾਹੀਦੀ ਹੈਗੀ ਹੈ ਤਾਂ ਕਿ ਵੀ ਸਾਨੂੰ ਕਿਸੇ ਤੇ ਡਿਪੈਂਡੈਂਟ ਨਾ ਹੋਣਾ ਪਵੇ। ਉਸ ਤਰੀਕੇ ਦਾ ਜਿਹੜਾ ਤੁਸੀਂ ਐਗਰੀਕਲਚਰ ਬੇਸ ਤੇ ਕਿਹਾ ਹੈਗਾ ਵੀ ਜੇ ਉਹ ਕਿਸਾਨ ਕਣਕ ਬੀਜਦਾ ਹੈਗਾ, ਉਹ ਜੇ ਕੋਈ ਗੰਨਾ ਬੀਜਦਾ ਹੈਗਾ, ਉਹ ਗੁੜ ਬਣਾਉਂਦਾ ਹੈਗਾ, ਉਹ ਆਪਸ 'ਚ ਐਕਸਚੇਂਜ ਕਰਨ ਤੇ ਤਾਂ ਕਿ ਉਹਨਾਂ ਨੂੰ ਬਾਹਰ ਜਾਣਾ ਦਾ ਘੱਟ ਪਵੇ ਜਾਂ ਉਹਨਾਂ ਨੂੰ ਯਾਨੀ ਕਿ ਜਿਹੜੀ ਵੀ ਚੀਜ਼ ਉਹਦੇ ਚੋਂ ਹੈਗੀ ਆ ਜੇ ਉਹ ਫਰਦਰ ਵੀ ਉਹਨਾਂ ਨੇ ਮੰਡੀਕਰਨ ਕਰਨਾ ਹੈਗਾ ਉਹਦੇ ਵਾਸਤੇ ਵੀ ਡਿਫਰੈਂਟ ਐਵਨਿਊਜ਼ ਪਿੰਡਾਂ ਦੇ ਵਿੱਚ ਉਪਲਬਧ ਕੀਤੇ ਜਾਣੇ ਚਾਹੀਦੇ ਹੈਗੇ ਆ। ਤੇ ਲਾਸਟ ਪੁਆਇੰਟ ਮੇਰਾ ਹੈਗਾ ਵੀ ਜਿਹੜੀ ਚੀਜ਼ਾਂ ਹੁਣ we always talk to other couple of your party members ਪਿਛਲੇ ਕੁਝ ਦਿਨਾਂ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਹੈਗੀ ਆ, ਪਰ ਉਹਦੇ 'ਚ ਯਾਨੀ ਕਿ ਕਈ ਜਦੋਂ NRIs ਸੋਚਦੇ ਹੈਗੇ ਆ ਉਹਦੇ 'ਚ ਕਈ ਚੀਜ਼ਾਂ ਉਹਨਾਂ ਨੇ ਕਹਿੰਦੇ ਹੈਗੇ ਵੀ ਜਿਵੇਂ ਡੇਲੀ ਬੇਸਿਸ ਤੇ ਕੋਈ ਨਾ ਕੋਈ ਆਪਣੇ ਮੁੱਦਿਆਂ ਤੇ ਅਨਾਉਂਸਮੈਂਟਸ ਹੁੰਦੀਆਂ ਹੈਗੀਆਂ। do they fulfill that one? ਉਹਦੇ ਵਾਸਤੇ ਕੋਈ ਪਲਾਨ ਹੈਗਾ ਤੁਹਾਡੇ ਕੋਲੇ ਵੀ ਜਿਹੜਾ, ਕਿਉਂਕਿ ਫੰਡਿੰਗ ਇਜ਼ ਆਲਵੇਜ਼ ਵਨ ਸੋਰਸ, ਬਟ ਉਹਦੇ ਬਾਰੇ ਕਦੇ ਮੇਜਰ 'ਚ ਸੁਣ 'ਚ ਨਹੀਂ ਆਉਂਦਾ ਹੈਗਾ, ਪਰ ਉਹਦੇ ਡੇਲੀ ਬੇਸਿਸ ਤੇ ਅਸੀਂ ਡਿਫਰੈਂਟ ਇਸ਼ੂਜ਼ ਸੁਣਦੇ ਹੈਗੇ ਆ ਵੀ ਆਹ ਇਸ਼ੂਜ਼ ਅਸੀਂ ਅਨਾਉਂਸਮੈਂਟਾਂ ਕਰਤੀਆਂ ਹੈਗੀਆਂ। ਉਹਦੇ 'ਚ ਫਿਰ ਲੋਕਾਂ ਨੂੰ ਯਾਨੀ ਕਿ ਕਈ ਵਾਰੀ ਉਹਦੇ 'ਚ ਸੈਟਬੈਕ ਲੱਗਦੀ ਹੈਗੀ ਹੈ ਜਾਂ people are looking for a quick answer for that one। If you can elaborate on these points, I will appreciate। ਡਾਕਟਰ ਸਾਹਿਬ ਬਲਬੀਰ ਜੀ, ਡਾਕਟਰ ਸਾਹਿਬ। ਜੀ ਡੈਫੀਨੇਟਲੀ ਸਾਡਾ ਜਿਹੜਾ ਪਹਿਲਾ ਬਜਟ ਆ ਉਹ ਥੋੜੇ ਦਿਨਾਂ 'ਚ ਆਏਗਾ, ਸੋ ਉਹਦੇ ਨਾਲ ਕੁਝ ਤੁਹਾਨੂੰ ਗੱਲਾਂ ਕਲੀਅਰ ਹੋ ਜਾਣਗੀਆਂ। ਵੀ ਆਰ ਟ੍ਰਾਈਂਗ ਟੂ ਮੋਬਿਲਾਈਜ਼ ਰਿਸੋਰਸਸ ਜਿੰਨੇ ਵੀ ਹੈਗੇ ਆ, ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਪਹਿਲਾਂ 25 ਰੁਪਏ ਜਾਂਦੇ ਸੀ, ਵੀ ਆਰ ਟ੍ਰਾਈਂਗ ਟੂ ਇਨਕਰੀਜ਼ ਦੈਟ। ਜਿਵੇਂ ਦਿੱਲੀ ਦੇ ਵਿੱਚ ਇੱਕ ਐਗਜ਼ਾਮਪਲ ਹੈ, ਅਸੀਂ ਜਦੋਂ ਸਾਡੀ ਗਵਰਨਮੈਂਟ ਆਈ ਆ ਉਦੋਂ ਉਹਨਾਂ ਦੀ ਜਿਹੜੀ ਇਨਕਮ ਸੀ ਅੱਜ ਉਸ ਤੋਂ 2.5 ਗੁਣਾ ਇਨਕਮ ਹੈ ਉਹਦੀ। ਸੋ ਗਵਰਨਮੈਂਟ ਦੀ ਇਨਕਮ ਵਧਾਵਾਂਗੇ, ਪਹਿਲਾਂ ਨੇਚਰਲੀ ਪਹਿਲਾਂ ਖਜ਼ਾਨਾ ਭਰਾਂਗੇ, ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਸਕੀਮਾਂ ਹੈਗੀਆਂ, ਜਿਸ ਤਰ੍ਹਾਂ ਅਸੀਂ ਹੁਣ ਜਿਹੜੀ ਲੋਕਾਂ ਨੂੰ ਪਾਵਰ ਦੇਣੀ ਆ ਔਰ ਉਹਦੇ ਵਿੱਚ ਜਿਹੜਾ ਉਹਦਾ ਇਨਫਰਾਸਟਰਕਚਰ ਇੰਪਰੂਵ ਕਰਨਾ, ਉਹਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਉਹ 1 ਜੁਲਾਈ ਤੋਂ ਲਾਂਚ ਹੋਣੀ ਆ। ਇਸ ਤਰ੍ਹਾਂ ਜਿੰਨੀਆਂ ਵੀ ਜਿਹੜੀਆਂ ਗਵਰਨਮੈਂਟ ਦੀਆਂ ਸਕੀਮ ਆ ਉਹਦੇ 'ਚ ਬਜਟ ਦੇ ਵਿੱਚ ਉਹਦੀਆਂ ਸਾਰਿਆਂ ਦੀ ਪ੍ਰੋਵੀਜ਼ਨ ਆਏਗੀ। ਸੋ ਆਈ ਥਿੰਕ the things will be crystal clear in next 6 months। ਸੋ ਅਜੇ 6 ਮਹੀਨੇ 'ਚ ਬਹੁਤ ਕੁਝ ਹੋਏਗਾ। ਤੁਹਾਨੂੰ ਲੱਗੇਗਾ ਵੀ ਸ਼ਾਇਦ ਸਾਰਾ ਕੁਝ ਹਵਾ 'ਚ ਹੈ, ਇਸ ਤਰ੍ਹਾਂ ਨਹੀਂ ਹੈ। ਇਹ ਪਹਿਲੀ ਗਵਰਨਮੈਂਟ ਆ ਜਿਹਨੇ ਪਹਿਲੇ ਸਾਲ ਦੇ ਵਿੱਚ ਆਉਂਦੇ ਸਾਰ ਜਿਹੜੀਆਂ ਜੌਬਸ ਦੇਣ ਦੀ ਗੱਲ ਕੀਤੀ ਹੈ, ਕਿਉਂਕਿ ਜਿਹੜੀਆਂ ਟੀਚਰਸ ਦੀਆਂ ਜੌਬ ਖਾਲੀ ਪਈਆਂ ਉਹ ਅਸੀਂ ਹਰ ਸਾਲ ਭਰਿਆ ਕਰਾਂਗੇ, ਡਾਕਟਰਸ ਦੀਆਂ, ਟੀਚਰਸ ਦੀਆਂ, ਔਰ ਜਿੰਨੇ ਵੀ ਹੈਗੇ ਆ। ਪਟਵਾਰੀ ਨਹੀਂ ਰੱਖੇ ਹੋਏ, ਪੰਚਾਇਤ ਸੈਕਟਰੀ ਨਹੀਂ ਹੈ, ਉਹ ਇੱਕ ਪੰਚਾਇਤ ਸੈਕਟਰੀ ਕੋਲ 3 ਮਤਲਬ ਪੰਚਾਇਤ ਸੈਕਟਰੀ ਦਾ ਕੰਮ ਹੈ, ਫਿਰ ਉਹ ਕੰਮ ਨਹੀਂ ਹੁੰਦਾ ਉਹਨਾਂ ਦਾ। ਸੋ ਬਹੁਤ ਸਾਰਾ ਇਹ ਜਿਹੜਾ ਸਾਰਾ ਕੁਝ ਹੈਗਾ ਇੰਨਾ ਕੁਝ ਵਿਗੜਿਆ ਹੋਇਆ ਕਿ ਇਹਨੂੰ ਜਦੋਂ ਆਪਾਂ ਸੁਧਾਰਾਂਗੇ ਤੇ ਪਹਿਲਾਂ ਤਾਂ ਐਕਚੁਅਲੀ ਸਮਝ ਨਹੀਂ ਆਉਂਦੀ ਕਿ ਸ਼ੁਰੂ ਕਿੱਧਰੋਂ ਕੀਤਾ ਜਾਵੇ, ਲੇਕਿਨ ਅਸੀਂ ਹੌਲੀ ਹੌਲੀ ਉਹਨੂੰ ਮੰਨ ਲਓ ਸਾਰਾ ਕੁਝ ਜਿਹੜਾ ਹੈਗਾ ਉਹਨੂੰ ਐਡਰੈਸ ਕਰ ਰਹੇ ਹਾਂ, ਸਾਰੇ ਇਸ਼ੂਜ਼। ਇਹ ਤੁਹਾਨੂੰ 6 ਮਹੀਨੇ ਦੇ ਵਿੱਚ ਸਾਰੀ ਪਿਕਚਰ ਕਲੀਅਰ ਹੋ ਜਾਏਗੀ। ਔਰ ਵੈਸੇ ਵੀ ਨਾਰਮਲੀ ਕਹਿੰਦੇ ਆ ਜਦੋਂ ਸਰਕਾਰ ਬਣਦੀ ਸੀ ਨਾ ਕਿ ਪਹਿਲੇ 6 ਮਹੀਨੇ ਸਾਲ ਇਜ਼ ਅ ਹਨੀਮੂਨ ਪੀਰੀਅਡ,
ਉਦੋਂ ਲੋਕ ਸਵਾਲ ਨਹੀਂ ਪੁੱਛਦੇ ਹੁੰਦੇ ਸੀ, ਬਟ ਜਿਹੜੇ ਆਮ ਗਰੀਬ ਬੰਦੇ ਹੁੰਦੇ ਆ ਉਹਨਾਂ ਕੋਲੇ ਇਹ ਹਨੀਮੂਨ ਵਾਲੀ ਲਗਜ਼ਰੀ ਨਹੀਂ ਹੁੰਦੀ। ਸੋ ਵੀ ਡੋਂਟ ਵਾਂਟ ਹਨੀਮੂਨ ਪੀਰੀਅਡ। ਤੇ ਐਕਚੁਅਲੀ ਜਿਹੜੀ ਪਹਿਲੀ ਸਰਕਾਰ ਸੀਗੀ, ਜੇ ਮੈਂ ਮੋਤੀ ਵਾਲੀ ਸਰਕਾਰ ਦੀ ਗੱਲ ਕਰਾਂ, ਉਹ ਤਾਂ ਰਹੀ ਹਨੀਮੂਨ ਤੇ ਆ 4.5 ਸਾਲ ਨਾਲ। ਤੇ ਸਾਡੇ ਕੋਲ ਵੀ ਜਸਟ ਨੀਡ 6 months, ਜਿਹੜਾ ਅਸੀਂ ਮਤਲਬ ਪਹਿਲੇ 6 ਮਹੀਨੇ ਸਾਲ ਦੇ ਵਿੱਚ ਅਸੀਂ ਜਿਹੜੀਆਂ ਆਲ ਜਿਹੜੇ ਤੁਹਾਡੇ ਜਿੰਨੇ ਵੀ ਤੁਸੀਂ ਸਵਾਲ ਕੀਤੇ ਹੈਗੇ ਆ, ਤੁਹਾਨੂੰ ਉਹਨਾਂ ਸਾਰਿਆਂ ਦੇ ਜਵਾਬ ਮਿਲ ਜਾਣਗੇ। ਸੋ ਦ ਫਸਟ ਥਿੰਗ ਇਜ਼ ਮੋਬਿਲਾਈਜੇਸ਼ਨ ਆਫ ਰਿਸੋਰਸਿਸ, ਤੇ ਦੂਜਾ ਹੈਗਾ ਕਿ ਉਹਨਾਂ ਦੀ ਠੀਕ ਵਰਤੋਂ, ਜਿਹੜੇ ਵਸੀਲੇ ਆ ਉਹਨਾਂ ਦਾ ਪੈਸਾ ਖਜ਼ਾਨੇ ਵਿੱਚ ਜਾਵੇ ਤੇ ਉਹਦੀ ਸਹੀ ਵਰਤੋਂ ਲੋਕਾਂ ਵਾਸਤੇ ਕੀਤੀ ਜਾਵੇ, ਕਿਉਂਕਿ ਲੋਕਾਂ ਦੇ ਪੈਸੇ ਆ। ਉਹਦੇ ਵਾਸਤੇ ਸਾਡੀ ਜਿਹੜੀ ਪਹਿਲੀ ਪ੍ਰਾਇੋਰਟੀ ਹੈ ਉਹ ਸਿੱਖਿਆ ਹੈ, ਦੂਜੀ ਸਿਹਤ ਹੈ, ਔਰ ਤੀਜਾ ਅਸੀਂ ਰੁਜ਼ਗਾਰ ਕਿੱਦਾਂ ਪੈਦਾ ਕਰਨਾ ਉਹ ਹੈ, ਚੌਥਾ ਹੈਗਾ ਕਿ ਨਸ਼ਿਆਂ ਤੇ ਕਿਸ ਤਰ੍ਹਾਂ ਕਾਬੂ ਕਰਨਾ ਉਹ ਹੈ। ਸੋ ਸਾਡੀਆਂ ਜਿਹੜੀਆਂ ਪ੍ਰਾਇੋਰਟੀਜ਼ ਆ ਉਹ ਕਲੀਅਰ ਹੈ ਐਂਡ ਵੀ ਆਰ ਔਨ ਟਰੈਕ। Beautiful. Thank you, Dr. Saab. Dr. Ramesh, please. Dr. Ramesh Kumar. जी डॉक्टर साहब बहुत बहुत धन्यवाद ਤੁਹਾਡਾ NRI ਪ੍ਰੈਸ ਤੇ ਆਉਣ ਦਾ। ਨਾਲੇ ਮੈਨੂੰ ਖੁਸ਼ੀ ਹੋਈ ਤੁਹਾਡਾ ਪਿੰਡ ਭੌਰਾ ਤੁਸੀਂ ਦੱਸਿਆ, ਮੈਂ ਤੇ SP ਅਬਰੋਏ ਅਸੀਂ ਦੋਨੇ ਇੱਕ ਅਵਾਰਡ ਸੈਰੇਮਨੀ ਤੇ ਇਕੱਠੇ ਗਏ ਸੀ ਤੁਹਾਡੇ ਪਿੰਡ ਅਸ਼ੋਕ ਭੌਰਾ ਦੀ ਦਾਵਤ ਤੇ। ਓਕੇ ਓਕੇ ਓਕੇ। ਤੇ ਹਾਂ, ਇਹ ਉਹ ਮੇਰੇ ਛੋਟੇ ਭਰਾ ਦਾ ਕਲਾਸ ਫੈਲੋ ਆ ਜੀ ਸ਼ੋਕ। ਹਾਂਜੀ ਹਾਂਜੀ, ਉਹ ਵੀ ਇੱਥੇ ਲਾਗੇ ਰਹਿੰਦੇ ਸਾਡੇ। ਜੀ 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 ਜੀ। ਤੇ ਆ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ, ਸਾਡਾ ਜਿਹੜਾ NRI ਇੱਥੇ ਜਿੰਨੇ ਵੀ ਆਪਾਂ ਵਸਦੇ ਆ, ਸਾਡਾ ਪੰਜਾਬ ਦੇ ਨਾਲ ਜਿਹੜਾ ਮੋਹ ਆ, ਜਿਹੜਾ ਪਿਆਰ ਹੈ, ਉਹ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਵੀ ਜਿੱਦਾਂ ਉਹ ਕਹਿੰਦੇ ਨੇ ਇਨਫੈਚੁਏਸ਼ਨ ਜੀ ਜੀ ਪੰਜਾਬੀਆਂ ਦੀ, ਉਹ ਇਨਫੈਚੁਏਸ਼ਨ ਦੇ ਤੌਰ ਤੇ ਆਪਾਂ ਕਈ ਹੋਰ ਚੀਜ਼ਾਂ ਭੁੱਲ ਜਾਂਦੇ ਆ ਤੇ ਆਪਣੀ ਉਹ ਇਨਫੈਚੁਏਸ਼ਨ ਯਾਦ ਰੱਖਦੇ ਆ ਵੀ ਪੰਜਾਬ ਦਾ ਪਿਆਰ ਸਾਡਾ ਕਿੰਨਾ ਆ। ਤੇ ਜਿਹੜੀ ਤੁਹਾਡੀ ਸਰਕਾਰ ਆ ਜਾਂ ਜਿਹੜੀਆਂ ਤੁਸੀਂ ਮੁੱਦਿਆਂ ਦੀ ਗੱਲ ਕਰਦੇ ਹੋ, ਕਿਉਂਕਿ ਮੈਂ ਮੈਂਟਲ ਹੈਲਥ ਦਾ ਸਟੂਡੈਂਟ ਹਾਂ, ਮੈਨੂੰ 38 ਸਾਲ ਹੋ ਗਏ ਇਸ ਫੀਲਡ ਦੇ ਵਿੱਚ। ਨਸ਼ਿਆਂ ਦੀ ਗੱਲ ਕਰਦੇ ਹੋ ਤੁਸੀਂ, ਐਜੂਕੇਸ਼ਨ ਦੀ ਗੱਲ ਕਰਦੇ ਹੋ, ਅਸੀਂ ਸਾਰੇ ਪਬਲਿਕ ਸਕੂਲਾਂ ਤੋਂ ਪੜ੍ਹ ਕੇ ਜੇ ਅਮਰੀਕਾ ਦੇ ਵਿੱਚ ਸਕਸੈਸਫੁਲ ਹੋ ਸਕਦੇ ਆ ਤਾਂ ਉੱਥੇ ਦੇ ਬੱਚੇ ਕਿਉਂ ਨਹੀਂ ਸਕਸੈਸਫੁਲ ਹੋ ਸਕਦੇ? ਜਿਹੜੀ ਪ੍ਰਾਈਵੇਟ ਫੰਡਿੰਗ ਐਜੂਕੇਸ਼ਨ ਦੀ ਹੋ ਰਹੀ ਸੀ, ਜਿੱਦਾਂ ਤੁਸੀਂ ਕਿਹਾ ਮਾਫੀਆ ਬਣ ਗਿਆ ਪ੍ਰਾਈਵੇਟ ਐਜੂਕੇਸ਼ਨ ਸਿਸਟਮ, ਪੋਲੀਟੀਸ਼ੀਅਨਾਂ ਨੇ ਬਣਾਇਆ ਮਾਫੀਆ, ਉਹਨਾਂ ਤੋਂ ਬਿਨਾਂ ਤਾਂ ਕੋਈ ਬਣਾ ਹੀ ਨਹੀਂ ਸਕਦਾ। ਨਸ਼ਿਆਂ ਦਾ ਵੀ ਪੋਲੀਟੀਸ਼ੀਅਨਾਂ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਤੇ ਜਿਹੜਾ ਤੁਸੀਂ ਇਹ ਤੇ ਬੰਦ ਲਾ ਰਹੇ ਹੋ, ਉਹ ਜਾਣ ਕੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ। ਤੇ ਤੁਸੀਂ ਆ ਜਿਹੜਾ ਪ੍ਰਿਜ਼ਨ ਦਾ ਕੰਮ ਆ, ਨਸ਼ਿਆਂ ਦਾ ਕੰਮ ਆ, ਜਿਹੜਾ ਪਨਿਸ਼ਮੈਂਟ ਦੇ ਉੱਤੇ ਨਾ ਫੋਕਸ ਕਰਦੇ ਹੋਏ ਇਹਨਾਂ ਬੱਚਿਆਂ ਦੀ ਰਿਹੈਬਿਲਿਟੇਸ਼ਨ ਤੇ ਫੋਕਸ ਕੀਤਾ ਜਾਵੇ, ਤੇ ਉਹ ਵੀ ਮੈਂ ਇੱਕ ਤੁਹਾਨੂੰ ਸੁਝਾਅ ਦਾਂਗਾ ਕਿ ਜੋ ਉਹਦੇ ਵਿੱਚ ਮਦਦ ਹੋਏਗੀ ਆਪਾਂ ਇੱਥੋਂ ਜਾ ਕੇ ਕਰਾਂਗੇ ਤੁਹਾਡੀ। ਕਮਾਲ ਸਾਹਿਬ ਇਕੱਠਾ ਜਵਾਬ ਦੇ ਦੇਣਾ। ਬਲਬੀਰ ਸਿੰਘ ਜੀ, ਚੀਮਾ ਸਾਹਿਬ ਚੀਮਾ ਸਾਹਿਬ। ਹਾਂਜੀ, ਥੈਂਕ ਯੂ ਗੈਰੀ ਸਾਹਿਬ। ਡਾਕਟਰ ਸਾਹਿਬ, ਤੁਸੀਂ ਵੈਸੇ ਵੀ ਤੁਹਾਡਾ ਬੋਲਣ ਤੋਂ ਪਹਿਲਾਂ ਹੀ ਸਾਨੂੰ ਪਤਾ ਸੀ, ਰੈਪੂਟੇਸ਼ਨ ਪਤਾ ਆ, ਪਰ ਜਿਹੜੇ ਤੁਸੀਂ ਸ਼ਬਦ ਯੂਜ਼ ਕੀਤੇ ਨੇ, ਜਿਵੇਂ ਐਡਰੈਸ ਕੀਤਾ ਹੈਗਾ, ਤੇ ਬੜੇ ਸੂਝਵਾਨ ਹੈ ਤੁਸੀਂ ਵਿਅਕਤੀ ਹੋ। ਤੇ ਤੁਹਾਡੇ ਵਰਗੇ ਵਿਅਕਤੀਆਂ ਤੋਂ ਹੀ ਸਾਨੂੰ ਉਮੀਦ ਹੈ ਕਿ ਪੰਜਾਬ ਦਾ ਹੋਏਗਾ। ਭਗਵੰਤ ਮਾਨ ਦੇ ਹੱਥ ਕਮਾਂਡ ਹੈ, ਤੇ ਤੁਹਾਡੇ ਵਰਗੇ ਵਿਅਕਤੀ ਹੋਰ ਵੀ ਬਹੁਤ ਸਾਰੇ ਹੈਗੇ ਨੇ ਜਿਹੜੇ ਰਲ ਮਿਲ ਕੇ ਕਰਨਗੇ। ਹਾਂ, ਕੁਐਸਚਨ ਤਾਂ ਕਾਫੀ ਨੇ, ਪਰ ਮੇਰਾ ਖਿਆਲ ਜਦੋਂ ਬਾਕੀ ਕੁਐਸਚਨ ਮੈਂ ਬਾਅਦ ਚ ਕਰਾਂਗਾ, ਜੇ ਫਿਰ ਮੌਕਾ ਮਿਲਿਆ। ਆਪਾਂ ਕੋਈ ਜਨਰਲ ਹੈਗੇ ਨੇ ਕਿ ਤੁਸੀਂ ਸੂਝਣ ਸਾਰੇ ਕੰਮ ਵੀ ਕਰੋਗੇ, ਸਾਨੂੰ ਉਮੀਦ ਵੀ ਪੂਰੀ ਹੈ। 2-3 ਬੇਸਿਕ ਕੁਐਸਚਨ ਨੇ, ਕੀ ਤੁਸੀਂ ਫ੍ਰੀਲੀ ਐਕਟ ਕਰਦੇ ਹੋ ਜਾਂ ਤੁਹਾਡੇ ਤੇ ਕੋਈ ਰਿਸਟ੍ਰਿਕਸ਼ਨ ਹੈ? ਕੀ ਫਰੀडम ਹੈਗੀ ਆ ਪਾਰਟੀ ਨੂੰ ਕਿ ਨਹੀਂ? ਭਗਵੰਤ ਮਾਨ ਲੀਡਰ ਹੈ ਜਾਂ ਕੇਜਰੀਵਾਲ ਲੀਡਰ ਹੈ? ਇਹ ਮੋਟੇ ਜੇ ਸਾਡੇ ਕੁਐਸਚਨ ਨੇ, ਕਿਉਂਕਿ ਇਹਦੇ ਕਰਕੇ ਹੀ। ਦੂਜੀ ਗੱਲ ਕਿ ਪਾਵਰ ਸੈਂਟਰ ਕਿਹੜਾ ਹੈ ਪੰਜਾਬ 'ਚ, ਸਾਨੂੰ ਇਹ ਨਹੀਂ ਪਤਾ ਲੱਗਦਾ। ਭਗਵੰਤ ਮਾਨ ਹੈ, ਕੇਜਰੀਵਾਲ, ਜਾਂ ਕੋਈ ਇਨਵਿਜ਼ੀਬਲ ਬੰਦੇ ਜਿਹੜੇ ਚੰਡੀਗੜ੍ਹ 'ਚ ਬੈਠੇ ਨੇ ਉਹ ਐਕਟ ਕਰ ਰਹੇ ਨੇ, ਕਿਉਂਕਿ ਬਹੁਤ ਸਾਰੇ ਐਕਸ਼ਨ ਇਹੋ ਜਿਹੇ ਹੋ ਰਹੇ ਜਿੱਥੋਂ ਪਤਾ ਨਹੀਂ ਲੱਗਦਾ। ਕੰਟਰਾਡਿਕਟਰੀ ਸਟੇਟਮੈਂਟਾਂ ਦੇਣੀਆਂ ਪੈਂਦੀਆਂ ਨੇ ਸਾਨੂੰ, ਇਸੇ ਕਰਕੇ। ਬਾਕੀ ਲੈਂਡ ਰਿਫਾਰਮ ਨਾਲ ਵੀ ਕੰਸਰਨ ਹੈਗੇ ਨੇ, ਕੁਐਸਚਨ ਹੋਰ ਵੀ ਹੈਗੇ ਨੇ। ਤੁਸੀਂ ਹਾਂ ਇੱਕ ਬਹੁਤ ਸੋਹਣੀ ਗੱਲ ਆਪ ਹੀ ਐਡਮਿਟ ਕੀਤੀ ਸਟਾਰਟਿੰਗ ਕਿ ਸਾਨੂੰ ਫਤਵਾ ਮਿਲਿਆ, ਸਭ ਕੁਛ ਮਿਲਿਆ, ਪਰ ਸਾਨੂੰ ਫਤਵਾ ਨਹੀਂ ਮਿਲਿਆ। ਉਹ ਟ੍ਰੈਡੀਸ਼ਨਲ ਪਾਰਟੀਆਂ ਦੀ ਨਾ ਕੰਮ ਕਰਨ ਦੇ ਕਰਕੇ ਸਾਨੂੰ ਉਹਨਾਂ ਨੇ ਅਲਟਰਨੇਟਿਵ ਚੂਜ਼ ਕੀਤਾ, ਮੌਕਾ ਦਿੱਤਾ। ਜਿੱਥੇ ਉਹ ਟ੍ਰੈਡੀਸ਼ਨਲ ਪਾਰਟੀਆਂ ਲੋਕਾਂ ਨੇ ਨਹੀਂ ਛੱਡੀਆਂ, ਹੁਣ ਜਾਗਰੂਕ ਲੋਕੀ ਤੇਜ਼ ਹੋ ਗਏ ਨੇ, ਉਹ ਉਹਨਾਂ 'ਚ ਪੇਸ਼ੈਂਸ ਖਤਮ ਹੋ ਚੁੱਕੀ ਹੈ। ਉਹਨਾਂ ਨੇ ਮੌਕਾ ਤੁਹਾਨੂੰ ਦਿੱਤਾ, ਪਰ ਜੇ ਗਲਤੀ ਕੀਤੀ ਗਈ ਤੁਹਾਡੇ ਤੋਂ ਵੀ ਤਾਂ ਉਹਨਾਂ ਨੇ ਫਿਰ ਕੋਈ ਹੋਰ ਭਾਲ ਲੱਭਣੀ ਹੈ। ਐਕਚੁਅਲੀ ਕੋਈ ਰੀਜਨਲ ਪਾਰਟੀ ਦੀ ਉਮੀਦ 'ਚ ਲੋਕੀ ਬੈਠੇ ਨੇ, ਜਦੋਂ ਕਿਤੇ ਅਲਟਰਨੇਟਿਵ ਆ ਗਿਆ ਉਹਨਾਂ ਨੇ ਉਸ ਪਾਸੇ ਜਾਣਾ ਹੈਗਾ। ਇਹਨਾਂ ਚੀਜ਼ਾਂ ਬਾਰੇ ਮੈਂ ਦੇਖਾਂਗਾ ਕਿ ਤੁਸੀਂ ਕਿਵੇਂ ਐਡਰੈਸ ਕਰੋਗੇ। ਸੋ ਇਹ ਮੋਟੇ ਇਸ਼ੂ ਜਿਹੜੇ ਮੈਂ ਸਮਝਦਾ ਹੈਗਾ ਉਹ ਹੈਗੇ ਨੇ, ਤੇ ਤੁਸੀਂ ਇਹਨਾਂ ਨੂੰ ਕਿਵੇਂ ਕਰੋਗੇ। ਬਾਕੀ ਕੁਐਸਚਨ ਮੈਂ ਬਾਅਦ 'ਚ ਦੇਖਾਂਗਾ।
ਡਾਕਟਰ ਸਾਹਿਬ, ਡਾਕਟਰ ਬਲਵੀਰ ਜੀ। ਜੀ ਪਹਿਲਾਂ ਮੈਂ ਡਾਕਟਰ ਸਾਹਿਬ ਦਾ ਸਵਾਲ ਦਾ ਉਹਨਾਂ ਨੇ ਡਰੱਗਸ ਬਾਰੇ ਥੋੜੀ ਗੱਲ ਕੀਤੀ ਸੀ। ਦੇਖੋ ਇਹ ਜਿਹੜਾ ਡਰੱਗਸ ਦਾ ਮੁੱਦਾ ਹੈਗਾ ਇਹ ਕਿਤੇ ਨਾ ਕਿਤੇ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਆਇਆ ਉਹ ਉਦੋਂ ਜਿਹੜੇ ਮਤਲਬ ਖਾੜਕੂ ਸੀ ਜਾਂ ਅੱਤਵਾਦੀ ਸੀ ਉਹਨਾਂ ਦੀ ਜਿਹੜੀ ਫੰਡਿੰਗ ਸੀ ਨਾ ਉਹ ਨਾਰਕੋ ਟੈਰਰਿਜ਼ਮ ਜਿਹਨੂੰ ਅਸੀਂ ਕਹਿੰਦੇ ਹਾਂ, ਮਤਲਬ ਉਹ ਅਕ੍ਰੋਸ ਦਾ ਬਾਰਡਰ ਜਿਹੜੀ ਜ਼ਿਆਦਾ ਉਹਦੀ ਫੰਡਿੰਗ ਹੋ ਰਹੀ ਸੀ। ਤੇ ਉਹ ਲੇਕਿਨ ਉਸ ਪੀਰੀਅਡ ਦੇ ਵਿੱਚ ਕੀ ਹੋਇਆ ਕਿ ਜਿਹੜੀ ਪੁਲਿਸ ਸੀ ਉਹਨਾਂ ਨੂੰ ਮਤਲਬ ਉਹ ਜਦੋਂ ਅੱਤਵਾਦ ਦਾ ਦੌਰ ਖਤਮ ਹੋਇਆ ਤੇ ਪੁਲਿਸ ਤੇ ਪੋਲੀਟੀਸ਼ੀਅਨ ਦਾ ਇੱਕ ਨੈਕਸਸ ਬਣ ਗਿਆ। ਉਹਨਾਂ ਨੇ ਉਹ ਜਿਹੜਾ ਟ੍ਰੇਡ ਸੀਗਾ ਉਹਨਾਂ ਨੇ ਮੋਨੋਪੋਲਾਈਜ਼ ਕਰ ਲਿਆ ਉਹਨੂੰ, ਤੇ ਉਹ ਅਜੇ ਤੱਕ ਵੀ ਉਹ ਚੱਲਦਾ ਰਿਹਾ। ਉਹਦੇ ਚ ਪੈਸਾ ਬਹੁਤ ਜ਼ਿਆਦਾ ਸੀਗਾ, ਮਤਲਬ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਦਾ ਕਾਈਂਡ ਆਫ ਮਨੀ ਉਹਦੇ ਚ ਜਿਹੜੀ ਨਾਰਕੋ ਟੈਰਰਿਜ਼ਮ ਦੇ ਵਿੱਚ ਸੀ, ਜਿਹਦੇ ਨਾਲ ਅੱਤਵਾਦੀਆਂ ਦੀ ਫੰਡਿੰਗ ਹੁੰਦੀ ਸੀ। ਔਰ ਇਟਸ ਵੈਰੀ ਅਨਫੋਰਚੂਨੇਟ ਕਿ ਉਹਦੇ ਨਾਲ ਜਿਹੜੀ ਪੋਲੀਟੀਕਲ ਕਲਾਸ ਦੀ ਫੰਡਿੰਗ ਸ਼ੁਰੂ ਹੋ ਗਈ ਔਰ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਵੀ ਸਵਾਦ ਪੈ ਗਿਆ। ਸੋ ਉਹ ਇੱਕ ਅਜੇ ਵੀ ਉਹ ਜਿਹੜੀ ਬਿਮਾਰੀ ਹੈ ਉਹਨੇ ਬਹੁਤ ਬੁਰੀ ਤਰ੍ਹਾਂ ਅਫੈਕਟ ਕੀਤਾ ਹੈਗਾ ਸਾਡੇ ਸਿਕਿਉਰਿਟੀ ਫੋਰਸਸ ਨੂੰ ਵੀ ਔਰ ਪੋਲੀਟੀਕਲ ਕਲਾਸ ਨੂੰ ਵੀ। ਉਹ ਇੱਕ ਬਹੁਤ ਵੱਡਾ ਚੈਲੰਜ ਹੈ। ਤੁਸੀਂ ਜਿਹੜਾ ਉਹਦੇ ਵਾਸਤੇ ਇਹ ਹੈ ਕਿ ਉਹਦੇ ਚ ਇੱਕ ਬੁਨਿਆਦੀ ਚੀਜ਼ ਹੈ, ਜਿਵੇਂ ਮੈਂ ਚਲੋ ਮਾਫੀਆ ਮੇ ਵੀ ਟੂ ਸਟਰੋਂਗ ਏ ਵਰਡ, ਉਹਦੇ ਚ ਇੱਕ ਬੇਸਿਕ ਚੀਜ਼ ਹੈ ਕਿ ਜੇ ਤੁਹਾਡੇ ਸਰਕਾਰੀ ਸਕੂਲ ਜਦੋਂ ਪਹਿਲਾਂ ਚੰਗੇ ਹੁੰਦੇ ਸੀ, ਜਿਵੇਂ ਮੈਂ ਵੀ ਸਰਕਾਰੀ ਸਕੂਲ ਚ ਪੜ੍ਹ ਕੇ ਡਾਕਟਰ ਬਣਿਆ, ਬਾਕੀ ਸਾਰੇ ਜਿਹੜੇ ਤੁਸੀਂ ਜਿੰਨੇ ਵੀ NRI ਅੱਜ ਹੈਗੇ ਆ ਸਾਰੇ ਮੇਰੀ ਉਮਰ ਦੇ ਮੁੰਡੇ ਆ ਸਾਰੇ ਜਿੰਨੇ ਵੀ ਹੈਗੇ ਆ, ਤੇ ਤੁਸੀਂ ਵੀ ਇੱਥੇ ਸਰਕਾਰੀ ਸਕੂਲਾਂ ਚ ਪੜ੍ਹ ਕੇ ਗਏ ਹੋਗੇ ਹੋ। ਉਦੋਂ ਸਰਕਾਰੀ ਸਕੂਲਾਂ ਦੇ ਟੀਚਰਸ ਡੈਡੀਕੇਟਡ ਹੁੰਦੇ ਸੀ, ਸਮਾਰਟ ਸਕੂਲ ਨਹੀਂ ਹੁੰਦੇ ਸੀ ਲੇਕਿਨ ਟੀਚਰਸ ਡੈਡੀਕੇਟਡ ਸੀ। ਔਰ ਮੈਂ ਇਸੇ ਕਰਕੇ ਮੈਂ ਬੋਰੀ ਤੇ ਬੈਠ ਕੇ ਪੜ੍ਹਿਆ ਲੇਕਿਨ ਡਾਕਟਰ ਬਣ ਗਿਆ। ਉਹਦੇ ਨਾਲ ਜਦੋਂ ਸਰਕਾਰੀ ਸਕੂਲਾਂ ਚ ਗਿਰਾਵਟ ਆਈ ਫਿਰ ਉਹਨਾਂ ਦੀ ਮੋਨੋਪੋਲੀ ਹੋ ਗਈ। ਮੋਨੋਪੋਲੀ ਇਜ਼ ਅ ਬੈਡ ਥਿੰਗ ਐਜ਼ ਯੂ ਨੋ ਇਟ। ਤੇ ਜੇ ਹੁਣ ਵੀ ਸਰਕਾਰੀ ਸਕੂਲ ਠੀਕ ਹੋ ਜਾਣਗੇ ਤੇ ਪਹਿਲਾਂ ਪ੍ਰਾਈਵੇਟ ਸਕੂਲਾਂ ਵਾਲੇ ਛੁੱਟੀਆਂ ਵਿੱਚ ਲੋਕਾਂ ਦੇ ਘਰਾਂ ਜਾਂਦੇ ਸੀਗੇ ਕਿ ਆ ਛੁੱਟੀਆਂ ਵਿੱਚ ਥੋੜੇ ਦਿਨਾਂ ਲਈ ਬੱਚਾ ਸਾਡੇ ਕੋਲ ਭੇਜੋ, ਤੇ ਉਹ ਕੋਸ਼ਿਸ਼ ਕਰਦੇ ਸੀ ਕਿ ਬੱਚਿਆਂ ਨੂੰ 2 3 4 ਚੀਜ਼ਾਂ ਫਟਾਫਟ ਸਿਖਾਉਣ, ਹੋ ਜਾ ਕੇ ਪੇਰੈਂਟਸ ਇੰਪ੍ਰੈਸ ਹੋਣ ਤੇ ਉਹ ਬੱਚਾ ਸਰਕਾਰੀ ਤੋਂ ਕੱਢ ਕੇ ਪ੍ਰਾਈਵੇਟ ਚ ਪਾਉਣ ਉਹਨਾਂ ਨੂੰ। ਇਸੇ ਤਰ੍ਹਾਂ ਜਦੋਂ ਕੋਈ ਨਵਾਂ ਹਸਪੀਟਲ ਖੋਲਦਾ ਸੀਗਾ ਉਹ ਲੋਕਾਂ ਵਿੱਚ ਜਾ ਕੇ ਉਹਨਾਂ ਨੂੰ ਐਜੂਕੇਟ ਕਰਦੇ ਸੀ ਕਿ ਅਸੀਂ ਇੰਨੀਆਂ ਸਹੂਲਤਾਂ ਦੇ ਰਹੇ ਹਾਂ, ਬਹੁਤ ਸਸਤੇ ਰੇਟ ਤੇ ਦੇ ਰਹੇ ਹਾਂ। ਬਟ ਜਦੋਂ ਹੌਲੀ ਹੌਲੀ ਇਸ ਸਰਕਾਰੀ ਹਸਪਤਾਲ ਅਸੀਂ ਖਤਮ ਕਰ ਦਿੱਤੇ ਫਿਰ ਉਹ ਵਾਲਾ ਜਿਹੜਾ ਸੀਗਾ ਉਹ ਬੈਲੈਂਸ ਖਰਾਬ ਹੋ ਗਿਆ। ਆਈ ਥਿੰਕ ਜੇ ਗਵਰਨਮੈਂਟ ਇੰਸਟੀਚਿਊਟਸ ਠੀਕ ਹੋਣਗੀਆਂ, ਇੱਕ ਤਾਂ ਇਹ ਆ। ਦੂਜਾ ਜਿਹੜੀ ਡਰੱਗਸ ਦੀ ਗੱਲ ਹੈ ਕਿ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ 'ਚ ਵੀ ਖਾਸ ਕਰਕੇ ਸਰਕਾਰੀ ਸਕੂਲਾਂ ਵਿੱਚ ਕੋਈ ਖੇਡ ਦਾ ਮੈਦਾਨ ਨਹੀਂ ਹੈ, ਐਜੂਕੇਸ਼ਨ ਸਹੀ ਨਹੀਂ ਹੈ, ਔਰ ਬੱਚਿਆਂ ਨੂੰ ਲੱਗਦਾ ਕਿ ਜੇ ਮੈਂ ਪੜ੍ਹ ਵੀ ਗਿਆ, ਮੈਂ ਡਿਗਰੀ ਲੈ ਵੀ ਲਈ ਤਾਂ ਮੈਨੂੰ ਕੋਈ ਜੌਬ ਨਹੀਂ ਮਿਲਣੀ। ਅਨਐਮਪਲੋਇਮੈਂਟ ਬਹੁਤ ਜ਼ਿਆਦਾ ਹੈਗੀ ਆ। ਸੋ ਜੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਐਡਰੈਸ ਕਰਨਾ ਪਏਗਾ ਕਿ ਆਪਾਂ ਨੂੰ ਬੱਚਿਆਂ ਨੂੰ ਪੜ੍ਹਨ ਦਾ ਮੌਕਾ, ਖੇਡਣ ਦਾ ਮੌਕਾ, ਔਰ ਉਹਨਾਂ ਨੂੰ ਜਿਹੜਾ ਹੈਗਾ ਅੱਗੇ ਜਿਹੜੀਆਂ ਜੌਬ ਓਪਰਚੁਨਿਟੀਜ਼ ਜੇ ਹੋਣਗੀਆਂ ਤਾਂ ਬੱਚੇ ਡਰੱਗਸ ਵੱਲ ਅਟਰੈਕਟ ਨਹੀਂ ਹੋਣਗੇ। ਇਹ ਇੱਕ ਜਿਹੜਾ ਹੈਗਾ ਸਾਰੇ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ, ਇਕੱਲਾ ਗਵਰਨਮੈਂਟ ਦਾ ਕੰਮ ਨਹੀਂ ਹੈ, ਉਹਦੇ 'ਚ ਤੁਸੀਂ ਬਹੁਤ ਵੱਡਾ ਯੋਗਦਾਨ ਪਾ ਸਕਦੇ ਹੋ। ਜਿਸ ਤਰ੍ਹਾਂ ਆਪਾਂ ਫੂਡ ਪ੍ਰੋਸੈਸਿੰਗ ਇਜ਼ ਵਨ, ਸਰਵਿਸ ਇੰਡਸਟਰੀ, ਹੋਰ ਬਹੁਤ ਕੁਝ ਹੈ। ਕੰਸਟਰਕਸ਼ਨ ਇੰਡਸਟਰੀ ਨੂੰ ਰਿਵਾਈਵ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਮੈਂ ਇਨਵਿਸੇਜ ਕਰ ਰਿਹਾ ਕਿ ਆਪਾਂ ਇੱਕ ਰੂਰਲ ਟੂਰਿਜ਼ਮ ਵਾਸਤੇ ਇੱਕ ਨੈਟਵਰਕ ਡਿਵੈਲਪ ਕਰੀਏ, ਰਿਲੀਜੀਅਸ ਟੂਰਿਜ਼ਮ ਦਾ ਬਹੁਤ ਪੋਟੈਂਸ਼ੀਅਲ ਹੈ ਪੰਜਾਬ ਦੇ ਵਿੱਚ, ਉਹ ਸਾਰਾ ਕੁਝ ਹੈ। ਦੂਜੀ ਗੱਲ ਤੁਸੀਂ ਕੀਤੀ ਹੈ, ਜਿਵੇਂ ਹਾਂ ਇਹ ਠੀਕ ਹੈ ਕਿ ਜਿਹੜਾ ਮੈਂਡੇਟ ਹੈ ਉਹਨਾਂ ਦੇ ਖਿਲਾਫ ਹੈ, ਲੇਕਿਨ ਇਹ ਕਿਤੇ ਨਾ ਕਿਤੇ ਮੈਂਡੇਟ ਜਿਹੜਾ ਹੈਗਾ ਜਿਹੜੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਗੁੱਡ ਗਵਰਨੈਂਸ ਜਿਹੜੀ ਦਿੱਲੀ 'ਚ ਉਹਨਾਂ ਨੇ ਕੀਤੀ ਹੈ ਕਿ ਉਹਨਾਂ ਨੇ ਉੱਥੇ ਸਕੂਲ ਠੀਕ ਕੀਤੇ, ਉਹਨਾਂ ਨੇ ਹਸਪਤਾਲ ਕੀਤੇ। ਸੋ ਪੰਜਾਬ ਦੇ ਲੋਕਾਂ ਨੇ ਉਹ ਵਾਲਾ ਜਿਹੜਾ ਮਾਡਲ ਹੈ ਉਹਦੇ ਵਾਸਤੇ ਵੀ ਵੋਟ ਕੀਤਾ, ਮਤਲਬ ਉਹ ਇੱਕ ਬਹੁਤ ਵੱਡਾ ਫੈਕਟਰ ਹੈ ਇਹਦੇ ਵਿੱਚ, ਸਾਨੂੰ ਨਹੀਂ ਭੁੱਲਣਾ ਚਾਹੀਦਾ। ਦਿਸ ਇਜ਼ ਨਾਟ ਅਰਵਿੰਦ ਕੇਜਰੀਵਾਲ ਵਰਸਸ ਭਗਵੰਤ ਮਾਨ ਔਰ ਦਿੱਲੀ ਵਰਸਸ ਪੰਜਾਬ। ਇਹ ਇੱਕ ਟੀਮ ਵਰਕ ਹੋਏਗਾ ਨਾ। ਵੀ ਹੈਵ ਅ ਵੈਰੀ ਟਾਲ ਲੀਡਰ ਨੈਸ਼ਨਲ ਲੈਵਲ ਤੇ, ਜਿਸ ਤਰ੍ਹਾਂ ਸ਼੍ਰੀ ਮੋਦੀ ਜੀ ਦੀ ਜੋ ਇੱਕ ਮਤਲਬ ਸ਼ਾਹ ਐਂਡ ਮੋਦੀ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਇੱਕ ਤੁਸੀਂ ਕਹਿ ਲਓ ਜਿਵੇਂ ਫਿਰਕਾ ਪ੍ਰਸਤ, ਜਿਵੇਂ ਇੱਕ ਸੋਡੋ ਰਿਲੀਜਨ ਔਰ ਇੱਕ ਜਿਹੜਾ ਹੈਗਾ ਇੱਕ ਝੂਠਾ ਰਾਸ਼ਟਰਵਾਦ ਦਾ ਬਿਰਤਾਂਤ ਉਹਨਾਂ ਨੇ ਬੁਣਿਆ ਹੈਗਾ ਧਰਮ ਦੇ ਨਾਂ ਤੇ। ਔਰ ਜਿਸ ਤਰ੍ਹਾਂ ਦੀ ਉਹ ਰਾਜਨੀਤੀ ਕਰਦੇ ਆ, ਜੇ ਉਹਨੂੰ ਕੋਈ ਕਾਊਂਟਰ ਕਰ ਸਕਦੇ ਆ ਤਾਂ ਉਹਨੂੰ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਇਹ ਦੋਨੋਂ ਮਿਲ ਕੇ ਕਰ ਸਕਦੇ ਆ। ਸੋ ਦਿਸ ਇਜ਼ ਅ ਵੈਰੀ ਫੋਰਸਫੁਲ ਕੰਬੀਨੇਸ਼ਨ। ਔਰ ਅਰਵਿੰਦ ਕੇਜਰੀਵਾਲ ਕੋਲ ਉਹ ਸਟ੍ਰੈਟਜੀ ਹੈਗੀ ਆ, ਹੀ ਕੈਨ ਕਾਊਂਟਰ ਮੋਦੀ। ਭਗਵੰਤ ਮਾਨ ਕੈਨ ਬੀ ਮਤਲਬ ਹਿਸ ਸਟਰੈਂਥ ਐਂਡ ਹਿਸ ਰਾਈਟ ਹੈਂਡ ਮੈਨ, ਯੂ ਸੀ। ਸੋ ਇਸ ਕਰਕੇ ਇਹਨੂੰ ਆਪਾਂ ਇਸ ਤਰ੍ਹਾਂ ਨਾ ਦੇਖੀਏ ਵੀ ਜਿਹੜਾ ਸੱਤਾ ਦਾ ਸੈਂਟਰ ਕੌਣ ਹੈ। ਆਪਾਂ ਨੂੰ ਇਸ ਵੇਲੇ ਜਿਹੜਾ ਵੱਡਾ ਚੈਲੰਜ ਹੈ ਉਹ ਇੱਕ ਜਿਹੜੀ ਫਿਰਕਾ ਪ੍ਰਸਤ ਵਾਲੀ ਰਾਜਨੀਤੀ ਹੈ, ਉਹ ਦੇਸ਼ ਵਾਸਤੇ, ਦੁਨੀਆ ਵਾਸਤੇ, ਇਸ ਰੀਜਨ ਵਾਸਤੇ, ਸਾਊਥ ਏਸ਼ੀਆ ਵਾਸਤੇ ਜਿਹੜਾ ਕਿ ਇਸ ਵੇਲੇ ਬਹੁਤ ਵੱਡਾ ਖਤਰਾ ਉਹਨੂੰ ਮੈਂ ਸਮਝਦਾ। ਤੇ ਆਪਾਂ ਇਹਨੂੰ ਇੱਕ ਕਲੈਕਟਿਵ ਲੀਡਰਸ਼ਿਪ ਔਰ ਇੱਕ ਕਲੈਕਟਿਵ ਜਿਹੜਾ ਹੈਗਾ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ। ਇਹਦੇ ਵਿੱਚ ਵੀ ਸਾਨੂੰ ਉਸ ਸੰਦਰਭ ਵਿੱਚ ਦੇਖਣਾ ਚਾਹੀਦਾ ਕਿ ਜਿਹੜੀਆਂ ਸਾਡੀਆਂ ਨੈਸ਼ਨਲ ਪ੍ਰਾਇਰਟੀਜ਼ ਆ ਉਹਦੇ ਵਿੱਚ ਵੀ ਇਹ ਬਹੁਤ ਅੱਛੀ ਟੀਮ ਹੈ। ਐਂਡ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਦੋਨੋਂ ਲੀਡਰ ਜਿਹੜੇ ਹੈਗੇ ਆ ਮਿਲ ਕੇ
ਇਹ ਉਹਦੇ ਵਿੱਚ ਵੱਡਾ ਯੋਗਦਾਨ ਪਾ ਸਕਦੇ ਆ। ਥੈਂਕ ਯੂ ਜੀ। ਚੀਮਾ ਸਾਹਿਬ ਤੁਸੀਂ ਸਿਰ ਲਾਉਂਦੇ ਸੀ, ਮੈਨੂੰ ਪਤਾ ਤੁਹਾਡੀ ਨੈਕਸਟ ਆਉਣਾ, ਉਸ ਤੋਂ ਬਾਅਦ ਆਉਣਾ ਥੋੜਾ ਜਿਹਾ, ਕਿ ਬਲਵਿੰਦਰ ਨੂੰ ਟਾਈਮ ਦੇਵਾਂ। ਬੜੈਚ ਸਾਹਿਬ ਹਾਂਜੀ, ਨੂੰ। ਨਹੀਂ ਠੀਕ ਹੈ, ਜਦੋਂ ਇੱਕ ਟਾਈਮ ਮਿੰਟ ਬਲਵਿੰਦਰ ਜੀ, ਬੜੈਚ ਜੀ ਆਪਣਾ ਅਨਮਿਊਟ ਕਰ ਲਓ। ਬਲਵਿੰਦਰ ਜੀ, ਬਲਵਿੰਦਰ ਬੜੈਚ ਜੀ ਅਨਮਿਊਟ ਪਲੀਜ਼। ਥੈਂਕ ਯੂ। ਫਿਰ ਸਮਰਾ ਸਾਹਿਬ ਇਸ ਤੋਂ ਬਾਅਦ। ਹਾਂਜੀ ਬਲਵਿੰਦਰ ਜੀ। ਹਾਂਜੀ ਭਾਜੀ, ਇੰਟਰੋਡਕਸ਼ਨ ਕਰਾ ਦਵਾਂ। ਬਲਬੀਰ ਸਿੰਘ ਡਾਕਟਰ ਜੀ, ਬਲਵਿੰਦਰ ਜੀ ਬੜੈਚ ਜੀ ਆਪਣੇ ਪਿੰਡ ਦੀ ਬੜੀ ਸੇਵਾ ਕਰਦੇ ਆ। ਮੈਂ ਕਹਿੰਦਾ ਪਤਾ ਨਹੀਂ, ਮੈਂ ਕਹਿ ਹੀ ਨਹੀਂ ਸਕਦਾ, ਅਨਲਿਮਿਟਿਡ ਹੀ ਕਰਦੇ ਨੇ, ਜਿਹੜਾ ਕਿ ਅਨਬਲੀਵੇਬਲ। ਤੇ ਕਿਹੜਾ ਪਿੰਡ ਹੈ ਜੀ? ਕੈਂਪ ਦੇ ਵਿੱਚ ਵੀ ਸੇਵਾ ਕੀਤੀ ਆ, ਜਿਹੜਾ ਕਿਸਾਨ ਮੂਵਮੈਂਟ ਦੇ। ਹਾਂ ਬਲਵਿੰਦਰ ਜੀ, ਗੋ ਹੈਡ। ਬੜਾ ਸਾਹਿਬ, ਆਵਾਜ਼ ਨਹੀਂ ਆ ਰਹੀ। ਡਾਕਟਰ ਸਾਹਿਬ ਪੁੱਛਦੇ ਮੇਰਾ ਪਿੰਡ, ਮੈਂ ਕਿਹਾ ਮੇਰਾ ਪਿੰਡ ਹੈਗਾ ਬਿੱਲੀ ਬੇੜਾ ਚ, ਮੱਸੀਆਂ ਦੇ ਲਾਗੇ ਪੈਂਦਾ ਹੈਗਾ। ਓਕੇ। ਹਾਂਜੀ, ਮੈਨੂੰ ਆ ਕੇ ਮਤਲਬ 32-33 ਸਾਲ ਇੱਥੇ ਆਏ ਨੂੰ ਹੋ ਗਏ ਆ। 54 ਸਾਲ ਮੇਰੀ ਉਮਰ ਹੈਗੀ ਆ। 4-5 ਵਾਰ ਮੈਂ ਵਾਪਸ ਇੰਡੀਆ ਜਾ ਕੇ ਆਇਆ ਹਾਂ, ਤੇ ਸਾਨੂੰ ਖੁਸ਼ੀ ਬੜੀ ਹੁੰਦੀ ਆ। ਪਰ ਉੱਥੇ ਜਾਂਦੇ ਹੈਗੇ ਆ, ਸਾਨੂੰ ਕੋਈ ਸਿਸਟਮ ਦੇਖਦਾ ਨਹੀਂ ਹੁੰਦਾ, ਪਰ ਅਸੀਂ ਬੋਲ ਨਹੀਂ ਸਕਦੇ ਹੁੰਦੇ। ਫਿਰ ਸਾਨੂੰ ਏਦਾਂ ਹੁੰਦਾ, ਮਹੀਨਾ ਲਾਉਣਾ ਹੁੰਦਾ, ਰਹਿ ਗਿਆ ਜੀਦਾ ਵਾ। ਜਿਹੜੀਆਂ ਗੱਲਾਂ ਜਿਹੜੀਆਂ ਜੋ ਹੁਣ ਸੁਣਦੇ ਆ ਭਗਵੰਤ ਮਾਨ ਕਰਦਾ ਵਾ, ਬੜੀ ਸਾਨੂੰ ਖੁਸ਼ੀ ਦੀ ਲਹਿਰ ਹੁੰਦੀ ਇਹਦੇ ਵਿੱਚ ਹੈਗੀ ਆ। ਜੋ ਕੱਲ ਉਹਨਾਂ ਨੇ ਗੱਲ ਕੀਤੀ ਸੀ ਵੀ ਜੇਲ੍ਹਾਂ ਦੇ ਵਿੱਚੋਂ VIP ਸਿਸਟਮ ਖਤਮ ਕਰਨਾ ਵਾ, ਉਹ ਬਹੁਤ ਹੀ ਮੈਨੂੰ ਵਧੀਆ ਜੀ ਗੱਲ ਲੱਗੀ। ਵੀ ਬੰਦਾ ਹੋਵੇ ਕ੍ਰਿਮੀਨਲ ਤੇ ਜੇਲ੍ਹ ਜਾ ਕੇ ਉਹਨੂੰ VIP ਸਰਵਿਸ ਮਿਲਦੀ ਹੋਵੇ, ਉਹ ਬਾਲੀ ਵੱਡੀ ਗੱਲ ਨਹੀਂ। ਉਹਨੂੰ ਪਨਿਸ਼ ਹੋਣੀ ਚਾਹੀਦੀ ਹੈਗੀ ਆ, ਵੀ ਤੂੰ ਬਾਹਰ ਆ ਕੰਮ ਕੀਤਾ, ਤੈਨੂੰ ਪਨਿਸ਼ ਮਿਲਣੀ ਇਹਨਾਂ ਚੀਜ਼ਾਂ ਦੀ। ਜੋ ਇਹ ਹੈਗਾ ਸਾਨੂੰ ਬੜੀ ਮਤਲਬ ਬਹੁਤ ਸਾਨੂੰ ਏਦਾਂ ਲੱਗਦਾ ਵਾ ਵੀ ਸਾਨੂੰ ਕੋਈ ਨਾ ਕੋਈ ਫਰੈਸ਼ ਤਾਂ ਮਿਲਿਆ ਵਾ ਭਗਵੰਤ ਮਾਨ, ਜਿਹੜਾ ਜੋ ਪੰਜਾਬ ਲਈ ਕਰੂਗਾ ਉਹ। ਓਕੇ ਬਲਵਿੰਦਰ ਜੀ, ਤੁਸੀਂ ਪਿੰਡ ਦਾ ਕੀ ਮਤਲਬ ਥੋੜਾ ਜਿਹਾ ਸਟੈਪ ਲਏ ਨੇ, ਐਜੂਕੇਸ਼ਨ ਦਾ ਕੀਤਾ ਜਾਂ ਕੀ ਤੁਸੀਂ ਉਹਨੇ ਸਪੋਰਟ ਕੀਤੀ ਹੈ ਥੋੜਾ ਜਿਹਾ ਪਿੰਡ ਦੀ ਆਪਦੀ? ਅਸੀਂ ਜਿੱਦਾਂ ਅਸੀਂ 2011 ਸਾਡੇ ਪਿੰਡ ਅਸੀਂ ਸਕੂਲ, ਸਾਡੇ ਪਿੰਡ ਹੈਗਾ ਧਾਰਮਿਕ ਗੁਰੂ ਘਰ ਹੈਗਾ 7ਵੇਂ ਪਾਤਸ਼ਾਹ ਜੀ ਦਾ। ਅਸੀਂ ਪਿੰਡ ਵਿੱਚ ਸਾਡੇ ਸਕੂਲ ਬਣਾਇਆ ਸੀਗਾ, ਪਰ ਮਾਫ ਕਰੋ ਜਿਹੜੇ ਬਾਬੇ ਆ ਨਾ, ਇਹ ਸਾਨੂੰ ਬੜਾ ਤੰਗ ਕਰਦੇ ਆ। ਉੱਥੇ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਸਾਡੇ ਵਾ, ਉਹ ਸਾਨੂੰ ਬੜਾ ਹੀ ਤੰਗ ਕਰ ਰਿਹਾ ਵਾ। ਅਸੀਂ ਚਾਹੁੰਦੇ ਵੀ ਸਕੂਲ ਨੂੰ ਅਸੀਂ ਜੇ ਪ੍ਰਾਈਵੇਟ ਵੀ ਹੈਗਾ ਵਾ, ਅਸੀਂ ਉਨੀ ਕੁ ਲੋਕਾਂ ਦੇ ਕੋਲੋਂ ਤਨਖਾਹ ਲਈਏ ਵੀ ਜਿੰਨਾ ਵਧੀਆ ਤਰੀਕੇ ਨਾਲ ਉਹਨੂੰ ਚਲਾ ਸਕੀਏ। ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ, ਮੈਂ ਆਪਦੇ ਪ੍ਰਾਇਮਰੀ ਸਕੂਲ 'ਚ ਪੜ੍ਹਿਆ ਵਾਂ। ਉਸ ਟਾਈਮ ਸਾਡੇ ਪ੍ਰਾਇਮਰੀ ਸਕੂਲ 'ਚ 4 ਟੀਚਰ ਹੁੰਦੇ ਸੀਗੇ। ਇਸ ਟਾਈਮ ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਬੰਦ ਹੋਇਆ ਪਿਆ ਵਾ। ਬਲਬੀਰ ਸਿੰਘ ਜੀ ਨੂੰ ਕੁਐਸਚਨ ਕਰੋ, ਕੋਈ ਜਿਹੜਾ ਕਰਨਾ ਤੁਸੀਂ ਕਰਨਾ, ਵੀ ਕੀ ਕਰਨਾ, ਥੋੜਾ ਹੈਲਪ ਕਰਨੀ ਬਲਬੀਰ ਸਿੰਘ ਜੀ ਨੂੰ, ਡਾਕਟਰ ਸਾਹਿਬ ਨੂੰ, ਬੜਾ ਸਾਹਿਬ। ਇਹਨਾਂ ਨੂੰ ਮੈਂ ਇਹ ਕਹਿੰਦਾ ਵੀ ਜੋ ਵੀ ਹੈਗਾ ਵਾ, ਜਿੰਨੀਆਂ ਵੱਧ ਤੋਂ ਚੰਗੀਆਂ ਸਲਾਹਾਂ ਦੇ ਕੇ ਤੁਸੀਂ ਕੋਈ ਨਾ ਕੋਈ ਸਿਸਟਮ, ਕਿਉਂ ਸਿਸਟਮ ਬੜਾ ਕਰਪਟ ਹੋਇਆ ਪੰਜਾਬ ਦਾ, ਮਤਲਬ ਵੀ ਥੋੜਾ ਨੀਗਾ, ਇਹ ਟਾਣੀ ਬਾਲੀ ਜ਼ਿਆਦਾ ਵੱਡੀ ਉਲਝੀ ਹੋਈ ਆ। ਕਿਉਂ ਓਪੋਜੀਸ਼ਨ ਵਾਲੇ ਤੇ ਬੈਠੇ ਰੋਜ਼ ਹੀ ਕਰੀ ਜਾਂਦੇ ਆ। ਤੁਹਾਨੂੰ ਹੁਣ ਸੁਨੇਹੇ ਆ ਗਏ 2 ਮਹੀਨੇ ਤੁਸੀਂ ਉਹਦੇ ਕੋਲ ਪ੍ਰੋਜੈਕਸ਼ਨ ਮੰਗੀ ਜਾਂਦੇ, ਆਓ ਹੋ ਜਾਵੇ ਜੋ ਹੋ ਜਾਵੇ, ਤੇ ਤੁਹਾਡੇ ਕੋਲ 5 ਕਰ ਹੋਈ। ਬਹੁਤ ਅੱਛੀ ਗੱਲ ਆ। ਆਪਣੇ ਤੁਹਾਡੇ ਨਾਲ ਹੀ ਆਪਾਂ ਡਾਕਟਰ ਸਾਹਿਬ ਜਵਾਬ ਦੇ ਦਿਓ ਇਹਨਾਂ ਦੇ ਨਾਲ। ਆਪਣੇ ਹਰਭਜਨ ਸਿੰਘ ਓਕਰਾ ਕਈ ਕਹਾਉਂਦੇ ਆ ਜੀ, ਬੜੇ ਮਸ਼ਹੂਰ ਨੇ, ਇਹਨਾਂ ਦੇ ਨਿਊਯਾਰਕ ਟਾਈਮ ਦੇ ਵਿੱਚ ਵੀ ਆਉਂਦਾ ਰਿਹਾ। ਹਰਭਜਨ ਓਕਰਾ ਬੜਾ ਪੰਜਾਬ ਦਾ ਵੀ ਕੋਸ਼ਿਸ਼ ਕਰਨਾ ਚਾਹੁੰਦੇ ਆ, ਫੂਡ ਪ੍ਰੋਸੈਸਿੰਗ ਦਾ ਮਾਡਲ। ਚਰਨਜੀਤ ਬਾਠ ਨਾਲ ਰਲ ਕੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕੋਈ ਮਾਡਲ ਤਿਆਰ ਕਰ ਦਈਏ, ਤੁਹਾਡਾ ਸਾਰਾ ਪੰਜਾਬ ਉਹਦੇ ਮਗਰ ਹੀ ਲੱਗੇ। ਵੀ ਵਿਲ ਵਰਕ ਆਨ ਦੈਟ। ਹਰਭਜਨ ਸਮਰਾ ਜੀ, ਗੋ ਹੈਡ ਪਲੀਜ਼। ਹਰਭਜਨ ਸਮਰਾ ਫਰੋਮ ਲਾਸ ਐਂਜਲਸ। ਹਰਭਜਨ। ਸਤਿ ਸ਼੍ਰੀ ਅਕਾਲ ਜੀ ਸਾਰੇ ਪਾਰਟਿਸਪੈਂਟਸ ਨੂੰ, ਤੇ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸੋ ਪੰਜਾਬ ਇਸ ਵੇਲੇ, ਪਹਿਲੀ ਤੇ ਗੱਲ ਹੈ ਪੰਜਾਬ ਹਮੇਸ਼ਾ, ਤੇ ਜਿਹੜੀ ਚੇਂਜ ਹੈ ਜਿਹੜੀ ਖਾੜਕੂ ਬਾਅਦ ਚੋਂ ਆ, ਉਹਦਾ ਵੀ ਲੋਕੀ ਚੇਂਜ ਹੀ ਲੱਭਦੇ ਸੀ, ਪਰ ਹੁਣ ਜਿਹੜੀ ਆਈ ਆ ਅਸਲੀ ਦੂਜੀਆਂ ਦੀਆਂ ਨਕਾਮੀਆਂ ਨਾ, ਬੜੇ ਸਾਲੋਂ ਤੋਂ ਉਹਨਾਂ ਨੇ ਜੋ ਵੀ ਲੁੱਟ ਖਸੁੱਟ ਕੀਤੀ, ਹੁਣ ਇੱਕ ਲੋਕਾਂ ਦੀ ਹੋਪ ਆ ਜਿਹੜੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚੋਂ ਲੱਭੀ ਆ। ਪਰ ਲੱਕੀਲੀ ਜਿਹੜਾ ਬੰਦਾ ਇਹਦਾ ਲੀਡਰ ਹੈ ਇਸ ਵੇਲੇ ਭਗਵੰਤ ਮਾਨ ਸਾਹਿਬ, ਉਹਨੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੋਬਲਮਾਂ ਹਮੇਸ਼ਾ ਉਹਨੇ ਡਰਾਮਿਆਂ 'ਚ ਹੀ ਡਿਸਕਸ ਕੀਤੀਆਂ ਹੋਈਆਂ। ਸੋ ਐਵਰੀਥਿੰਗ ਇਜ਼ ਇਨ ਹਿਜ਼ ਮਾਈਂਡ। ਪਰ ਉਹਦੇ ਨਾਲ ਜਿਹੜੀ ਤੁਹਾਡੀ ਟੀਮ 92 ਬੰਦਿਆਂ ਦੀ ਮਿਲੀ ਆ, ਸਾਰੇ ਜਿਹੜੇ ਇੰਟੈਲੀਜੈਂਟ ਬੰਦੇ ਜਿਹੜੇ ਆਮ ਵਰਗ ਦੇ ਵਿੱਚੋਂ ਹੈਗੇ ਆ, ਜਿਨ੍ਹਾਂ ਨੂੰ ਆਮ ਬੰਦਿਆਂ ਦੀ ਪ੍ਰੋਬਲਮ ਦਾ ਪਤਾ, ਆਈ ਥਿੰਕ ਉਹ ਸਿੰਸੀਅਰਲੀ ਉਹਨਾਂ ਦੀ ਸਪੋਰਟ ਕਰਨਗੇ। ਲੱਗਦਾ ਨਹੀਂ ਵੀ ਕੋਈ ਵੀ ਪ੍ਰੋਬਲਮ ਏਡੀ ਵੱਡੀ ਹੁੰਦੀ ਜਿਹੜੀ ਸੋਲਵ ਨਹੀਂ ਹੋ ਸਕਦੀ। ਫਾਈਨੈਂਸ਼ੀਅਲ ਪ੍ਰੋਬਲਮ ਵੀ ਪੰਜਾਬ ਦੀ ਸੋਲਵ ਕਰਨੀ ਕੋਈ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਜਿੰਨੇ ਸਾਰੇ ਬੰਦੇ ਹੈਗੇ, ਜਦੋਂ ਪੈਸਾ ਥਾਂ ਦੀ ਥਾਂ ਆਉਣ ਲੱਗ ਪਿਆ ਤੇ ਜਾਣ ਲੱਗ ਪਿਆ, ਇਹ ਸਾਰਾ ਕੁਝ ਠੀਕ ਹੋ ਜਾਣਾ। ਵੀ ਹੈਵ ਬਿਗ ਪੋਜ਼ਿਟਿਵ ਹੋਪ ਔਨ ਦੈਟ। ਤੇ ਬਾਕੀ ਸਾਰਾ ਜਿਹੜਾ ਤੁਸੀਂ ਜੋ ਵੀ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਆ। ਸੈਕੰਡਲੀ ਜਿਹੜਾ ਕਾਰਪੋਰੇਟ ਵਰਲਡ ਆ, ਨਾਟ ਓਨਲੀ ਇਨ ਇੰਡੀਆ ਔਰ ਪੰਜਾਬ, ਸਾਰੀ ਦੁਨੀਆ ਤੇ ਵੱਧਦਾ ਜਾ ਰਿਹਾ ਹੈ।
ਪਰ ਓਨਲੀ ਥਿੰਗ ਜਿਹੜਾ ਕਾਰਪੋਰੇਟਸ ਵੀ ਨੀਡ ਟੂ ਫॉर ਐਫੀਸ਼ੀਐਂਸੀ, ਪਰ ਜਿਹੜਾ ਉਹਨਾਂ ਦਾ ਕੰਟਰੋਲ ਆ ਉਹ ਗਵਰਨਮੈਂਟ ਦੇ ਹੱਥਾਂ 'ਚ ਰਹਿਣਾ ਚਾਹੀਦਾ, ਨਾ ਕਿ ਜਿਹੜੇ ਇਲੈਕਟਡ ਲੀਡਰ ਆ ਉਹਨਾਂ ਦੇ ਕਮਿਸ਼ਨ ਏਜੰਟ ਬਣ ਜਾਣ ਤੇ ਉਹਨਾਂ ਦੇ ਹੱਕ ਦੇ ਸਾਰਾ ਕੁਝ ਕਰਨ। ਆਮ ਪਬਲਿਕ ਸ਼ੁੱਡ ਬੀ ਪ੍ਰੋਟੈਕਟਡ। ਇਹ ਅਮਰੀਕਾ 'ਚ ਵੀ ਉਹ ਹਾਲ ਆ ਤੇ ਇੰਡੀਆ 'ਚ ਵੀ। ਇੰਡੀਆ 'ਚ ਥੋੜਾ ਜਿਹਾ ਕਮਰਸ਼ੀਅਲ ਹੋ ਜਾਂਦੀ ਹਰ ਇੱਕ ਚੀਜ਼, ਇੱਥੇ ਫਿਰ ਵੀ ਅੰਡਰ ਕੰਟਰੋਲ ਆ, ਪਰ ਉਹ ਪੈਂਚ ਇੱਥੇ ਵੀ ਹੈਗਾ। ਕਾਰਪੋਰੇਸ਼ਨ ਚਾਹੀਦੀਆਂ ਵੀ ਹੈ, ਪਰ ਇਹਨਾਂ ਦਾ ਕੰਟਰੋਲ ਇਲੈਕਟਡ ਅਫੀਸ਼ੀਅਲ ਦੇ ਕੋਲ ਹੋਣਾ ਚਾਹੀਦਾ ਜਿਹੜੇ ਉਹਨਾਂ ਨੂੰ ਮੈਂਡੇਟ ਕਰਨ। ਸੈਕੰਡਲੀ ਜਿਹੜੀ ਫਾਰਮਿੰਗ ਹੈਗੀ ਆ, ਆਮ ਇਨ ਵਿਦ ਦਾ ਫਾਰਮਿੰਗ ਇੰਡਸਟਰੀ। ਸੋ ਜਿਹੜੀ ਤੁਸੀਂ ਡਿਵਰਸਿਫਿਕੇਸ਼ਨ ਕਰ ਰਹੇ ਆ, ਐਕਚੁਅਲੀ ਜਿੰਨਾ ਵੀ ਸਮਾਨ ਤੁਹਾਡਾ ਬਾਹਰੋਂ ਇੰਪੋਰਟ ਹੁੰਦਾ, ਪੰਜਾਬ ਇੱਕ ਇਹੋ ਜਿਹਾ ਕਲਾਈਮੇਟ ਆ ਕਿ ਯੂ ਕੈਨ ਗਰੋ ਸੋ ਮਚ ਓਵਰ ਦੇਅਰ। ਜਿਹੜੀ ਵੀ ਚੀਜ਼ ਡਾਟਾ ਲੈ ਕੇ ਜਿਹੜੀ ਵੀ ਬਾਹਰੋਂ ਆਉਂਦੀ ਹੈ, ਜਿਹੜੀ ਪੰਜਾਬ ਵਿੱਚ ਗਰੋ ਹੋ ਸਕਦੀ ਆ, ਉਸੇ ਚੀਜ਼ ਨੂੰ ਉਹਦੀ ਇੰਪੋਰਟ ਕਾਸਟ ਕੱਟ ਕੇ ਤੁਸੀਂ ਪੰਜਾਬ ਦੇ ਵਿੱਚ ਫਾਰਮਰਜ਼ ਨੂੰ ਉਹਨੂੰ ਗਰੋ ਕਰਨ ਲਈ ਗ੍ਰਾਂਟਸ ਵਗੈਰਾ ਦਿਓ ਤੇ ਉਹਨਾਂ ਨੂੰ ਕੋਈ ਟੈਕਨੋਲੋਜੀ ਨਾ ਹੋ ਜਿਹੜੀ ਯੂਨੀਵਰਸਿਟੀ ਦੇ ਥਰੂ, ਉਹ ਸਾਰੇ ਸਿਸਟਮ ਦੇ ਥਰੂ ਉਹਨਾਂ ਨੂੰ ਮੋਟੀਵੇਟ ਕਰੋ ਤਾਂ ਕਿ ਉਹ ਕਣਕ ਦੇ ਝੋਨੇ ਦੇ ਚੱਕਰ ਚੋਂ ਨਿਕਲਣ। ਤੇ ਜਿਸ ਤਰ੍ਹਾਂ ਹੁਣ ਝੋਨੇ ਦਾ ਕਰ ਰਹੇ ਆ, ਪਾਣੀ ਤੋਂ ਡਾਇਰੈਕਟ ਹੈਗੀ ਆ, ਜੋ ਵੀ ਇਦਾਂ ਦੇ ਮੈਥਡ ਹੈਗੇ ਆ, ਦੇ ਸ਼ੁੱਡ ਬੀ ਪ੍ਰਮੋਟਡ। ਤੇ ਇਸ ਲਾਟ ਆਫ ਲਾਈਕ ਕਾਫੀ ਲੋਕਾਂ ਨੂੰ ਜਿਹੜਾ ਰੁਜ਼ਗਾਰ ਆ ਫਾਰਮਿੰਗ ਦੇ ਵਿੱਚੋਂ ਹੀ, ਜੇ ਉਹ ਪ੍ਰੋਡਕਟਿਵ ਹੋ ਜਾਏ ਤਾਂ ਇੰਪੋਰਟ ਘਟੇਗੀ। ਨੰਬਰ 2 ਤੇ ਉਹਨਾਂ ਦੇ ਜਦ ਦਾਲਾਂ ਦੀ MSP ਦੇਣ ਦੀ ਗੱਲ ਕੀਤੀ ਆ ਤੇ ਹੋਰ ਚੀਜ਼ਾਂ ਦੀ ਕੀਤੀ ਆ, ਦੈਟਸ ਅ ਵੈਰੀ ਗੁੱਡ ਸਟੈਪ, ਤਾਂ ਕਿ ਲੋਕਾਂ ਨੂੰ ਆਪਣੇ ਆਪ ਹੀ ਅਟਰੈਕਸ਼ਨ ਹੈ ਜਿਹੜੀ ਉਧਰ ਹੋ ਜਾਏ। ਬਾਕੀ ਦੀਆਂ ਚੀਜ਼ਾਂ ਤਾਂ ਸਾਰੀਆਂ ਜੋ ਐਡਮਿਨਿਸਟ੍ਰੇਟਿਵ ਦੀਆਂ ਕੁਛ ਵੀ ਆ। ਸੈਕੰਡਲੀ ਜਿੱਦਾਂ ਅਸੀਂ ਅੱਜ ਕੱਲ੍ਹ ਇੱਥੇ ਸੁਣ ਰਹੇ ਹਾਂ ਜ਼ਿਆਦਾ ਲਾ ਐਂਡ ਆਰਡਰ, ਇਹਦੇ ਤੇ ਤੁਹਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਆ ਵੀ ਇਹ ਏਦਾਂ ਵਾਈਲਡ ਨਾ ਹੋ ਜਾਏ ਕਿਤੇ। ਜਿਹੜੀਆਂ ਦੂਸਰੀਆਂ ਪਾਰਟੀਆਂ, ਦੂਜੇ ਬੰਦੇ, ਦੂਜੇ ਗਰੁੱਪ ਆ, ਦੇ ਵਿਲ ਡੂ ਐਵਰੀਥਿੰਗ ਟੂ ਐਨਕਰੇਜ ਇਟ ਤਾਂ ਕਿ ਤੁਹਾਡੀ ਪਾਰਟੀ ਨੂੰ ਬਦਨਾਮ ਕੀਤਾ ਜਾ ਸਕੇ। ਇਹ ਲਾ ਐਂਡ ਆਰਡਰ ਦੇ ਉੱਤੇ ਤੁਹਾਨੂੰ ਯੂ ਸ਼ੁੱਡ ਫੋਕਸ ਔਨ ਇਟ ਅਰਜੈਂਟਲੀ ਤਾਂ ਕਿ ਇਹ ਚੀਜ਼ ਜਿਹੜੀ ਆ ਬਾਹਰ ਨਾ ਨਿਕਲੇ। ਓਕੇ ਜੀ। ਆਪਣੇ ਬਲਵੀਰ ਸਿੰਘ ਜੀ, ਇਹਨਾਂ ਦੀ ਇਕਨੋਮਿਕਸ ਵੀ ਕੀਤੀ ਆ ਮਾਸਟਰ ਡਿਗਰੀ, ਔਰ ਬੜੇ ਤਰੀਕੇ ਨਾਲ ਸੋਚਦੇ ਰਹਿੰਦੇ ਆ ਪੰਜਾਬ ਦਾ ਹਰ ਜੀ। ਬਲਵੀਰ ਸਿੰਘ ਜੀ ਡਾਕਟਰ ਸਾਹਿਬ ਜੀ ਬੜੇ ਅੱਛੇ ਇਹਨਾਂ ਨੇ ਸੁਜੈਸ਼ਨਸ ਦਿੱਤੇ ਆ ਜੀ। ਅਸੀਂ ਉਹਨਾਂ ਦੇ ਉੱਤੇ ਸਾਰਿਆਂ ਤੇ ਜਿਹੜਾ ਹੈਗਾ ਅਸੀਂ ਆਲਰੇਡੀ ਕੰਮ ਕਰ ਵੀ ਰਹੇ ਹਾਂ, ਹੋਰ ਵੀ ਜ਼ਿਆਦਾ ਅਸੀਂ ਫੋਕਸ ਕਰਕੇ ਉਹਦੇ ਨਾਲ ਅਸੀਂ ਇਹਨਾਂ ਸਾਰੇ ਸੁਜੈਸ਼ਨਸ ਤੇ ਕੰਮ ਕਰਾਂਗੇ। ਔਰ ਮੈਂ ਸਗੋਂ ਚਾਹੁੰਦਾ ਕਿ NRI ਸਾਨੂੰ ਇੱਕ ਮਾਡਲ ਬਣਾ ਕੇ ਦੇ ਦੇਣ। ਫੋਰ ਐਗਜ਼ਾਮਪਲ ਮੈਂ ਇੱਕ ਪਿੰਡ ਅਡਾਪਟ ਕੀਤਾ ਜਿਹੜਾ ਵਿਲੇਜ ਲੰਗ ਹੈਗਾ, ਉੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਆਏ ਸੀ। ਉਹ ਖਿਰਨੀ ਸਾਹਿਬ ਦਾ ਬੂਟਾ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ। ਉਹ ਕਾਫੀ ਪਿੰਡ ਵਾਲਿਆਂ ਦਾ ਅੱਛਾ ਪਿੰਡ ਹੈ, ਉਹਨਾਂ ਦਾ ਇਤਿਹਾਸਕ ਪਿੰਡ ਹੈ। ਤੇ ਉਹਦੇ ਅਸੀਂ 100% ਦਾ ਉਹਦਾ ਮਤਲਬ ਇਹ ਹੈ ਕਿ ਅਸੀਂ ਉੱਥੇ 100% ਸੋਲਿਡ ਵੇਸਟ ਮੈਨੇਜਮੈਂਟ ਕਰਾਂਗੇ, 100% ਲਿਕੁਇਡ ਵੇਸਟ ਮੈਨੇਜਮੈਂਟ ਕਰਾਂਗੇ, ਔਰ ਉਹ ਜਿਹੜਾ ਪਾਣੀ ਹੋਏਗਾ ਉਹਨੂੰ ਅਸੀਂ ਖੇਤੀ ਵਾਸਤੇ ਯੂਜ਼ ਕਰਾਂਗੇ। ਇਸੇ ਤਰ੍ਹਾਂ ਅਸੀਂ ਉੱਥੇ ਸਾਰੀਆਂ ਸਿਹਤ ਸਹੂਲਤਾਂ, ਸਾਰੇ ਪਿੰਡ ਦਾ, ਸਮੁੱਚੇ ਪਿੰਡ ਦਾ ਇੱਕ ਸਰਵੇ ਕਰਕੇ ਕਿ ਕਿਹੜੀਆਂ ਡਿਜ਼ੀਜ਼ ਹੈਗੀਆਂ ਉੱਥੇ। ਤੇ ਉਹਦੇ ਵਿੱਚ ਅਸੀਂ ਇੱਕ ਸਟੈਪ ਅੱਗੇ ਜਾ ਕੇ ਕਿ ਜਿਸ ਤਰ੍ਹਾਂ ਲੋਕ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਲੋਕਾਂ ਦੇ ਗੁਰਦੇ ਬਹੁਤ ਫੇਲ ਹੁੰਦੇ ਆ। ਉਹਦਾ ਕਾਰਨ ਕੀ ਹੈ ਕਿ ਲੋਕ ਬਲੱਡ ਪ੍ਰੈਸ਼ਰ, ਸ਼ੂਗਰ ਦੀ ਟੈਸਟ ਨਹੀਂ ਕਰਾਉਂਦੇ, ਟਾਈਮ ਸਿਰ ਦਵਾਈ ਨਹੀਂ ਖਾਂਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਉਹ ਪਤਾ ਹੀ ਉਦੋਂ ਲੱਗਦਾ ਜਦੋਂ ਹਾਰਟ ਅਟੈਕ ਹੋ ਜਾਂਦਾ ਜਾਂ ਕਿਸੇ ਦੇ ਕੋਈ ਗੁਰਦੇ ਫੇਲ ਹੋ ਜਾਂਦੇ ਆ, ਤਾਂ ਪਤਾ ਲੱਗਦਾ ਕਿ ਐਂਡ ਆਰਗਨ ਡੈਮੇਜ ਹੋ ਜਾਂਦਾ। ਉਹਦੇ ਨਾਲ ਹੈਲਥ ਦਾ ਪ੍ਰੋਜੈਕਟ ਹੋਏਗਾ, ਐਜੂਕੇਸ਼ਨ ਦਾ ਹੋਏਗਾ, ਡਰੱਗਸ ਦੀ ਪ੍ਰੋਬਲਮ ਹੈ। ਉਹਦੇ ਚ ਅਸੀਂ ਨਵਾਂ ਕਨਸੈਪਟ, ਮੈਂ ਇੱਕ ਡਾਕਟਰ ਹੋਣ ਦੇ ਨਾਤੇ ਕਰ ਰਿਹਾ ਕਿ ਅਸੀਂ ਇੱਕ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਬੰਦੇ ਨੂੰ ਰੱਖਦੇ ਹਾਂ। ਉਹ 2-3 ਮਹੀਨੇ ਉੱਥੇ ਰਹਿੰਦਾ, ਛੱਡ ਦਿੰਦਾ, ਪਿੰਡ ਜਾ ਕੇ ਫਿਰ ਨਸ਼ਾ ਕਰਨ ਲੱਗ ਜਾਂਦਾ। ਸੋ ਅਸੀਂ ਪਿੰਡ ਦਾ এনवायरमेंट ਚੇਂਜ ਕਰਨਾ ਚਾਹੁੰਦੇ ਹਾਂ ਕਿ ਉਹਨੂੰ ਪਿੰਡ 'ਚ ਰੱਖ ਕੇ ਹੀ ਉਹਦਾ ਇਲਾਜ ਕੀਤਾ ਜਾਵੇ, ਉਹਦੇ ਆਸੇ-ਪਾਸੇ ਦਾ এনवायरमेंट ਚੇਂਜ ਕੀਤਾ ਜਾਵੇ, ਬੱਚਿਆਂ ਨੂੰ ਕਿਸੇ ਹੋਰ ਪਾਸੇ ਉਹਨਾਂ ਦਾ ਧਿਆਨ ਲਗਾਇਆ ਜਾਵੇ। ਉਹਦੇ 'ਚ ਬਹੁਤ ਸਾਰੇ ਬੰਦੇ ਸਾਡੇ ਨਾਲ ਕੋਆਪਰੇਟ ਕਰ ਰਹੇ ਆ। ਸੋ ਜੇ ਤੁਸੀਂ ਆਪਣੇ NRI ਪ੍ਰੈਸ ਮਿਲ ਕੇ ਸਾਡੀ ਇੱਕ ਪਿੰਡ ਦੇ ਵਿੱਚ ਮਦਦ ਕਰ ਦਿਓ, ਇੱਕ ਮਾਡਲ ਆਪਾਂ ਕ੍ਰੀਏਟ ਕਰ ਲਾਂਗੇ, ਫਿਰ ਉਹਨੂੰ ਸਾਰੇ ਪੰਜਾਬ 'ਚ ਅਸੀਂ ਰੈਪਲੀਕੇਟ ਕਰਾਂਗੇ ਜੀ। ਉਹਨੂੰ 4 ਬੰਦੇ ਤੁਹਾਡੇ ਕੋਲ ਇੱਥੇ ਬੈਠੇ ਡਾਕਟਰ ਸਾਹਿਬ, ਬਲਵਿੰਦਰ ਬੜੈਚ, ਇਹ ਪਿੰਡ ਦਾ ਪੂਰਾ ਕਰਨਾ ਚਾਹੁੰਦੇ, ਇਹਨਾਂ ਦਾ ਲੈ ਲਓ ਮਾਡਲ। ਆਪਣੇ ਮੈਸ ਸਮਰਾਵਾਂ ਤੋਂ ਹੈਗੇ ਨੇ ਜਿਹੜਾ ਬੜੈਚ ਸਾਹਿਬ ਨੇ ਦੱਸਿਆ ਵੀ ਇਹਨਾਂ ਨੂੰ ਜਿਹੜੇ ਇਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਉਹ ਅਸੀਂ ਨਹੀਂ ਆਣ ਦਿਆਂਗੇ, ਅਸੀਂ ਉਹਨਾਂ ਨਾਲ ਕੋਲੈਬੋਰੇਟ ਕਰਾਂਗੇ। ਜਿਹੜੀਆਂ ਲੋਕਲ ਪ੍ਰੋਬਲਮਸ ਆ ਉਹਨਾਂ ਨਾਲ ਅਸੀਂ ਡੀਲ ਕਰਾਂਗੇ। ਔਰ ਉਹ ਜਿਹੜਾ ਪਿੰਡ ਹੋਏਗਾ ਇੱਕ ਰੋਲ ਮਾਡਲ ਹੋਏਗਾ ਲੋਕਾਂ ਵਾਸਤੇ, ਉਹਦੀ ਟਰਾਂਸਫਾਰਮੇਸ਼ਨ ਕਰਾਂਗੇ। ਇਸ ਵੇਲੇ ਜਿਹੜਾ ਪਿੰਡ ਹੈ ਉਹ ਡਰੱਗ ਇਨਫੈਸਟਡ ਹੈ, ਉਹ ਠੀਕ ਕਰਾਂਗੇ। ਪਿੰਡ ਦੇ ਵਿੱਚ ਅਸੀਂ ਇੰਪਲਾਇਮੈਂਟ ਜਨਰੇਟ ਕਰਾਂਗੇ, ਡਿਫਰੈਂਟ ਇਹੋ ਜਿਹੇ ਕਰਾਂਗੇ, ਪ੍ਰੋਜੈਕਟਸ ਕਰਾਂਗੇ। ਉਹਦੇ 'ਚ ਇੱਕ ਫੂਡ ਪ੍ਰੋਸੈਸਿੰਗ ਯੂਨਿਟ ਹੋ ਸਕਦਾ, ਉਹਦੇ 'ਚ ਸੋਲਿਡ ਵੇਸਟ ਮੈਨੇਜਮੈਂਟ, ਲਿਕੁਇਡ ਵੇਸਟ ਮੈਨੇਜਮੈਂਟ ਨਾਲ ਵੀ ਜੌਬਸ ਕ੍ਰੀਏਟ ਹੋਣਗੀਆਂ।
ਹਾਂਜੀ, ਇੱਕ ਅਸੀਂ ਕੁਛ ਇੱਕ ਜਗ੍ਹਾ ਤੇ ਅਸੀਂ ਜਿਹੜਾ ਹੈਗਾ ਨਾ ਇੱਕ ਸਟ੍ਰੇ ਕੈਟਲ ਦੀ ਪ੍ਰੋਬਲਮ ਬਹੁਤ ਹੈ ਇੱਥੇ, ਅਵਾਰਾ ਜਿਹੜੇ ਪਸ਼ੂ ਉਹਨਾਂ ਦੀ ਨਾ, ਉਹ ਇੱਕ ਦੋ ਪੰਚਾਇਤਾਂ ਨਾਲ ਮੇਰੀ ਗੱਲ ਹੋਈ ਆ, ਉਹਦੇ ਚ ਤੁਸੀਂ ਮਦਦ ਕਰ ਸਕਦੇ ਹੋ ਕਿ ਉਹ ਇੱਕ ਹਾਈਬ੍ਰਿਡ ਮਾਡਲ ਹੋਏਗਾ ਕਿ ਉਹਦੇ ਚ ਜਿਹੜੇ ਕਾਓ ਸ਼ੈਡ ਹੋਣਗੇ ਉਹ ਬੇਸਿਕਲੀ ਸੋਲਰ ਪੈਨਲ ਹੋਣਗੇ ਉਹ, ਤੇ ਉਹ ਉੱਥੇ ਮਤਲਬ ਬਿਜਲੀ ਵੀ ਪੈਦਾ ਹੋਏਗੀ, ਉਹਦੇ ਚ ਬਾਇਓਗੈਸ ਬਾਇਓ CNG ਪੈਦਾ ਹੋਏਗੀ ਜਿਹੜੀ ਸਾਰੇ ਪਿੰਡ ਨੂੰ ਸਪਲਾਈ ਕੀਤੀ ਜਾਏਗੀ, ਔਰ ਇੱਕ ਆਰਗੈਨਿਕ ਫਰਟੀਲਾਈਜ਼ਰ ਫੈਕਟਰੀ ਜਿਹੜੀ ਕਿਚਨ ਵੇਸਟ ਤੇ ਜਿਹੜੀ ਕਾਓ ਡੰਗ ਦੇ ਨਾਲ ਉਹ ਬਣਾਈ ਜਾਏਗੀ। ਕੋਈ ਇਸ ਤਰ੍ਹਾਂ ਦਾ ਮਾਡਲ ਬਣਾਉਣ ਦੀ ਮੈਂ ਕੋਸ਼ਿਸ਼ ਕਰ ਰਿਹਾ, ਉਹਦੇ ਨਾਲ ਇੰਪਲਾਇਮੈਂਟ ਬਹੁਤ ਜਨਰੇਟ ਹੋਏਗੀ। ਕਰ ਦਿਓ ਜੀ ਸ਼ੁਰੂ। ਉਹਦੇ ਜੋ ਵਾਸਤੇ ਸੰਧੂ ਸਾਨੂੰ ਜੀ ਆ, ਜਿਹੜੀ ਇਨੀਸ਼ੀਅਲ ਜਰਨੀ ਹੁੰਦੀ ਆ, ਸੋ ਵੀ ਨੀਡ ਏ ਇਨੀਸ਼ੀਅਲ ਪੁਸ਼, ਯੂ ਕੈਨ ਬੀ ਸਟੇਕ ਹੋਲਡਰ ਇਨ ਦੈਟ। ਉਹਦੇ ਚੋਂ ਤੁਹਾਨੂੰ ਜੋ ਇਨਕਮ ਆਏਗੀ ਉਹ ਵੀ ਸਾਰਾ ਰੈਵਨਿਊ ਸ਼ੇਅਰਿੰਗ ਵੀ ਹੋਏਗੀ, ਕੁਝ ਪਿੰਡ ਨੂੰ ਜਾਏਗਾ, ਕੁਝ ਸਾਂਝੇ ਕੰਮਾਂ ਲਈ ਯੂਜ਼ ਹੋਏਗਾ, ਕੁਝ ਜਿਹੜਾ ਐਂਜਲ ਇਨਵੈਸਟਰ ਹੋਏਗਾ। ਸੋ ਵੀ ਨੀਡ ਐਂਜਲ ਇਨਵੈਸਟਰਸ ਫॉर दैट ਐਂਡ ਵੀ ਨੀਡ ਜਿਹੜੇ ਕੋਈ ਐਂਟਰਪ੍ਰੈਨਿਓਰ ਹੈਗੇ ਆ, ਜਿਹੜੇ ਕੋਈ ਪ੍ਰੋਫੈਸ਼ਨਲੀ ਵੀ ਕਰਨਾ ਚਾਹੁੰਦੇ ਆ, ਉਹ ਵੀ ਵੈਲਕਮ ਹੈ ਜੀ। ਉਹ ਇੱਕ ਪ੍ਰੋਜੈਕਟ ਨੂੰ ਅਡਾਪਟ ਕਰ ਲੈਣ, ਉਹ 'ਚ ਇਨਵੈਸਟਮੈਂਟ ਕਰਨ, ਐਂਡ ਦੈਨ ਦੇ ਮੇ ਸਟਾਰਟ ਮੇਕਿੰਗ ਪ੍ਰੋਫਿਟ ਆਊਟ ਆਫ ਦੈਟ। ਥੈਂਕ ਯੂ ਜੀ। ਤੁਹਾਨੂੰ ਚਾਰ ਤਾਂ ਦੇ ਹੀ ਦੇਣੇ, ਬਲਵਿੰਦਰ ਬੜਿਆ, ਚਰਨਜੀਤ ਗਰੇਵਾਲ, ਮਹਿਮਦ ਸਿੰਘ ਵਾਲਾ, ਸਮਰਾਵਾਂ ਤੋਂ ਆਪਣੇ ਹਰਭਜਨ ਸਮਰਾ, ਜੋ ਸੰਧੂ ਜੀ ਇਹਨਾਂ ਦਾ ਪਿੰਡ ਵੀ ਇਹ ਲੱਗ ਜਾਣਗੇ, ਕੋਈ 50-60 NRI ਨੇ ਨਾਲ ਇਹਨਾਂ ਦੇ। ਜੋ ਸੰਧੂ ਜੀ ਗੋ ਹੈਡ, ਤੁਹਾਡੀ ਵਾਰੀ ਆ ਜੀ। ਉਸ ਤੋਂ ਬਾਅਦ ਫਿਰ ਤੁਹਾਡੇ ਚਰਨਜੀਤ ਗਰੇਵਾਲ। ਜੋ ਸੰਧੂ ਜੀ। ਹਾਂਜੀ ਹਾਂਜੀ, ਡਾਕਟਰ ਬਲਵੀਰ ਸਿੰਘ ਜੀ। ਜੀ ਕਰੋ ਸਰ। ਮੈਂ ਇੱਥੇ ਜੀ ਐਨ ਐਜੂਕੇਟਰ ਤੇ ਵਰਕਰ ਤੇ ਸੇਵਾਦਾਰ ਦੇ ਤਰੀਕੇ ਨਾਲ ਆਇਆ। ਮੈਨੂੰ ਐਜੂਕੇਸ਼ਨ ਨੇ ਇੱਥੇ ਲਿਆਂਦਾ ਜੀ, ਤੇ ਉਹਦੇ ਵਿੱਚ ਨਾ ਮੈਂ ਹੁਣ ਜਾ ਕੇ ਜਦੋਂ ਇੰਡੀਆ 'ਚ ਦੇਖਦਾ ਨਾ, ਐਜੂਕੇਸ਼ਨ ਸਿਸਟਮ ਨਾ ਬਹੁਤ ਰਨ ਡਾਊਨ ਹੋ ਚੁੱਕਾ ਜੀ। ਮੈਂ ਪਰਸਨਲੀ, ਅਸੀਂ ਪਿੰਡਾਂ ਦੇ ਨਿਆਣਿਆਂ ਨੂੰ ਰਿਵੋਰਟ ਕਰਦੇ ਹਾਂ, ਉਹਨਾਂ ਦੇ ਟੀਚਰਾਂ ਨੂੰ ਰਿਵੋਰਟ ਕਰਦੇ ਹਾਂ, ਪਿੰਡ 'ਚ ਜਾ ਕੇ ਉਹਨਾਂ ਨੂੰ ਇਹ ਕਹੀਦਾ ਵੀ ਸਾਡੇ ਕਈ ਪਿੰਡ 'ਚੋਂ ਨਾ ਸਕਾਲਰਸ਼ਿਪ ਆਈ, ਲੋਕੀ ਬਾਹਰ ਗਏ ਐਜੂਕੇਸ਼ਨ ਦੇ ਬੇਸ ਤੇ, ਸਮਝਦੇ। ਅਸੀਂ ਕੋਈ ਵੀ ਬੰਦਾ ਜਿਹੜਾ ਬਾਹਰ ਆਉਂਦਾ ਉਹ ਅਮੀਰ ਨਹੀਂ ਹੁੰਦਾ ਜੀ, ਗਰੀਬ ਹੁੰਦਾ ਤਾਂ ਹੀ ਨਿਕਲਦੇ ਅਸੀਂ। ਤੇ ਪਰ ਜਦੋਂ ਹੁਣ ਜਿੱਦਾਂ ਦਾ ਸਿਸਟਮ ਹੋ ਗਿਆ ਨਾ, ਸੀ ਨਾ ਜਿਹੜਾ 50 ਸਾਲ ਦੇਖੇ ਅਸੀਂ, ਜਦੋਂ ਮੈਂ ਆਇਆ ਬਾਦਲ ਉਦੋਂ ਵੀ ਜਦੋਂ ਚੀਫ ਮਿਨਿਸਟਰ ਸੀ, ਤੇ ਜਦੋਂ ਮੈਂ ਹੁਣ ਗਿਆ ਆ ਹੁਣ ਵੀ ਉਹ ਪਹਿਲਾਂ ਚੀਫ ਮਿਨਿਸਟਰ ਸੀ। ਦੇਖੋ ਜੀ, ਅਸੀਂ ਪਿੰਡ ਨੂੰ ਸੁਧਾਰਨ ਦੇ ਲਈ ਨਾ ਕਈ ਐਫਰਟਸ ਕੀਤੀਆਂ, ਪਰ ਮਾਫੀਆ ਗਰੁੱਪ ਨੇ, ਬਰਾਈਵਰੀ ਨੇ ਆਫਿਸਾਂ ਵਿੱਚ, ਤੇ ਇਹ ਨਹੀਂ ਪਤਾ ਵੀ ਮਾਫੀਆ ਗਰੁੱਪ ਉਹਨਾਂ ਨੇ ਆਪ ਬਣਾ ਲਿਆ ਜਾਂ ਉਹਨਾਂ ਨੂੰ ਮਾਫੀਆ ਗਰੁੱਪ ਨੇ ਟੇਕ ਓਵਰ ਕਰ ਲਿਆ ਉਹਨਾਂ ਤੋਂ। ਇਹ ਤਾਂ ਗਾਡ ਨੋਜ਼ ਜੀ, ਜਾਂ ਤੁਹਾਨੂੰ ਪਤਾ ਹੋਊ। ਤੁਹਾਨੂੰ ਪਾਰਟੀ ਨੇ ਮੌਕਾ ਦਿੱਤਾ ਬਈ ਪੰਜਾਬ ਦਾ ਸੁਧਾਰ ਕਰ ਦਿਓ, ਉਹਨਾਂ ਨੇ ਤੁਹਾਡੀ ਗੱਲ ਮੰਨੀ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਨਾ ਪੰਜਾਬ ਦੇ ਵਿੱਚ ਨਾ ਤੁਸੀਂ ਕੋਈ ਨਵੀਂ ਚੀਜ਼ ਕਰੋ, ਜਿਹਦੇ ਨਾਲ ਐਜੂਕੇਸ਼ਨ, ਜਿਹੜੇ ਬੱਚੇ ਪੜ੍ਹ ਕੇ ਜਾਂਦੇ ਉਹਨਾਂ ਨੂੰ ਨੌਕਰੀਆਂ ਹੋਣ। ਜਿਹੜੇ ਬੱਚੇ ਇਹ ਨਹੀਂ ਹੈ ਵੀ ਜਿਹਨੂੰ ਉਹ ਪੜ੍ਹ ਜਾਣ ਤੇ ਮੁੜ ਕੇ ਉਹਨਾਂ ਕੋਲ ਕੰਮ ਕਰਨ ਨੂੰ ਨਾ ਹੋਵੇ, ਇਹਦੇ 'ਚ ਬਹੁਤ ਵੱਡੀ ਜ਼ਰੂਰਤ ਹੈ ਵੀ ਸਾਨੂੰ ਐਜੂਕੇਸ਼ਨ ਤੋਂ ਸੁਧਾਰ ਕਰਨਾ ਚਾਹੀਦਾ। ਐਜ਼ ਏ NRI ਅਸੀਂ ਕਹਿੰਦੇ ਹਾਂ ਵੀ ਪਿੰਡ ਵਿੱਚ ਅਸੀਂ ਜੀ ਡਿਸਪੈਂਸਰੀ ਬਣਾਈ, ਪਿੰਡ ਵਿੱਚ ਅਸੀਂ NRI ਭਵਨ ਬਣਾਇਆ, ਕੋਈ ਬਾਹਰਿਆਂ ਲੋਕਾਂ ਨੂੰ ਐਂਟਰਟੇਨ ਕਰਨ ਲਈ। ਉੱਥੇ ਹਰ ਸਾਲ ਜੀ ਟੂਰਨਾਮੈਂਟ ਹੁੰਦੇ ਆ, ਅਸੀਂ ਰਿਵੋਰਡ ਕਰਦੇ ਹਾਂ ਬੱਚਿਆਂ ਤੋਂ ਲੈ ਕੇ ਅਡਲਟਾਂ ਤੱਕ। ਜਿੰਨੇ ਬੰਦੇ ਬਾਹਰ ਆ ਨਾ, ਇੱਕ ਟੀਮ ਬਣੀ ਹੋਈ ਆ ਜੀ, ਜਿਹੜਾ ਪਿੰਡ ਦੇ ਸੁਧਾਰ ਦੇ ਵਿੱਚ ਨਾ ਅਸੀਂ ਲੱਗੇ। ਕਿਹੜਾ ਪਿੰਡ ਹੈ ਜੀ ਆਪਣਾ? ਗਾਂਦਰਾ ਜੀ, ਨਕੋਦਰ ਤੋਂ 3 ਮੀਲ, ਬਲਵਿੰਦਰ ਤੋਂ 7 ਮੀਲ ਦੂਰ ਤੇ ਆ। ਸਾਨੂੰ ਇਹ ਜ਼ਰੂਰਤ ਆ ਵੀ ਉੱਥੇ ਚੇਂਜ ਇੰਨੀ ਚਾਹੀਦੀ ਆ ਨਾ ਵੀ ਜਿਹੜਾ ਪੰਜਾਬ ਵਾਪਸ ਆ ਜਾਵੇ ਜਿੱਥੇ ਪਹਿਲਾਂ ਸੀਗਾ 80s ਦੇ ਵਿੱਚ, ਸਮਝਦੇ ਜੀ। ਜੋ ਸੰਧੂ ਜੀ, ਤੁਸੀਂ ਬਲਬੀਰ ਸਿੰਘ ਨੂੰ ਰਿਕੁਐਸਟ ਕਰਨੀ ਆ, ਡਾਇਰੈਕਟਲੀ ਕਰਨਾ ਤੁਸੀਂ ਇਹਨਾਂ ਨਾਲ, ਇਹ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂਟ ਅਟੈਚ ਕਰ ਦੇਣਗੇ। ਤੁਸੀਂ ਮੈਥਮੈਟੀਸ਼ੀਅਨ, ਯੂ ਹੈਵ ਟੂ ਬ੍ਰਿੰਗ ਅ ਚੇਂਜ। ਚਰਨਜੀਤ ਗਰੇਵਾਲ, ਤੁਹਾਡੇ ਜੋ ਸੰਧੂ ਦੁਬਾਰਾ ਉਹਨੇ ਇੱਕ ਵਾਰੀ ਫੇਰ ਚਰਨਜੀਤ ਗਰੇਵਾਲ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਥੈਂਕਸ ਆਪਣੇ ਡਾਕਟਰ ਸਾਹਿਬ, ਤੁਸੀਂ ਆਏ ਹੋ। ਮੇਰੀ ਗੱਲ ਇਹ ਆ ਵੀ ਤੁਸੀਂ ਕਹਿੰਦੇ ਹੋ NRI ਨੂੰ ਕਿ ਤੁਸੀਂ ਇਨਵੈਸਟਮੈਂਟ ਕਰੋ, ਆਹ ਕਰੋ। ਮੈਂ ਇੱਕ ਹੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਤੁਹਾਨੂੰ ਅਸੀਂ
NRI ਜਿੰਨੇ ਵੀ ਹੈਗੇ ਨੇ ਉਹਨਾਂ ਦਾ ਬੈਡ ਐਕਸਪੀਰੀਅੰਸ ਇੰਨਾ ਹੋਇਆ ਪੰਜਾਬ ਸਰਕਾਰ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ। ਤੁਹਾਨੂੰ ਸਾਨੂੰ ਕੌਨਫੀਡੈਂਸ ਦੇਣਾ ਪੈਣਾ। ਕਿਸ ਤਰ੍ਹਾਂ ਹੋਊਗਾ? ਤੁਸੀਂ ਸਾਨੂੰ ਥੋੜਾ ਜਿਹਾ, ਅਸੀਂ ਤੁਹਾਡੇ ਕੋਲ ਆਈਏ, ਤੁਹਾਡੇ ਜਿਹੜੇ ਐਕਸਪਰਟ ਬੈਠੇ ਨੇ ਉਹਨਾਂ ਨਾਲ ਅਸੀਂ ਗੱਲ ਕਰਕੇ ਇੱਕ ਪਿੰਡ ਦੇ ਵਿੱਚ ਕੰਮ ਸ਼ੁਰੂ ਕਰ ਦਈਏ, ਪਰ ਪੈਸੇ ਉਹ ਥੋੜੇ ਤੁਹਾਡੇ ਵੱਲੋਂ ਹੋਣੇ ਚਾਹੀਦੇ ਨੇ। ਜਦੋਂ ਉਹ ਪੈਸੇ ਇਨਕਮ ਪੈਸੇ ਲੱਗ ਕੇ ਮਾਡਲ ਬਣ ਜੂ ਉਹ ਸਕੂਲ, ਅਸੀਂ ਪੈਸੇ ਪਾਉਣ ਨੂੰ ਤਿਆਰ ਹਾਂ। ਫਿਰ ਜਿਹੜੇ ਹੋਰ ਸਾਡੇ ਭੈਣ ਭਰਾ ਨੇ NRI ਬਾਹਰ ਬੈਠੇ ਨੇ, ਜਦੋਂ ਉਹਨੂੰ ਪਤਾ ਲੱਗ ਗਿਆ ਕਿ ਇਹ ਸਰਕਾਰ ਆਪਦੇ ਕੋਲੋਂ ਲਾ ਕੇ ਇਸ ਤਰ੍ਹਾਂ ਇੱਕ ਮਾਡਲ ਬਣਾ ਰਹੀ, ਥੋੜੀ ਪ੍ਰੋਬਲਮ ਹੈ ਸਾਡੇ ਸ਼ੌਰਾ ਸਿੰਘ ਜੀ, ਤੁਸੀਂ ਹੁਣ ਕੰਟਰੋਲ ਕਰੋ ਜੀ। ਇਹ ਸਾਰੇ ਇਸ਼ੂਜ਼ ਨੇ ਜਿਹੜੇ ਪੰਜਾਬ ਲਈ ਘਾਤਕ ਸਾਬਤ ਹੋਏ, ਜਿਨ੍ਹਾਂ ਤੇ ਕੋਈ ਕੰਮ ਨਹੀਂ ਹੋਇਆ, ਔਰ ਉਹਦੇ ਵਿੱਚ ਉਹ ਪੁਲਿਸ ਦੀ ਨਜਾਇਜ਼ ਕੁੱਟ ਵੀ ਸ਼ਾਮਲ ਕਰ ਲੈਂਦਾ। ਪਰ ਉਹ ਆਂਦਾ ਵੀ ਇਹ ਸਾਰੀਆਂ ਚੀਜ਼ਾਂ ਇੰਨੀਆਂ ਖਤਰਨਾਕ ਨਹੀਂ ਜਿੰਨਾ ਸੁਪਨਿਆਂ ਦਾ ਮਰ ਜਾਣਾ। ਸੁਪਨਿਆਂ ਨੂੰ ਕਿਵੇਂ ਜਿਹੜਾ ਬਹਾਲ ਕੀਤਾ ਜਾਵੇ? ਸੁਪਨੇ ਜਿਹੜੇ ਆ ਉਹ ਸਕੂਲਾਂ ਵਿੱਚ ਪਲਦੇ ਆ, ਉਹ ਸਕੂਲ ਵਿੱਚ ਪਲਦੇ ਆ, ਤੇ ਉਹ ਐਜੂਕੇਸ਼ਨ ਸਿਸਟਮ ਹੈ ਜਿਹੜਾ ਦੈਟ ਸ਼ੁੱਡ ਬੀ ਦੀ ਪ੍ਰਾਇੋਰਿਟੀ, ਕਿਉਂਕਿ ਉਹ ਬੱਚੇ ਨੇ ਜਿਨ੍ਹਾਂ ਨੇ ਗਾਂ ਅੱਗੇ ਜਾ ਕੇ ਇਸ ਜਿਹੜਾ ਤੁਸੀਂ ਸ਼ੁਰੂ ਕੀਤਾ ਕੰਮ, ਇਹਨੂੰ ਅੱਗੇ ਲੈ ਕੇ ਜਾਣਾ। ਇਹਨੂੰ ਜੇ ਉਹ ਸੁਪਨੇ ਉਹਨਾਂ ਦੇ ਮਰੇ ਰਹੇ ਤੇ ਇਹ ਰਿਵਰਸ ਗੇਅਰ ਵਿੱਚ ਵੀ ਲੱਗ ਸਕਦਾ। ਤੁਹਾਡਾ ਸਾਰਾ ਕੰਮ ਕੀਤਾ ਕਰਾਇਆ ਜਿਹੜਾ ਨਾ ਉਹ ਡਾਊਨ ਦਾ ਡਰੇਨ ਵੀ ਜਾ ਸਕਦਾ। ਮੈਂ ਸਰਦਾਰ ਪਿਸ਼ੌਰਾ ਸਿੰਘ ਜੀ ਦੀ ਗੱਲ ਨੂੰ ਵੱਡੀ ਕਰਦਾ ਜੀ। ਇਹਨਾਂ ਨੇ ਗੱਲ ਕੀਤੀ ਆ ਸੁਪਨਿਆਂ ਦੀ। ਸਭ ਤੋਂ ਵੱਡੀ ਜਿਹੜੀ ਮਾਰ ਹੁੰਦੀ ਆ ਉਹ ਸੁਪਨਿਆਂ ਦਾ ਮਰ ਜਾਣਾ ਹੁੰਦਾ। ਔਰ ਸੁਪਨੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਤਾਂ ਹੁੰਦੇ ਆ ਜਿਹੜੇ ਤੁਹਾਨੂੰ ਸੁੱਤਿਆਂ ਹੋਇਆਂ ਨੂੰ ਆਉਂਦੇ ਆ, ਤੇ ਦੂਜੇ ਹੁੰਦੇ ਆ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ। ਤੇ ਪੰਜਾਬੀ ਉਹ ਸੁਪਨੇ ਲੈਂਦੇ ਆ ਜਿਹੜੇ ਉਹਨਾਂ ਨੂੰ ਸੌਣ ਨਹੀਂ ਦਿੰਦੇ। ਇਹਦੇ ਨਾਲ ਹੀ ਮੈਂ ਆਪਣੇ ਚਰਨਜੀਤ ਗਰੇਵਾਲ ਜੀ ਦੀ ਵੀ ਗੱਲ ਜੋੜਦਾ। ਉਹਨਾਂ ਨੇ ਕਿਹਾ ਸਾਨੂੰ ਕੌਨਫੀਡੈਂਸ ਦਿਓ। ਲੈ ਵੀ ਆਹ ਤਾਂ ਕੋਈ ਪੰਜਾਬੀਆਂ ਵਾਲੀ ਗੱਲ ਨਾ ਹੋਈ ਭਰਾ। ਪੰਜਾਬੀਆਂ ਨੂੰ ਕੌਨਫੀਡੈਂਸ ਕੌਣ ਦੇ ਸਕਦਾ ਜੀ? ਪੰਜਾਬੀ ਇੱਥੋਂ ਮਤਲਬ ਕਿ ਜਹਾਜ਼ ਤੇ ਚੜ੍ਹ ਜਾਂਦੇ ਆ, ਪਤਾ ਨਹੀਂ ਹੁੰਦਾ ਜਾਣਾ ਕਿੱਥੇ ਆ, ਕੀ ਕਰਾਂਗੇ, ਕਿੱਥੇ ਆ। ਉਹਨਾਂ 'ਚ ਕੌਨਫੀਡੈਂਸ ਹੀ ਹੁੰਦਾ, ਔਰ ਕੁਝ ਨਹੀਂ ਹੁੰਦਾ ਉਹਨਾਂ ਦੇ ਪੱਲੇ। ਪੰਜਾਬੀ ਜੇ ਪੰਜਾਬ ਤੋਂ ਬਾਹਰ ਕਾਮਯਾਬ ਹੈ ਤਾਂ ਉਹਨਾਂ ਕੋਲ ਇੱਕੋ ਇਨਗਰੀਡੀਐਂਟ ਹੈ, ਉਹਨਾਂ ਕੋਲੇ ਕੌਨਫੀਡੈਂਸ ਹੈ। ਗਰੇਵਾਲ ਸਾਹਿਬ, ਤੁਸੀਂ ਕੌਨਫੀਡੈਂਸ ਲੈਣ ਵਾਲੇ ਨਹੀਂ, ਤੁਸੀਂ ਕੌਨਫੀਡੈਂਸ ਦੇਣ ਵਾਲੇ ਹੋ। ਤੁਸੀਂ ਸਾਨੂੰ ਕੌਨਫੀਡੈਂਸ, ਤੁਸੀਂ ਇੱਥੇ ਪੰਜਾਬੀ ਜਿਹੜੇ ਤੁਹਾਡੇ ਪਿੱਛੇ ਬੈਠੇ ਆ ਨਾ, ਜਿਹੜੇ ਮਤਲਬ ਪੰਜਾਬ ਦੇ ਵਿੱਚ ਪੰਜਾਬੀ ਅਮਰੀਕਾ 'ਚ ਕਾਮਯਾਬ, UK 'ਚ ਕਾਮਯਾਬ, ਨਿਊਜ਼ੀਲੈਂਡ 'ਚ ਕਾਮਯਾਬ, ਕੋਈ ਦੇਸ਼ ਦਾ ਨਾਂ ਲਾ ਲਓ, ਆਸਟ੍ਰੇਲੀਆ 'ਚ ਪੰਜਾਬੀ ਪੰਜਾਬ ਤੋਂ ਬਾਹਰ, ਇੰਗਲੈਂਡ 'ਚ ਪੰਜਾਬੀ ਪੰਜਾਬ ਤੋਂ ਬਾਹਰ ਕਾਮਯਾਬ, ਤੇ ਪੰਜਾਬ 'ਚ ਫੇਲ। ਮੈਨੂੰ ਲੱਗਦਾ ਕਿ ਤੁਸੀਂ ਕੌਨਫੀਡੈਂਸ ਦਿਓ। ਰਿਸਕ ਟੇਕਿੰਗ ਐਬਿਲਿਟੀ ਬਹੁਤ ਜ਼ਰੂਰੀ ਆ ਪੰਜਾਬੀਆਂ ਦੀ, ਸਭ ਤੋਂ ਜ਼ਿਆਦਾ ਰਿਸਕ ਟੇਕਿੰਗ ਐਬਿਲਿਟੀ। ਕਿ ਖਤਰੋਂ ਕੇ ਖਿਲਾੜੀ ਆ ਪੰਜਾਬੀ, ਉਹ ਪਰਵਾਹ ਨਹੀਂ ਕਰਦੇ। ਤੁਸੀਂ ਹੁਣ ਪਰਵਾਹ ਨਾ ਕਰੋ, ਗੋ ਹੈਡ। 1 2 3 4 ਆਪਾਂ ਮਾਡਲ ਕ੍ਰੀਏਟ ਕਰੀਏ ਤੇ ਇਹ ਇੱਕ ਗੇਮ ਚੇਂਜਰ ਹੋਏਗਾ। ਇਹ ਮਤਲਬ ਤੁਹਾਡੀ ਕੰਟਰੀਬਿਊਸ਼ਨ ਹੋਏਗੀ NRIs ਦੀ, ਕਿ ਜਦੋਂ ਪੰਜਾਬ ਦੇ ਵਿੱਚ ਇੱਕ ਥੋੜੀ ਜਿਹੀ ਵਿੰਡੋ ਖੁੱਲੀ ਸੀ, ਇੱਕ ਮਾੜਾ ਜਿਹਾ ਰਸਤਾ ਨਜ਼ਰ ਆਇਆ NRIs ਨੂੰ, NRIs ਨੇ ਇਹ ਕਰਕੇ ਦਿਖਾਤਾ। ਸੋ ਸਾਨੂੰ ਤੁਹਾਡੇ ਕੋਲੋਂ ਬਹੁਤ ਉਮੀਦਾਂ ਹੈਗੀਆਂ। ਵੀ ਆਰ ਵਿਦ ਯੂ। ਮੈਂ ਤੁਹਾਡੇ ਨਾਲ ਹਾਂ ਬਿਲਕੁਲ। ਹੋਰ ਵੀ ਆਪਾਂ ਲਾਈਕ ਮਾਈਂਡਡ ਬੰਦੇ ਲੱਭਾਂਗੇ। ਉਹਦੇ ਵਿੱਚ ਹਰ ਇੱਕ ਬੰਦਾ ਇਨੋਵੇਟਿਵ ਨਹੀਂ ਹੁੰਦਾ, ਹਰ ਇੱਕ ਬੰਦਾ ਮਤਲਬ ਉਹ ਨਹੀਂ ਹੁੰਦਾ ਜਿਹਨੂੰ ਸੁਪਨੇ ਸੌਣ ਨਹੀਂ ਦਿੰਦੇ। ਤੁਸੀਂ ਉਹ ਵਾਲੇ ਬੰਦੇ ਬੈਠੇ ਹੋ ਇੱਥੇ ਇਸ ਡਿਸਕਸ਼ਨ ਦੇ ਵਿੱਚ, ਤੇ ਮੈਂ ਵੀ ਆਪਣੇ ਇੱਕ ਸਮਝਦਾ ਤੁਹਾਨੂੰ ਉਹਨਾਂ ਦੇ ਵਿੱਚੋਂ। ਤੋ ਆਓ ਆਪਾਂ ਇਹੋ ਜਿਹੇ ਸੁਪਨੇ ਲਈਏ ਜਿਹੜੇ ਸਾਨੂੰ ਸੌਣ ਨਾ ਦੇਣ, ਔਰ ਆਪਾਂ ਦਿਨ ਰਾਤ ਇੱਕ ਕਰੀਏ। ਮੈਂ ਗਰੇਵਾਲ ਸਾਹਿਬ ਤੁਹਾਡੀ, ਤੁਸੀਂ ਨਾ ਸਾਡੀ ਸਿਫਤ ਕਰਕੇ ਸਾਡੀ ਗੱਲ ਜਿਹੜੀ ਆ ਉਹਨੂੰ ਉਹ ਬਚਾ ਕਰਕੇ ਆਪਣਾ ਪਾਸੇ ਨੂੰ ਜਾ ਰਹੇ ਹੋ, ਤੇ ਇਸ ਤਰ੍ਹਾਂ ਗੱਲ ਨਹੀਂ ਬਣਨੀ। ਵੇਖੋ ਸਾਡੀ ਕੌਣ ਬੰਦਾ ਜਿਹਨੂੰ ਆਪਣੀ ਵਡਿਆਈ ਚੰਗੀ ਨਹੀਂ ਲੱਗਦੀ, ਬੜੀ ਵਧੀਆ ਗੱਲ ਹੈ। ਪਰ ਜਿਹੜੀ ਗੱਲ ਚਰਨਜੀਤ ਗਰੇਵਾਲ, ਨਹੀਂ ਗੱਲ ਸੱਚੀ ਹੈ ਨਾ ਜੀ। ਪੰਜਾਬੀ ਪੰਜਾਬ ਤੋਂ ਬਾਹਰ ਕਾਮਯਾਬ ਹੈ ਜੀ। ਉਹਨਾਂ ਦਾ ਸਵਾਲ ਇਹ ਨਹੀਂ ਹੈ, ਗੁਜਰਾਤ 'ਚ ਵੀ, ਉਹਨਾਂ ਦਾ ਸਵਾਲ ਉੱਤਰਾਖੰਡ ਦੇ ਵਿੱਚ। ਡਾਕਟਰ ਸਾਹਿਬ, ਉਹਨਾਂ ਦਾ ਸਵਾਲ ਇਹਦੇ ਉਲਟਿਆ, ਉਹ ਪੰਜਾਬ ਵਿੱਚ ਕਿਉਂ ਨਹੀਂ ਕਾਮਯਾਬ? ਪੰਜਾਬ ਵਿੱਚ ਕੌਨਫੀਡੈਂਸ ਨਹੀਂ, ਉਹਦੀ ਉਹ ਗੱਲ ਕਰ ਰਿਹਾ ਤੁਹਾਨੂੰ। ਉਹਦਾ ਕਾਰਨ ਸੀ ਨਾ, ਉਹਦਾ ਕਾਰਨ ਸੀ ਤੁਸੀਂ ਬੜੇ ਆਰਾਮ ਨਾਲ ਕਹਿਤਾ ਕਿ ਸਾਰੀਆਂ ਸਰਕਾਰਾਂ ਕੋਸ਼ਿਸ਼ ਕਰਦੀਆਂ। ਜੇ ਕਰਦੀਆਂ ਹੁੰਦੀਆਂ ਤਾਂ ਨੌਬਤ ਨਹੀਂ ਹੋਣੀ ਸੀ। ਉਹਨਾਂ ਨੇ ਸਟੇਟ ਨੂੰ ਪਿੱਛੇ ਕਰਤਾ, ਲੋਕਾਂ ਨੂੰ ਪਿੱਛੇ ਕਰਤਾ। ਇੱਕ ਵੈਸਟਡ ਇੰਟਰਸਟ ਪੈਦਾ ਹੋ ਗਿਆ, ਆਪਣਾ ਪਰਿਵਾਰ ਦਾ ਇੰਟਰਸਟ ਆ ਗਿਆ, ਇੱਕ ਮਤਲਬ ਪਾਰਟੀ ਦਾ ਇੰਟਰਸਟ ਆ ਗਿਆ। ਸੋ ਜਿਹੜਾ ਪੰਜਾਬ ਦਾ ਇੰਟਰਸਟ ਸੀਗਾ ਉਹ ਕਿਤੇ ਪਿੱਛੇ ਹੋ ਗਿਆ। ਜੋ ਮਤਲਬ ਜਿਵੇਂ ਕਮਲ ਜੀ ਨੇ ਲਿਖਿਆ ਕਿ ਕੀ ਬਣੂ ਪੰਜਾਬ ਦਾ, ਸੋ ਉਹ ਗੱਲ ਉੱਥੇ ਪਹੁੰਚ ਗਈ ਕਿ ਪੰਜਾਬ ਦਾ ਕੀ ਬਣੂਗਾ। ਤੁਸੀਂ ਸਾਰੇ ਜਿੱਥੇ ਵੀ ਤੁਸੀਂ ਦੁਨੀਆ 'ਚ ਬੈਠੇ ਹੋ, ਆਪਣੇ ਆਪ ਨੂੰ ਕਹਿੰਦੇ ਤਾਂ ਪੰਜਾਬੀ ਹੋ ਨਾ ਜੀ। ਸੋ ਪੰਜਾਬ ਨੂੰ ਬਚਾਉਣਾ। ਸ਼ਾਇਦ ਮੈਂ ਤੁਹਾਨੂੰ ਲੱਗਦਾ ਹੋਵੇਗਾ ਕਿ ਮੈਂ ਥੋੜਾ ਜਿਹਾ ਲਾਈਟਰ ਵੇਨ 'ਚ ਕਹਿ ਗਿਆ ਸਾਰੀ ਗੱਲ ਉਹ, ਬਟ ਆਪਾਂ ਪੰਜਾਬ ਨੂੰ ਬਚਾਉਣਾ। ਜੇ ਪੰਜਾਬ ਹੀ ਨਹੀਂ ਬਚਿਆ ਤਾਂ, ਜੇ ਪੰਜਾਬੀ ਸਾਡੀ ਮਾਂ ਬੋਲੀ ਨਹੀਂ ਬਚੀ,
ਤਾਂ ਸ਼ਾਇਦ ਆਪਾਂ ਕਿਤੇ ਨਾ ਕਿਤੇ ਆਪਣੀਆਂ ਜੜ੍ਹਾਂ ਖੋ ਦਾਂਗੇ। ਮਤਲਬ ਆਪਣੀ ਜੜ ਨੂੰ ਬਚਾਉਣਾ ਹੈ ਅਸੀਂ, ਇਹ ਕੋਈ ਛੋਟਾ ਚੈਲੰਜ ਨਹੀਂ ਹੈ। ਸੋ ਲੈਟ ਅਸ ਡੂ ਇਟ। ਜਿਵੇਂ ਮੈਂ ਇੱਕ ਐਜ਼ ਏ ਆਈ ਸਰਜਨ ਮੈਂ ਆਪਣਾ ਕੰਮ ਕਰਦਾ ਸੀ, ਰੋਜ਼ 5-4 ਬੰਦਿਆਂ ਨੂੰ ਨਜ਼ਰ ਦਿੰਦਾ ਸੀ, ਉਹਦੇ ਚੋਂ ਅੱਧੇ ਆਪਰੇਸ਼ਨ ਮੈਂ ਫ੍ਰੀ ਕਰ ਦਿੰਦਾ ਸੀ। ਹੋਰ ਮੈਂ ਬਹੁਤ ਸਾਰੀ ਸੇਵਾ ਕਰਦਾ ਸੀ, ਚੰਗਾ ਕੰਮ ਹੀ ਕਰ ਰਿਹਾ ਸੀ ਨਾ। ਮੇਰੀ ਨਾਨੀ ਕਹਿੰਦੀ ਹੁੰਦੀ ਸੀ ਕਿ ਕਾਕਾ ਤੇਰਾ ਕੰਮ ਵਧੀਆ, ਨਾਲੇ ਪੁੰਨ ਤੇ ਨਾਲੇ ਫੜੀਆਂ। ਪੁੰਨ ਵੀ ਸੀ, ਫੜੀਆਂ ਵੀ ਸੀ। ਉਹ ਮੈਂ ਸਾਰਾ ਕੰਫਰਟ ਵੀ ਛੱਡਿਆ ਆਪਣਾ। ਉਹ ਇਸ ਕਰਕੇ ਛੱਡਿਆ ਕਿ ਆਈ ਹੈਵ ਟੇਕਨ ਦਾ ਰਿਸਕ ਵੀ ਆਪਾਂ ਜਾਂਦੇ ਜਾਂਦੇ ਜਿਹੋ ਜਿਹਾ ਪੰਜਾਬ ਮੈਨੂੰ ਮਿਲਿਆ ਸੀ ਨਾ, ਸੋਹਣਾ ਪੰਜਾਬ, ਹੱਸਦਾ ਖੇਡਦਾ, ਸਾਫ਼ ਪਾਣੀ, ਸਾਫ਼ ਹਵਾ, ਮਿਲਣਸਾਰ ਲੋਕ, ਜਿਹੋ ਜਿਹਾ ਪੰਜਾਬ ਮੈਨੂੰ ਮਿਲਿਆ ਸੀ ਉਹੋ ਜਿਹਾ ਤਾਂ ਬੱਚਿਆਂ ਨੂੰ ਦਈਏ। ਸਾਡਾ ਪਾਣੀ ਖਤਮ ਹੋ ਜਾਣਾ 15 ਸਾਲ ਚ, ਕੀ ਕਰਾਂਗੇ? ਮੈਂ ਬੱਚਿਆਂ ਲਈ ਆਪਣੇ ਲਈ ਬੈਂਕ ਬੈਲੈਂਸ ਛੱਡ ਜਾਊਂਗਾ, ਕੋਠੀ ਛੱਡ ਜਾਊਂਗਾ। ਜੇ ਪੰਜਾਬ ਦੀ ਹਵਾ ਨਾ ਬਚੀ, ਪਾਣੀ ਨਾ ਬਚਿਆ, ਨਸ਼ੇ ਹੋਏ, ਇੱਥੇ ਕ੍ਰਾਈਮ ਹੋਇਆ, ਤਾਂ ਕਿਹੋ ਜਿਹਾ ਪੰਜਾਬ ਛੱਡ ਕੇ ਜਾਵਾਂਗੇ? ਸੋ ਪੰਜਾਬ ਨੂੰ ਬਚਾਉਣਾ ਇਟਸ ਅ ਵੈਰੀ ਬਿਗ ਚੈਲੰਜ, ਬਿਗ ਓਪਰਚੁਨਿਟੀ ਐਜ਼ ਵੈਲ। ਮੈਂ ਜੀਵਨ ਜੀ ਤੇ ਆ ਰਿਹਾ, ਜੀਵਨ ਜੀ ਤੇ ਆ ਰਿਹਾ। ਉਸ ਤੋਂ ਬਾਅਦ ਡਾਕਟਰ ਸਾਹਿਬ ਕੁਮਾਰ ਸਾਹਿਬ, ਤੁਸੀਂ ਹੁਣ ਜੀਵਨ ਜੀ ਤੇ ਆ ਰਹੇ। ਇੱਕ ਮਿੰਟ ਜੀ ਡਾਕਟਰ ਸਾਹਿਬ, ਜਿਹੜੀ ਚੀਜ਼ ਪਿਸ਼ੌਰਾ ਸਿੰਘ ਜੀ ਗੱਲ ਕਰ ਰਹੇ ਨੇ ਜਾਂ ਦੂਸਰੇ ਚਾਂਜੀ ਜਿਵੇਂ ਕੀਤੀ ਹੈਗੀ ਆ, ਟਰਸਟ ਦੀ ਗੱਲ ਆ। ਸਾਡਾ ਵੈਸੇ 40-45 ਸਾਲ ਦਾ ਐਕਸਪੀਰੀਅੰਸ ਇਹ ਹੋ ਚੁੱਕਿਆ ਹੈਗਾ। ਜਿਹੜੇ ਲੀਡਰਾਂ ਦੀ ਗੱਲ ਕਰਦੇ ਆ, ਚਲੋ ਹੁਣ ਤਾਂ ਲੀਡਰ ਸੈਪਰੇਟ ਆਇਆ, ਤੁਸੀਂ ਕਹਿ ਰਹੇ ਹੋ ਜੀ ਇਹ ਬੜੇ ਓਨੈਸਟ ਨੇ, ਵੈਰੀ ਗੁੱਡ ਫਾਰ ਦੈਟ, ਵੀ ਵਿਲ ਸੀ ਇਟ। ਇਹ 6 ਮਹੀਨੇ ਦੀ ਗੇਮ ਆ ਸਾਰੀ, ਕੋਈ ਬੜੀ ਚੀਜ਼ ਨਹੀਂ ਹੈਗੀ। ਵੀ ਵਿਲ ਟਾਕ ਅਬਾਊਟ ਦੈਟ। ਕੁਐਸਚਨ ਇਹ ਆਉਂਦਾ ਹੈਗਾ ਕਿ ਜਿਹੜੇ ਜਿੰਨੇ ਵੀ ਇੰਡੀਆ ਦੇ ਵਿੱਚ ਪੋਲੀਟੀਸ਼ੀਅਨ ਲਾ ਲਓ ਜਾਂ ਹੋਰ ਲਾ ਲਓ ਦੂਸਰੇ, ਉਹਨਾਂ ਨੂੰ NRI ਤੇ ਕੋਈ ਮਤਲਬ ਨਹੀਂ ਹੈਗਾ। NRI ਦੇ ਕੋਲੇ ਬ੍ਰੇਨ ਇੰਨਾ ਬੈਠਾ, ਯੂਨਾਈਟਿਡ ਸਟੇਟ ਦੇ ਵਿੱਚ 60% ਦੇ ਲੋਕ ਵੈਰੀ ਪ੍ਰੋਫੈਸ਼ਨਲ ਬੈਠੇ ਆ, ਨਾਸਾ ਤੱਕ। ਹਰਭਜਨ ਸਮਰਾ ਬੈਠਾ ਹੈਗਾ, 24 ਘੰਟੇ ਸੋਚਦਾ ਰਹਿੰਦਾ ਮੈਂ ਕੀ ਇਹਨਾਂ ਦੀ ਹੈਲਪ ਕਰਾਂ। ਪਰ ਉਹ ਹੈਲਪ ਲੈਣ ਦੀ ਖਾਤਰ ਤਦ ਉਹ ਡਿਮਾਂਡ ਐਂਡ ਸਪਲਾਈ, ਜਦੋਂ ਤੁਹਾਡੇ ਲੀਡਰ ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਆ, ਉਹ ਕਹਿਣਗੇ ਜੋ ਸੰਧੂ ਜੀ ਸਾਡੀ ਹੈਲਪ ਕਰੋ, ਦੈਟ ਵਿਲ ਬੀ ਹੈਲਪਫੁਲ, ਕਿਉਂਕਿ ਉਹਨੂੰ ਨੀਡ ਹੈਗੀ ਆ। ਸੈਕੰਡਲੀ ਜਿਹੜੀ ਹੈਲਥ ਡਿਪਾਰਟਮੈਂਟ, ਤੁਸੀਂ ਕਹੋ ਤੁਹਾਨੂੰ ਮੈਡੀਕਲ ਦੀ ਸਪੋਰਟ ਆ, ਵੀ ਵਿਲ ਡੂ ਇਟ ਫਰੋਮ ਹੀਅਰ। ਤੁਸੀਂ ਕਹੋ ਅਸੀਂ ਐਜੂਕੇਸ਼ਨ ਦੀ ਗੱਲ ਹੈ ਜਾਂ ਹੈਲਥ ਦੀ ਆ, ਸੋ ਵੀ ਵਿਲ ਵਰਕ ਔਨ ਦੈਟ। ਜਿੰਨਾ ਚਿਰ ਪੰਜਾਬ ਦਾ ਲੀਡਰ ਇਹ ਨਹੀਂ ਕਰਦਾ ਕਿ ਜਿਹੜੇ ਉਹਨਾਂ ਦੇ ਸੈਕਟਰੀ ਨੇ ਉਹਨਾਂ ਨੂੰ ਬਿਠਾ ਕੇ ਗੱਲ ਨਹੀਂ ਕਰਦਾ ਵੀ ਆਓ, ਉਹਨਾਂ ਚਿਰ ਗੱਲ ਨਹੀਂ ਬਣਨੀ। ਇਹਨਾਂ ਦੇ ਕੋਲ ਬੜਾ ਚਰਨਜੀਤ ਠੀਕ ਕਹਿ ਰਿਹਾ, ਬੈਡ ਐਕਸਪੀਰੀਅੰਸ ਹੈ, ਇਸ ਕਰਕੇ ਕੌਨਫੀਡੈਂਸ ਤੁਹਾਨੂੰ ਦੇਣਾ ਪਊਗਾ। ਐਂਡ ਵਾਰੀ ਚਲੋ ਬਈ ਜੀਵਨ ਗਿੱਲ ਸਾਹਿਬ, ਜੀਵਨ ਗਿੱਲ ਜੀ। ਥੈਂਕ ਯੂ ਡਾਕਟਰ ਸਾਹਿਬ, ਕਾਫੀ ਚੰਗੇ ਸੁਝਾਅ ਮਿਲ ਰਹੇ ਹੈਗੇ ਤੁਹਾਡੇ ਤੋਂ। ਪਰ ਅਸੀਂ ਇਹੀ ਉਮੀਦ ਕਰਦੇ ਹੈਗੇ ਆ ਵੀ ਇਹਨਾਂ ਨੂੰ ਤੁਸੀਂ ਇੰਪਲੀਮੈਂਟੇਸ਼ਨ ਨਾਲ ਜ਼ਿਆਦਾ ਧਿਆਨ ਦਿਓ, ਤਾਂ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਬਣਿਆ ਰਵੇ। ਐਜ਼ ਏ ਪੋਲੀਟੀਸ਼ੀਅਨ ਇੱਥੇ ਹੈਗਾ ਵੀ ਜਿਵੇਂ ਹੁਣ ਤੁਸੀਂ ਕਿਹਾ ਵੀ ਮਾਡਲ ਬਣਾਓ, ਮਾਡਲ ਤੁਹਾਨੂੰ ਰਿਕੁਐਸਟ ਕਰਨੇ ਪੈਣੇ ਹੈਗੇ ਆ ਵੀ ਇੱਥੋਂ ਕੀ ਚਾਹੀਦਾ ਹੈਗਾ, ਉਸ ਹਿਸਾਬ ਦਾ ਜਰੀਆ ਯਾਨੀ ਕਿ ਹੋ ਜਾਂਦਾ ਹੈਗਾ। ਡਿਫਰੈਂਟ ਉਸ ਕੈਟੇਗਰੀ ਦੇ ਵਿੱਚ ਕੋਈ ਤੁਹਾਨੂੰ ਚੈਨਲ ਖੋਲਣਾ ਪੈਣਾ ਹੈਗਾ, ਜਿਹੜੇ ਚੈਨਲ ਦੇ ਥਰੂ ਉਹ ਬੰਦੇ ਆਉਣ। ਨਹੀਂ, ਆਈ ਐਗਰੀ ਵਿਦ ਯੂ ਜੀ। ਅੱਛਾ, ਤੁਹਾਡੇ ਵਾਸਤੇ ਅੱਛੀ ਗੱਲ ਇਹ ਹੈ ਕਿ ਥੋੜਾ ਜਿਹਾ ਨਾ, ਇੱਕ ਮਿੰਟ ਡਾਕਟਰ ਕੁਮਾਰ ਜੀ ਪਲੀਜ਼ ਗੋ ਹੈਡ ਤੇ ਦੋਨਾਂ ਦਾ ਜਵਾਬ ਦੇ ਦਿਓ ਜੀ, ਫਿਰ ਬਲਵੀਰ ਜੀ। ਹਾਂਜੀ, ਮੈਂ 2-3 ਚੀਜ਼ਾਂ ਕਲੈਰੀਫਾਈ ਕਰਨੀਆਂ ਚਾਹੁੰਦਾ ਜਿਹੜੀਆਂ ਥੋੜਾ ਰੱਖਿਓ ਗਰੇਵਾਲ ਸਾਹਿਬ ਨੇ ਕਹੀਆਂ। ਤੇ ਉਹਦੇ ਵਿੱਚ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, 2 ਗੱਲਾਂ ਹੈਗੀਆਂ। ਕਿਉਂਕਿ ਤੁਸੀਂ ਪਹਿਲਾਂ ਸੁਪਨਿਆਂ ਦੀ ਗੱਲ ਕੀਤੀ ਢਿੱਲੋਂ ਸਾਹਿਬ ਨੇ, ਕਿਉਂਕਿ ਮੈਂ ਸੁਪਨਿਆਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦਾ 38 ਸਾਲ ਤੋਂ ਮੈਂਟਲ ਹੈਲਥ ਦੇ ਵਿੱਚ। ਤੇ ਹੋਪਲੈਸਨੈਸ ਤੇ ਲਰਨਡ ਹੈਲਪਲੈਸਨੈਸ, ਇਹ 2 ਕਨਸੈਪਟ ਜਿਹੜੇ ਆ, ਇਹਨਾਂ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਬਿਠਾਓ ਕਿ ਇਹ ਜਿਹੜੇ 2 ਸ਼ਬਦ ਆ, ਉਹ 2 ਸ਼ਬਦ ਜਿਹੜੇ ਆ NRI ਜਿਹੜੇ ਹੈਗੇ ਆ ਇੱਥੋਂ, ਜਿਹੜੇ ਜਾ ਕੇ ਬਰਨ ਆਊਟ ਹੋ ਗਏ ਆ ਆਪਣੇ ਪ੍ਰੋਜੈਕਟ ਲਿਜਾ ਕੇ। ਮੈਂ ਵੀ ਹੁਣੇ ਮਹੀਨਾ ਰਹਿ ਗਿਆ, ਮੈਂ ਬੜੇ ਲੋਕਾਂ ਨਾਲ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ। ਤੇ ਮੇਰੇ ਤੋਂ ਛੋਟਾ ਬ੍ਰਦਰ ਵੀ PGI ਡਾਕਟਰ ਹੈਗਾ, ਪ੍ਰੋਫੈਸਰ ਹੈਗਾ ENT ਦੇ ਵਿੱਚ। ਤੇ ਅਸੀਂ ਦੋਨੇ ਕੋਸ਼ਿਸ਼ ਕਰਦੇ ਹਾਂ। ਆਪਾਂ ਮੋਬਾਈਲ ਕਲੀਨਿਕ ਦੀ ਕੋਸ਼ਿਸ਼ ਕਰ ਰਹੇ ਹਾਂ 10 ਸਾਲਾਂ ਤੋਂ। ਤੇ ਮੋਬਾਈਲ ਕਲੀਨਿਕ ਜਿਹੜੇ ਔਰਲ ਕੈਂਸਰ ਬੱਚਿਆਂ ਬਜ਼ੁਰਗਾਂ ਨੂੰ ਉੱਚਾ ਸੁਣਦਾ, ਅਸੀਂ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਹੀਅਰਿੰਗ ਏਡ ਦੇ ਕੇ ਆਈਏ, ਉਹਨਾਂ ਦੀ ਗੱਲ ਸੁਣ ਕੇ ਆਈਏ, ਉਹਨਾਂ ਨਾਲ ਬੈਠ ਕੇ ਆਈਏ। ਲੇਕਿਨ ਜਿਹੜੀ ਲਰਨਡ ਹੈਲਪਲੈਸਨੈਸ ਹੈ ਨਾ, ਇਹ 2 ਕਨਸੈਪਟ ਆ। ਤੇ ਜਿਹੜੇ ਨਸ਼ੇ ਦੇ ਵਿੱਚ ਉਹਦੇ ਨਾਲ ਹੋਰ 2 ਕਨਸੈਪਟ ਆ, ਡਿਪਰੈਸ਼ਨ ਤੇ PTSD, ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਤੇ ਡਿਪਰੈਸ਼ਨ। ਜਿੰਨੀ ਦੇਰ ਇਹਨਾਂ ਪਾਲਿਸੀਜ਼ ਨੂੰ ਆਪਾਂ ਇਹ ਕਨਸੈਪਟ ਨੂੰ ਨਹੀਂ ਨਾ ਸਮਝਾਂਗੇ, ਜਿੰਨੇ ਵੀ ਤੁਹਾਡੇ ਸੈਕਟਰੀ ਆ, ਹੈਲਥ ਸੈਕਟਰੀ ਆ, ਐਜੂਕੇਸ਼ਨ ਸੈਕਟਰੀ ਹੈ, ਹੋਮ ਸੈਕਟਰੀ ਹੈ, ਜਿਹੜੇ ਇੰਡਸਟਰੀ ਦੇ ਸੈਕਟਰੀ, ਉਹਨਾਂ ਨੂੰ ਇਕੱਠਿਆਂ ਨੂੰ ਬਿਠਾ ਕੇ ਤੇ ਇੱਕ NRI ਗਰੁੱਪ ਦੇ ਨਾਲ, ਜਿੱਦਾਂ ਸਾਡਾ ਗਰੁੱਪ ਹੈ, ਇਹ 20-25 ਬੰਦੇ ਲੈ ਕੇ ਆਪਾਂ ਇੱਕ ਬ੍ਰੇਨਸਟਾਰਮ ਕਰੀਏ, ਉਹਨਾਂ ਨਾਲ ਪਹਿਲਾਂ ਪਾਲਿਸੀ ਬਣਾਈਏ ਤੇ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੇ ਵੇਅਰ ਵੀ ਆਰ ਸਟਕ।
what is the learned helplessness NRI are feeling, and what is the hopelessness NRI feeling, and how we could reactivate and rejuvenate those wishes and those dreams in them. ਚੀਮਾ ਸਾਹਿਬ ਡਾਕਟਰ ਗਿੱਲ ਸਾਹਿਬ। ਡਾਕਟਰ ਸਾਹਿਬ ਜੀ ਦੇਖੋ, ਤੁਸੀਂ ਵੀ ਬਹੁਤ ਚੰਗਾ ਪ੍ਰੈਜੈਂਟੇਸ਼ਨ ਕੀਤੀ। ਸਾਡੇ NRIਆਂ ਦੇ ਵੀ ਜਿਹੜੇ ਕੰਸਰਨ ਆ ਨਾ, ਇਹ ਲੈਜਿਟਮੇਟ ਕੰਸਰਨ ਆ ਸਾਰਿਆਂ ਨੇ ਹੀ। ਜੋ ਕਿਹਾ ਨਾ, ਜਦੋਂ ਤੁਸੀਂ ਚੇਂਜ ਲਿਆਓਗੇ ਨਾ, ਤੁਹਾਨੂੰ NRI ਜ਼ਰੂਰ ਕੌਨਫੀਡੈਂਸ ਦੇਣਗੇ। ਗੱਲ ਸੁਣੋ, ਤੁਸੀਂ ਕਹਿੰਦੇ ਨਾ ਵੀ ਸਾਨੂੰ ਕੌਨਫੀਡੈਂਸ ਦਵਾਓ, ਅਸੀਂ ਜ਼ਰੂਰ ਦੇਵਾਂਗੇ, ਪਰ ਤੁਹਾਡਾ ਜਿਹੜਾ ਸਟੈਪ ਆ ਨਾ, ਉੱਥੇ ਚੇਂਜ ਜਿਹੜੀ ਲਿਆਉਣੀ ਨਾ ਬਹੁਤ ਜ਼ਰੂਰੀ ਆ। ਉਹ ਚੇਂਜ ਕਿੱਦਾਂ ਆ ਸਕਦੀ ਆ? ਜਿਹੜਾ ਤੁਸੀਂ ਹੁਣ ਨਵਾਂ ਸਟੈਪ ਫੋਰਵਰਡ ਕਰਨਾ ਨਾ, ਉਹ ਲੋਕਾਂ ਨੂੰ ਦੱਸੋ ਵੀ ਅਸੀਂ ਆਹ ਕਰ ਰਹੇ ਹਾਂ ਪਿੰਡਾਂ ਲਈ, ਆਹ ਕਰ ਰਹੇ ਹਾਂ ਅਸੀਂ ਸ਼ਹਿਰਾਂ ਲਈ, ਤੇ ਕੋਈ ਨਾ ਕੋਈ ਏਦਾਂ ਦਾ ਕੰਮ ਕਰੋ ਜਿਹਦੇ ਨਾਲ ਨਾ ਲੋਕਾਂ ਨੂੰ ਜੌਬ ਵੀ ਮਿਲ ਜਾਣ, ਲੋਕੀ ਟਰਸਟ 'ਚ ਵੀ ਗੌਰਮੈਂਟ 'ਚ ਕਰਨ ਲੱਗ ਪੈਣ। ਹੁਣ ਬਿਲਕੁਲ ਟਰਸਟ ਲੂਜ਼ ਹੋਇਆ ਜੀ ਗੌਰਮੈਂਟ। NRI ਨੂੰ ਤੁਸੀਂ ਜਦੋਂ ਵੀ ਕਿਤੇ ਕਹੋਗੇ ਨਾ ਲੋੜ ਪਈ, ਤਾਂ NRI will be there. ਬਿਊਟੀਫੁਲ, ਥੈਂਕ ਯੂ। ਚੀਮਾ ਸਾਹਿਬ। ਹਾਂਜੀ ਹਾਂ ਸਰ, ਡਾਕਟਰ ਸਾਹਿਬ ਬਰੀਫਲੀ 4-5 ਪੁਆਇੰਟ ਤੁਹਾਡੇ ਤੁਸੀਂ ਕਹੇ, ਮੈਂ ਉਹੀ ਰੈਫਰ ਕਰਾਂਗਾ ਕਿ ਮੈਂ ਬੈਨੀਫਿਟ ਚਾਹੁੰਦਾ ਕਿ ਮੇਰੇ ਹਿਸਾਬ ਨਾਲ, ਮੇਰੀ ਨਜ਼ਰਾਂ 'ਚ ਰੀਸੈਂਟ ਪਾਸ ਦੇ ਵਿੱਚ ਪੰਜਾਬ ਦੇ ਕੋਲ ਭਗਵੰਤ ਮਾਨ ਤੋਂ ਬੈਟਰ ਲੀਡਰ ਕੋਈ ਨਹੀਂ ਹੈਗਾ, ਤੇ ਨਾ ਹੀ ਮੈਂ ਕੋਈ ਹੋਰ ਦੇਖਦਾ। ਪਰ ਪ੍ਰੋਵਾਈਡਡ ਕਿ ਭਗਵੰਤ ਮਾਨ ਕੰਮ ਕਰੇ, ਭਗਵੰਤ ਮਾਨ ਤੇ ਟਰਸਟ ਕਰਕੇ ਪਾਰਟੀ ਨੂੰ ਕੰਮ ਕਰਨ ਦਵੇ। ਤੁਸੀਂ ਵੀ ਬਹੁਤ ਸਾਰੇ ਸੂਝਵਾਨ ਹੋ, ਪਰ ਮੈਨੂੰ ਇਹ ਲੱਗਦਾ ਕਿ ਜਿਹੜੀ ਪਾਰਟੀ ਲੀਡਰਸ਼ਿਪ ਆਪਾਂ ਸਾਰੇ ਜਾਣੇ, ਇਹ ਤੁਹਾਡੀ ਮੈਂ ਲਿਮਿਟੇਸ਼ਨ ਸਮਝਦਾ ਕਿ ਬੀਇੰਗ MLA ਆਮ ਆਦਮੀ ਪਾਰਟੀ, ਤੁਸੀਂ ਉਹਨਾਂ ਦੀ ਗੱਲ ਕਰਨੀ, ਤੁਸੀਂ ਕੇਜਰੀਵਾਲ ਨੂੰ ਹਾਈਲਾਈਟ ਕਰਨਾ ਹੀ ਕਰਨਾ ਹੈ, ਔਰ ਇਹੀ ਪਰਪਸ। ਮੈਂ ਤੁਹਾਡੇ ਹੁਣ 4-5 ਇਸ਼ੂ ਇੱਥੇ ਲਵਾਂਗਾ। ਤੁਸੀਂ ਇੱਕ ਤਾਂ ਹਨੀਮੂਨ ਪੀਰੀਅਡ ਦੀ ਗੱਲ ਕੀਤੀ ਸੀ। ਹਨੀਮੂਨ ਪੀਰੀਅਡ ਠੀਕ ਹੈ, ਨਹੀਂ ਹੈਗਾ। ਰੀਜ਼ਨ ਇਹ ਹੈ ਕਿ ਕੋਈ ਪੰਜਾਬੀ ਲੋਕੀ ਹੁਣ ਐਗਰੈਸਿਵ ਹੋ ਗਏ, ਦੇ ਵਾਂਟ ਰਿਜ਼ਲਟਸ, ਤੇ ਕਿਉਂਕਿ ਡਰੱਗ ਔਰ ਬੇਅਦਬੀ ਦੇ ਮੁੱਦੇ ਤੇ 2 ਨਹੀਂ 3 ਸਰਕਾਰਾਂ ਚਲੀ ਗਈਆਂ। ਉਹ ਵੱਡੇ ਇਸ਼ੂ ਜੇ ਅਸੀਂ ਇਗਨੋਰ ਕਰਾਂਗੇ, ਅਸੀਂ ਨਹੀਂ ਹੋਵਾਂਗੇ। ਉਹ ਹਨੀਮੂਨ ਪੀਰੀਅਡ ਕਿਉਂ ਨਹੀਂ? ਕਿਉਂਕਿ ਕੇਜਰੀਵਾਲ ਦੀਆਂ ਸਟੇਟਮੈਂਟਾਂ ਨੇ ਕਿ ਬੇਅਦਬੀ ਦਾ ਤਾਂ 24 ਘੰਟਿਆਂ ਦੇ ਵਿੱਚ ਬੰਦਾ ਅਸੀਂ ਅੰਦਰ ਦੇ ਦਿਆਂਗੇ। ਫਿਰ ਡਰੱਗਸ ਦੇ ਵਿੱਚ ਕਹਿੰਦੇ CM ਦੀ ਵਿਲ ਹੋਣੀ ਚਾਹੀਦੀ, ਨੀਤ ਠੀਕ ਹੋਣੀ ਚਾਹੀਦੀ, 10 ਦਿਨਾਂ 'ਚ ਸੋਲਵ ਹੋ ਜਾਂਦਾ। ਉਹ ਕੰਮ ਨਹੀਂ ਹੋ ਰਹੇ, ਐਕਸ਼ਨ ਨਹੀਂ ਹੋ ਰਿਹਾ। ਸਾਨੂੰ ਪਤਾ ਕਿ ਟਾਈਮ ਸ਼ਾਰਟ ਹੈ, ਇੰਨਾ ਟਾਈਮ ਨਹੀਂ, ਟਾਈਮ ਜ਼ਿਆਦਾ ਚਾਹੀਦਾ। ਪਰ ਪ੍ਰੋਬਲਮ ਉਹੀ ਹੈ ਕਿ ਜੋ ਕੈਪਟਨ ਅਮਰਿੰਦਰ ਨੇ ਦਾਅਵੇ ਕੀਤੇ ਸੀ, ਛੱਡੇ ਸੀ, ਉਹੀ ਕੇਜਰੀਵਾਲ ਨੇ ਕੀਤੇ। ਔਰ ਜਦੋਂ ਅਸੀਂ ਐਕਟ ਨਹੀਂ ਕਰਦੇ ਤਾਂ ਲੋਕਾਂ 'ਚ ਰਿਜ਼ੈਂਟਮੈਂਟ ਆਊਗੀ। ਠੀਕ ਹੈ ਜੀ। ਉਸ ਤੋਂ ਬਾਅਦ 2 ਛੋਟੇ ਕੁਐਸਚਨ ਕਰਕੇ ਫਿਰ ਲਾਸਟ ਤੁਹਾਡੀ ਹਿੰਟ ਤੇ ਆਊਂਗਾ। ਇੱਕ ਤੁਸੀਂ ਪ੍ਰਾਈਵੇਟ ਐਜੂਕੇਸ਼ਨ ਮਾਫੀਆ ਦੀ ਗੱਲ ਕੀਤੀ ਸੀਗੀ। ਠੀਕ ਹੈ, ਅਸੀਂ ਐਜੂਕੇਸ਼ਨ ਸਿਸਟਮ ਕਰਨਾ, ਸਾਨੂੰ ਪ੍ਰਾਈਵੇਟ ਮਾਫੀਆ ਖਤਮ ਕਰਨਾ ਪਊਗਾ। ਪਰ ਜਦੋਂ ਅਸੀਂ ਐਗਜ਼ਾਮਪਲ ਸੈਂਡ ਕਰ ਰਹੇ ਹਾਂ, ਉਹ ਮਾਫੀ ਦੇ ਬੰਦੇ ਨੂੰ ਅਸੀਂ ਮੈਂਬਰ ਨਾਮੀਨੇਟ ਕਰਦੇ ਹਾਂ ਰਾਜ ਸਭਾ ਦੇ ਵਿੱਚ। ਔਰ ਹੁਣ ਜਿਹੜੀ ਲਾਈਟ ਆ ਰਹੀ ਹੈ, ਇੰਡੀਕੇਸ਼ਨ ਨਿਊਜ਼ ਆ ਰਹੀਆਂ ਨੇ ਕਿ ਲੈਂਡ ਗ੍ਰੈਬਿੰਗ ਵੀ ਹੈਗੀ, ਉਹਦੇ ਵਿੱਚ ਵੀ ਇਨਵੋਲਡ ਹੈ। ਉਹਦੇ ਲੈਂਡ ਵੀ ਪ੍ਰਾਈਵੇਟ ਹੋਲਡ ਕੀਤੀ ਹੈ, ਅਜੇ ਕਿ ਮਿਨਿਸਟਰ ਨੇ ਉਹਦਾ ਨਾਂ ਨਹੀਂ ਲਿਆ, ਚਾਹੇ ਹੰਸ ਦਾ ਲੈ ਲਿਆ। ਸੋ ਦੀਜ਼ ਆਰ ਦੀ ਥਿੰਗਸ। ਫਿਰ ਲੈਂਡ ਰਿਫਾਰਮ ਦੇ ਵਿੱਚ ਇਹੀ ਹੈ। ਤੇ ਦੂਸਰਾ, ਲੈਂਡ ਰਿਫਾਰਮ ਦੇ ਵਿੱਚ ਜਦੋਂ ਅਸੀਂ ਬੰਦੇ ਫੜਨੇ ਆ, ਅਸੀਂ ਜਿਹੜੇ ਇਨਫਲੂਐਂਸ਼ੀਅਲ ਪੰਸਿਆਂ ਨੂੰ ਅਸੀਂ ਉਸ ਪਾਸੇ ਹੱਥ ਪਾਓਗੇ, ਕੱਲ ਨੂੰ ਸਾਨੂੰ ਨਹੀਂ ਪਤਾ। ਪਰ ਅਜੇ ਅਸੀਂ ਛੋਟਿਆਂ ਤੇ ਜਾ ਰਹੇ ਹਾਂ, ਇਸ ਕਰਕੇ। ਪਰ ਜੇ ਵੱਡਿਆਂ ਨੂੰ 2-4 ਫੜ ਲਓਗੇ, ਛੋਟੇ ਆਪੇ ਲਾਈਨ 'ਚ ਆ ਜਾਣਗੇ। ਛੋਟਿਆਂ ਨੂੰ ਹੱਥ ਪਾਓਗੇ, ਉਹ ਰਿਜ਼ੈਂਟਮੈਂਟ ਆਏਗੀ, ਵੱਡਿਆਂ ਦੇ ਹੱਥ ਨਹੀਂ ਪਾਓਗੇ। ਇਹ ਵੱਡਾ ਇਸ਼ੂ ਹੈ। ਇਹਦੇ ਨਾਲ ਹੀ ਕਿਉਂਕਿ ਅੰਮ੍ਰਿਤਸਰ ਦੀ ਜਿਹੜੀ ਲੈਂਡ ਹੋਈ ਹੈ, ਸੇਲ ਕੀਤੀ ਗਈ ਹੈਗੀ ਹੈ, ਬੜੇ ਘੱਟ ਪ੍ਰਾਈਸ ਤੇ ਦਿੱਤੀ ਗਈ ਹੈ। ਪ੍ਰੈਜ਼ੈਂਟ ਗਵਰਨਮੈਂਟ ਨੇ ਦਿੱਤੀ ਹੈ, ਉਹਦੀ ਜਸਟੀਫਿਕੇਸ਼ਨ ਨਹੀਂ ਹੈਗੀ। ਉਹਦੀ ਜਸਟੀਫਾਈ ਕਿਵੇਂ ਕਰੋਗੇ? ਤੁਸੀਂ ਲੋ ਪ੍ਰਾਈਸ ਤੇ ਦੇਤੀ ਔਰ ਬਹੁਤ ਭੱਜ ਨੱਠ ਚ ਕੁਇਕ ਫਾਸਟ ਕਰਕੇ ਦਿੱਤੀ ਹੈਗੀ ਹੈ। ਠੀਕ ਹੈ। ਹੁਣ ਤੁਹਾਡਾ ਤੁਸੀਂ 1-2 ਗੱਲਾਂ ਕੀਤੀਆਂ ਸਟਾਰਟਿੰਗ ਦੇ ਵਿੱਚ ਕਿ ਜਿਹੜਾ ਮੋਦੀ ਹੈਗਾ ਪ੍ਰਾਈਮ ਮਿਨਿਸਟਰ ਤੇ ਅਮਿਤ ਸ਼ਾਹ ਦੀ ਜਿਹੜੀ ਜੋੜੀ ਹੈਗੀ ਹੈ, ਇਹ ਸੀਡੋ ਸੈਕੂਲਰਿਜ਼ਮ ਕਰਕੇ ਜਿਹੜਾ ਹਿੰਦੂਤਵ ਕਰ ਰਹੇ ਨੇ, ਤੇ ਇਹਨੂੰ ਸਿਰਫ ਕੇਜਰੀਵਾਲ ਹੀ ਨੱਥ ਪਾ ਸਕਦਾ ਆ। ਵੈਰੀ ਪੋਲਾਈਟਲੀ ਐਂਡ ਰਿਸਪੈਕਟਫੁਲੀ ਆਈ ਡਿਸਐਗਰੀ ਵਿਦ ਯੂ ਸਰ। ਕੇਜਰੀਵਾਲ ਦਾ ਜੋ ਐਕਸ਼ਨ ਅਜੇ ਤੱਕ ਟੋਟਲੀ ਅਗੇਂਸਟ ਹੈ। ਉਹ ਵੀ ਬੈਕਗਰਾਉਂਡ ਉਹ RSS ਦੀ ਲੈ ਕੇ ਉਸੇ ਲਾਈਨ ਤੇ ਐਕਟ ਕਰ ਰਿਹਾ। ਮੁਸਲਿਮ ਦੇ ਅਗੇਂਸਟ ਇੰਨਾ ਅਤਿਆਚਾਰ ਹੋ ਰਿਹਾ, ਚਾਹੇ ਦਿੱਲੀ 'ਚ ਹੋ ਰਿਹਾ, ਉਹ ਇੱਕ ਵਾਰ ਵੀ ਉਹਨੇ ਸਟੈਂਡ ਨਹੀਂ ਲਿਆ। ਹੀ ਆਲਵੇਸ ਸ਼ੋ ਸਟੈਂਡ ਵਿਦ ਦਾ ਪ੍ਰੋ ਹਿੰਦੂ। ਉਸੇ ਲਾਈਨ ਤੇ ਚੱਲ ਰਿਹਾ, ਪਰ ਉਸੇ ਲਾਈਨ ਤੇ ਚੱਲ ਕੇ ਉਹ ਕੰਪੀਟ ਨਹੀਂ ਕਰ ਸਕਦਾ ਮੋਦੀ। ਸੋ ਇਸ ਕਰਕੇ ਆਈ ਡੋਂਟ ਐਗਰੀ ਵਿਦ ਦੈਟ ਇਸ਼ੂ ਕਿ ਉਹ ਇਸ ਕਰਕੇ ਉਹ ਇਸ਼ੂ ਹੋ ਜਾਏਗਾ। ਦੂਸਰੀ ਇੱਕ ਗੱਲ ਹੋਰ ਤੁਸੀਂ ਕੀਤੀ ਸੀਗੀ ਕਿ ਪ੍ਰਾਇੋਰਟੀ ਇਸ਼ੂ ਕਿਹੜੇ ਸੈੱਟ ਹੋਣਗੇ, ਜਾਂ ਕਿ ਲੈਕ ਆਫ ਟਰਸਟ ਇਨ ਲੋਕਲਸ। ਉਹ ਵੀ ਗੱਲ ਕਰਾਂ, ਪ੍ਰਾਇੋਰਟੀ ਇਸ਼ੂ ਦੀ ਗੱਲ ਹੈਗੀ ਆ। ਪ੍ਰਾਇੋਰਟੀ ਆਪਾਂ ਕਿਹੜੀ ਸੈੱਟ ਕਰਾਂਗੇ?
ਆਪਟੀਮਮ ਯੂਜ਼ ਆਫ ਰਿਸੋਰਸਸ ਦੀ ਗੱਲ ਕੀਤੀ ਸੀ। ਰਿਸੋਰਸਸ ਆਪਾਂ ਕਿੱਥੇ ਯੂਜ਼ ਕਰ ਰਹੇ ਹਾਂ? ਪੰਜਾਬ ਪੁਲਿਸ ਦੀ ਲੋੜ ਹੈ, ਡਰੱਗਸ ਵਾਸਤੇ ਲੋੜ ਹੈ, ਹੋਰ ਪਾਸੇ ਲੋੜ ਹੈ। ਤੁਹਾਡੇ ਮੈਂਬਰ ਕਹਿ ਰਹੇ ਨੇ ਕਿ ਸਾਡੇ ਏਰੀਆ 'ਚ ਲੋਕੀ ਕਹਿ ਰਹੇ ਨੇ, ਉਹ ਸੀਐਮ ਨੂੰ ਵੀ ਮਿਲ ਕੇ ਆਇਆ ਤੁਹਾਡਾ ਐਮਐਲਏ, ਉਹਨੇ ਵੀ ਗੱਲ ਨਹੀਂ ਸੁਣੀ। ਇੱਕ ਐਮਐਲਏ ਨੇ ਟੀਮ ਬਣਾਈ ਹੈਗੀ ਹੈ, ਉਹਦੇ ਵਾਈਸ ਪ੍ਰੈਜ਼ੀਡੈਂਟ ਤੇ ਐਕਟ ਕਰ ਦਿੱਤਾ, ਉਹਦੇ ਅਟੈਕ ਕੀਤਾ ਹੈਗਾ। ਪੁਲਿਸ ਐਕਟ ਨਹੀਂ ਕਰ ਰਹੀ, ਉਹ ਪੁਲਿਸ ਐਕਟ ਕਿੱਥੇ ਕਰ ਰਹੀ ਹੈ? ਝੂਠੇ ਕੇਸ ਬਣਾ ਕੇ ਕੇਜਰੀਵਾਲ ਨੂੰ ਡਿਫੈਂਡ ਕਰਨ ਵਾਸਤੇ, ਉਹ ਲੋਕਾਂ ਨੂੰ ਫੜਨ ਵਾਸਤੇ ਜਾ ਰਹੀ ਹੈ। ਹਾਊ ਯੂ ਜਸਟੀਫਾਈ ਆਪਟੀਮਮ ਯੂਜ਼ ਆਫ ਦਿਸ? ਫਿਰ ਲਾਸਟ ਕੁਐਸਚਨ ਮੇਰੀ ਹੈਗੀ ਆ ਕਿ ਲੈਕ ਆਫ ਟਰਸਟ ਇਨ ਲੋਕਲਸ। ਉਹ ਕੀ ਗੱਲ, ਤੁਹਾਡੇ ਪੰਜਾਬ, ਤੁਸੀਂ ਸੂਝਵਾਨ ਹੋ, ਭਗਵੰਤ ਮਾਨ ਸੂਝਵਾਨ ਹੈ, ਕੇਜਰੀਵਾਲ ਨੂੰ ਕਿਸੇ ਦਾ ਟਰਸਟ ਨਹੀਂ ਹੈਗਾ? ਕਿਉਂ ਆਪਣੀ ਟੀਮ ਉਹਨੂੰ ਲੈ ਕੇ ਬਿਠਾਈ ਚੰਡੀਗੜ੍ਹ ਤੋਂ? ਵਾਈ ਇਟ ਇਜ਼ ਸੋ? ਕੋਈ ਹਾਂ, ਬਲਬੀਰ ਜੀ ਜਵਾਬ ਦੇ ਦਿਓ, ਪਰ ਹਰਭਜਨ ਸਮਰਾ ਤੋਂ ਤੁਸੀਂ, ਪਰ ਹਰਭਜਨ ਸਮਰਾ ਤੁਸੀਂ ਸਟਾਰਟ ਕਰ ਦਿਓ, ਨਾਲ ਲੱਗਦੇ ਇਕੱਠੇ ਜਵਾਬ ਦੇ ਦੇਣਗੇ, ਫਿਰ ਕੋਈ ਗੱਲ ਨਹੀਂ, ਨੋਟ ਕਰਕੇ ਰੱਖਣਾ ਜੀ। ਅਸੀਂ ਜਿੰਨੇ ਵੀ ਬੰਦੇ ਇਕੱਠੇ ਹੋਏ ਆ ਜੀ, ਸਾਰੇ ਜਣੇ ਅਸੀਂ ਜਿਹੜੇ ਆ ਉਹ ਵੀ ਹੈਵ ਦੀ ਸੇਮ ਆਈਡੀਆ, ਸਾਰਿਆਂ ਦੇ ਸੇਮ ਹੀ ਇਸ਼ੂ ਹੈਗੇ ਆ। ਪਰ ਔਨ ਦਾ ਅਦਰ ਹੈਂਡ ਕੋਈ, ਬਿਕਾਜ਼ ਆਈ ਹੈਵ ਬੀਨ ਅ ਸਟੂਡੈਂਟ ਆਫ ਇਕਨੋਮਿਕਸ, ਤੋਂ ਮੈਨੂੰ ਥੋੜਾ ਜਿਹਾ ਮੇਰਾ ਧਿਆਨ ਹਮੇਸ਼ਾ ਉੱਥੇ ਚਲੇ ਜਾਂਦਾ। 2-3 ਪ੍ਰੋਜੈਕਟ ਜਿਹੜੇ ਤੁਹਾਡੇ ਹੈਗੇ ਪਿੰਡਾਂ 'ਚ, ਮੈਂ ਤੁਹਾਨੂੰ ਰਿਕਮੈਂਡ ਕਰੂੰਗਾ। ਇੱਕ ਤਾਂ ਜਿਹੜਾ ਤੁਹਾਡਾ ਗੋਬਰ ਗੈਸ ਵਾਲਾ, ਜੇ ਇਹਨੂੰ ਏਦਾਂ ਦਾ ਆਰਗੇਨਾਈਜ਼ ਕੀਤਾ ਜਾਵੇ ਵੀ ਸਾਰੇ ਇਕੱਲੇ ਆਪਦੇ ਲਾਉਣ ਦੀ ਬਜਾਏ ਇੱਕ ਮੈਗਾ ਪਲਾਂਟ ਲਾ ਕੇ ਬਾਕੀ ਸਾਰਿਆਂ ਨੂੰ ਗੈਸ ਉੱਥੋਂ ਦੇ ਦਿਓ। ਇੱਕ ਤਾਂ ਤੁਹਾਡੀ ਜਿਹੜੇ ਉਹ ਗੋਬਰ ਵਗੈਰਾ ਦੀ ਉਹ ਸਾਰੀ ਤੁਹਾਡੀ ਪ੍ਰੋਬਲਮ ਹੱਲ ਹੋ ਜਾਏਗੀ, ਕਲੀਨ ਵੀ ਹੋ ਜਾਏਗਾ ਸਾਰਾ ਕੁਝ। So make it as a corporation something ਕਿ ਜਿਹੜੇ ਬੰਦਿਆਂ ਨੂੰ ਮਿਲ ਜਾਏ, ਉਹਦੇ ਉੱਤੇ ਰੁਜ਼ਗਾਰ ਮਿਲ ਜਾਏ। ਨੰਬਰ 2 ਤੇ ਜਿਹੜਾ ਵਾਟਰ ਆ, ਲੋਕੀ ਆਪੋ ਆਪਣੇ ਨਲਕੇ ਡੂੰਘੇ ਕਰੀ ਜਾਂਦੇ ਆ। ਜਸਟ ਮੇਕ 1 ਪ੍ਰੋਜੈਕਟ ਓਵਰ ਦੇਅਰ, ਉਹਦੇ ਚ NRI ਵਗੈਰਾ ਬਹੁਤ ਹੈਲਪ ਕਰ ਸਕਦੇ ਆ ਕਿ ਸਾਰੇ ਪਿੰਡ ਨੂੰ ਇੱਕੋ ਪੰਪ ਤੋਂ ਜਾਂ 2 ਪੰਪਾਂ ਦੇ ਪਾਣੀ ਜਾਵੇ। ਨੰਬਰ 3 ਤੇ ਜਿਹੜਾ ਤੁਹਾਡਾ ਸੋਲਰ ਸਿਸਟਮ ਆ, ਇਟ ਸ਼ੁੱਡ ਬੀ ਡਨ ਵੈਰੀ ਐਕਸਟੈਂਸਿਵਲੀ ਇਨ ਪੰਜਾਬ, ਉੱਥੋਂ ਦਾ ਵੈਦਰ ਦੇਖ ਕੇ। ਇਹ ਸਾਰੀਆਂ 2-3 ਚੀਜ਼ਾਂ ਦੇ ਨਾਲ ਤੁਹਾਡੇ ਬਹੁਤ ਜ਼ਿਆਦਾ ਜਿਹੜੇ ਪ੍ਰੋਬਲਮ ਜਾਂ ਸ਼ਾਰਟੇਜ ਆ ਬਿਜਲੀ ਦੀ, ਹੋਰ ਸਾਰਾ ਕੁਝ ਆ, ਇਹ ਤੁਹਾਡਾ ਕਾਫੀ ਹੈਲਪ ਹੋ ਸਕਦੀ ਆ ਲੋਕਾਂ ਦੀ, ਪਬਲਿਕ ਦੀ ਐਟ ਲੀਸਟ। ਬਲਬੀਰ ਸਿੰਘ ਜੀ, ਡਾਕਟਰ ਸਾਹਿਬ, Can I have 1 minute, 1 second, please? ਹੋਰ ਚਰਨਜੀਤ ਕਰੋ, ਸਪੋਰਟ ਕਰੋ ਚਰਨਜੀਤ ਜੀ, ਪਿਆਰ ਨਾ ਕਰੋ ਚਰਨਜੀਤ ਜੀ। ਹਾਂਜੀ ਹਾਂਜੀ, ਦੇਖੋ ਤੁਸੀਂ ਆਖਿਆ ਕਿ ਡਾਕਟਰ ਸਾਹਿਬ ਕਿ ਤੁਸੀਂ ਮਾਡਲ ਬਣਾਵੋ। ਅਸੀਂ ਮਾਡਲ ਸਾਡੇ ਪਿੰਡ ਦੇ ਵਿੱਚ 20 ਸਾਲ ਪਹਿਲਾਂ ਬਣਾ ਦਿੱਤਾ। ਅਸੀਂ 20-25 ਲੱਖ ਰੁਪਇਆ ਖਰਚ ਕੇ ਅਸੀਂ ਗ੍ਰਾਸ ਗਰਾਊਂਡ ਬਣਾਈ, ਪਿੰਡ ਦੇ ਵਿੱਚ ਸਟੇਡੀਅਮ ਬਣਾਇਆ, ਤੇ ਉਹਨੂੰ ਅੱਜ ਤੱਕ ਅਸੀਂ ਲੁੱਕ ਆਫਟਰ ਕਰਦੇ ਆਏ ਆ। ਉੱਥੇ ਅਸੀਂ 2-3 ਬੰਦੇ ਅਸੀਂ ਵਰਕਰ ਰੱਖੇ ਹੋਏ ਨੇ। ਉੱਥੇ ਅਸੀਂ ਘੱਟੋ ਘੱਟ 1000 ਦਰਖਤ ਲਾਇਆ ਹੋਇਆ। ਬਹੁਤ ਤੁਸੀਂ ਆ ਕੇ ਦੇਖਿਓ, ਸਾਡੀ ਪਹਿਲੀ ਪੰਜਾਬ ਦੇ ਵਿੱਚ ਗ੍ਰਾਸ ਗਰਾਊਂਡ ਆ, ਜਿੱਥੇ ਕਿ ਦਿੱਲੀ ਤੋਂ ਤੁਹਾਡੀ ਨੈਸ਼ਨਲ ਟੀਮਾਂ ਆ ਕੇ ਉੱਥੇ ਖੇਲਦੀਆਂ ਨੇ। ਅਸੀਂ 20 ਸਾਲ ਤੋਂ ਉਹ ਸਾਡਾ ਮਾਡਲ ਚੱਲ ਰਿਹਾ। ਸਾਡਾ ਮਹੀਨੇ ਦਾ ਖਰਚਾ ਅੱਜ ਉੱਥੇ 35,000 ਰੁਪੀਸ ਆਉਂਦਾ, ਜਿਹੜਾ ਅਸੀਂ ਆਪ ਦਿੰਦੇ ਆ। ਕੋਈ ਅਸੀਂ ਕਿਸੇ ਤੋਂ ਪੈਸੇ ਨਹੀਂ ਲੈਂਦੇ। ਸਾਡਾ ਮਾਡਲ ਬਣਾ ਕੇ ਰੱਖਿਆ ਹੋਇਆ ਪਿੰਡ ਦੇ ਵਿੱਚ। ਜੀ ਜੀ ਜੀ, ਪ੍ਰੀਵੀਅਸ ਗਵਰਨਮੈਂਟਾਂ ਨੇ ਉਹਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ, ਸਾਡੀ ਕਿਸੇ ਨੇ ਹੈਲਪ ਨਹੀਂ ਕੀਤੀ ਹੈਗੀ। ਈਵਨ ਕਿ ਸਾਡੇ ਪਿੰਡ ਦੇ ਬੰਦਿਆਂ ਨੇ ਵੀ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ। ਸ਼ਰਮ ਦੀ ਨਾ ਗੱਲ ਇਹ ਆ, ਮੈਂ ਤੁਹਾਨੂੰ ਟਰਸਟ ਦੀ ਗੱਲ ਤਾਂ ਕੀਤੀ ਆ, ਅਸੀਂ ਉਹ ਆਪਦੇ ਜ਼ੋਰ ਤੇ ਅੱਜ ਤੱਕ ਚਲਾ ਰਹੇ ਆ। ਅਸੀਂ ਕਿਸੇ ਤੋਂ ਹੈਲਪ ਨਹੀਂ ਕੀਤੀ, ਕਿਉਂ ਉਹਨਾਂ ਨੇ ਦੇਖ ਲਿਆ ਕਿ ਦੈਟਸ ਲਾਈਕ ਅ ਪੰਜਾਬੀ। ਹਾਂਜੀ, ਅਸੀਂ ਜ਼ੋਰ ਦੇ ਨਾਲ ਚਲਾ ਰਹੇ ਆ। ਪਰ ਹੁਣ ਸਾਨੂੰ ਜੇ ਤੁਸੀਂ ਉਸ ਮਾਡਲ ਨੂੰ ਗਾਹਾਂ ਲੈ ਕੇ ਆਣਾ, ਸਾਡੇ ਕੋਲ ਮਾਡਲ ਪਿਆ, ਉਦੋਂ ਵਧੀਆ ਵੀ ਨਾਲ ਪਿਆ ਸਾਡੇ ਕੋਲ। ਅਸੀਂ ਫਿਸ਼ ਉਹਨੂੰ ਫਾਰਮ ਬਣਾਉਣ ਦੀ ਕੋਸ਼ਿਸ਼ ਕੀਤੀ, ਸਾਡਾ ਟੋਬਾ ਸਾਫ਼ ਕਰਾ ਕੇ, ਉਹ ਸਾਨੂੰ ਕਰ ਨਹੀਂ ਦਿੱਤਾ ਹੈਗਾ। ਫਿਰ ਅਸੀਂ ਛੱਡ ਦਿੱਤਾ। ਹੁਣ ਅਸੀਂ ਸਾਡੇ ਕੋਲ ਮਾਡਲ ਪਿਆ, ਮਾਡਲ ਤੁਹਾਡੇ ਨੂੰ ਕਿਤੋਂ ਹੋਰ ਲੈ ਕੇ ਜਾਣ ਦੀ ਤੁਸੀਂ ਆ ਕੇ ਦੇਖੋ। ਓਕੇ, ਜੋ ਸੰਧੂ ਕੀ ਕਹਿਣਾ ਚਾਹੁੰਦੇ ਹੋ? 1 ਮਿੰਟ, ਬਹੁਤ ਟਾਈਮ ਨਹੀਂ ਆਉਂਦਾ, ਮਿੰਟ ਦੇ ਵਿੱਚ ਪਲੀਜ਼। ਡਾਕਟਰ ਬਲਵੀਰ ਸਿੰਘ ਜੀ, ਮੈਂ ਛੇਤੀ ਖਤਮ ਕਰ ਦੇਣਾ। ਦੇਖੋ, ਸਾਡੇ ਸਾਰਿਆਂ ਦੇ ਕੰਸਰਨ ਆ ਕਿ ਸਾਡੇ ਜਿਹੜੇ ਗਰਾਜੇ ਆ ਨਾ, ਇਹ ਜਾਇਜ਼ ਆ। ਤੁਹਾਡੇ ਕੋਲ ਅਸੀਂ ਕਿਉਂ ਰੱਖੇ ਆ? ਕਿਉਂਕਿ ਆਪਾਂ ਰਲ ਮਿਲ ਕੇ ਇਹਦਾ ਸੁਧਾਰ ਕਰਨਾ। ਜੇ ਆਪਾਂ ਪੰਜਾਬ ਦਾ ਸੁਧਾਰ ਨਹੀਂ ਕਰ ਸਕਾਂਗੇ ਨਾ, ਤਾਂ ਫਿਰ ਆਮ ਪਾਰਟੀ ਦੇ ਟਰਸਟ ਲੂਜ਼ ਹੋ ਜਾਊ। ਪਰ ਬਿਲਡ ਕਰਨ ਦੇ ਲਈ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਬੰਦਾ ਪੰਜਾਬ ਦੇ ਇਲੈਕਸ਼ਨ ਜਿੱਤਦੇ ਆ ਨਾ, ਉਹ ਦੂਜੀਆਂ ਸਟੇਟਾਂ 'ਚ ਵੀ ਇਦਾਂ ਹੀ ਪ੍ਰੀਵੇਲ ਕਰਦੇ ਆ। ਪਰ ਤੁਸੀਂ ਕਰਕੇ ਦਿਖਾ ਲਓ, ਅਸੀਂ ਤੁਹਾਨੂੰ ਕਦੇ ਵੀ ਘਾਟ ਨਹੀਂ ਆਉਣ ਦੇਵਾਂਗੇ। ਪਿੰਡਾਂ 'ਚ ਜਿਹੜਾ ਸੁਧਾਰ ਆ ਨਾ, ਉਹਦੇ ਵਿੱਚ ਇਨਵਾਲਵ ਹੋਵਾਂਗੇ।
ਸਮਝਦੇ ਬਹੁਤ ਅੱਛਾ ਅਸੀਂ ਜੀ। ਗਰੁੱਪ ਸੈਟਅਪ ਕਰ ਲਵਾਂਗੇ ਤੇ ਤੁਹਾਨੂੰ ਕੰਟੈਕਟ ਕਰਿਆ ਕਰਾਂਗੇ ਵੀ ਜਿੱਥੇ ਵੀ ਕਰਦੇ ਆ ਉੱਥੇ ਅਸੀਂ ਵੀ ਨਾਲ ਜ਼ਰੂਰ ਕੰਟਰੀਬਿਊਟ ਕਰਾਂਗੇ। ਬਲਬੀਰ ਸਿੰਘ ਜੀ 1 ਮਿੰਟ ਦੇ ਵਿੱਚ ਆਪਣੇ ਚੀਮਾ ਸਾਹਿਬ ਦਾ ਥੋੜਾ ਜਵਾਬ ਦੇ ਦਿਓ, ਫਿਰ ਉਹਨਾਂ ਦਾ ਮੈਨੂੰ ਪਤਾ ਵੀ ਕਿੱਥੇ ਗੱਲ ਕਰਦੇ ਆ, ਉਹਦਾ ਦੇ ਦਿਓ ਵੀ ਕੇਜਰੀਵਾਲ ਦਾ ਥੋੜਾ ਜਿਹਾ ਹਿਸਾਬ ਕਿਤਾਬ ਚੱਲਦਾ ਉਧਰ ਨੂੰ ਲੰਬਾ ਲੋੜਾ ਵੀ ਹਾਂਜੀ ਚਲੋ ਕੋਈ ਗੱਲ ਨਹੀਂ। ਹਾਂ ਮੇਰਾ ਖਿਆਲ ਆਪਾਂ ਥੋੜਾ ਜਿਹਾ ਟਾਈਮ ਦਈਏ। ਮੇਰਾ ਜਿਹੜਾ ਮਕਸਦ ਸੀਗਾ ਇਹ ਸੀਗਾ ਕਿ ਤੁਸੀਂ ਜਿਹੜੀਆਂ ਵੋਟਾਂ ਹੈਗੀਆਂ ਨਾ ਜੀ, ਉਹ ਇੰਡੀਆ ਦੇ ਵਿੱਚ ਖਾਸ ਕਰਕੇ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਜਾਂ ਹੋਰ ਜਿਹੜਾ ਹੈਗਾ ਰਾਸ਼ਟਰਵਾਦ ਦੇ ਨਾਂ ਤੇ ਵੋਟਾਂ ਮੰਗੀਆਂ ਜਾਂਦੀਆਂ। ਇਹ ਪਹਿਲੀ ਵਾਰੀ ਹੈ ਕਿ ਕਿਸੇ ਪੋਲੀਟੀਸ਼ੀਅਨ ਨੇ ਡਿਪਾਰਚਰ ਕੀਤਾ ਕਿ ਉਹਨਾਂ ਨੇ ਸਕੂਲਾਂ ਦੇ, ਸਿੱਖਿਆ ਦੇ, ਸਿਹਤ ਦੇ ਨਾਂ ਤੇ ਔਰ ਡਿਵੈਲਪਮੈਂਟ ਦੇ, ਇੰਪਲੋਇਮੈਂਟ ਦੇ ਨਾਂ ਤੇ ਵੋਟਾਂ ਮੰਗਣੀਆਂ ਸ਼ੁਰੂ ਕੀਤੀਆਂ, ਔਰ ਲੋਕ ਉਹਨੂੰ ਅਸੈਪਟ ਕਰ ਰਹੇ ਆ ਉਸ ਮਾਡਲ ਨੂੰ। ਸੋ ਉਹ ਇੱਕ ਫੰਡਾਮੈਂਟਲ ਡਿਫਰੈਂਸ ਹੈਗਾ। ਬਾਕੀ ਜਿਹੜੀ ਰਿਲੀਜੀਅਸ ਪ੍ਰੈਫਰੈਂਸ ਹੈ ਉਹ ਹਰ ਆਦਮੀ ਦੀ ਹੋ ਸਕਦੀ ਹੈ, ਬਟ ਦੈਟ ਸ਼ੁੱਡ ਬੀ ਅ ਪਰਸਨਲ ਮੈਟਰ। ਸਟੇਟ ਸ਼ੁੱਡ ਹੈਵ ਨੋ ਰਿਲੀਜਨ, ਮਤਲਬ ਉਹਨਾਂ ਦਾ ਇੱਕ ਜਿਹੜਾ ਰਾਜ ਧਰਮ ਹੀ ਹੋਣਾ ਚਾਹੀਦਾ। ਸੋ ਅਜੇ ਥੋੜਾ ਜਿਹਾ ਟਾਈਮ ਤੁਸੀਂ ਸਾਨੂੰ ਦਿਓ। ਜਿਹੜਾ ਮਤਲਬ ਮੇਰੇ ਭਾਈ ਸਾਹਿਬ ਨੇ ਲਾਸਟ ਤੇ ਜਿਹੜਾ ਸੀਗਾ ਉਹ ਬਹੁਤ ਇੱਕ ਅੱਛੀ ਇੰਟਰਵੈਂਸ਼ਨ ਸੀ ਉਹਨਾਂ ਦੀ, ਤੇ ਮੈਂ ਉਹਦਾ ਸਵਾਗਤ ਕਰਦਾ ਕਿ ਅਸੀਂ ਇੱਕ ਗਰੁੱਪ ਬਣਾ ਲਾਂਗੇ, ਤੁਸੀਂ ਗਰੁੱਪ ਬਣਾਓ। ਆਪਣੇ ਦੇਖੋ ਇਸ ਤਰ੍ਹਾਂ ਹੈਗਾ ਕਿ ਆਪਾਂ ਜਦੋਂ ਕੋਈ NRI ਬਾਹਰ ਜਾਂਦਾ ਨਾ ਜੀ, ਜਦੋਂ ਕੋਈ ਇੱਥੋਂ ਮੁੰਡਾ ਪੜ੍ਹ ਲਿਖ ਕੇ ਜਾਂ ਅਨਪੜ੍ਹ ਵੀ ਜਦੋਂ ਉਹ ਕੈਨੇਡਾ ਅਮਰੀਕਾ ਚਲਾ ਜਾਂਦਾ, ਉਹਨੂੰ ਪਤਾ that he has to succeed, he has no other option, he cannot go back, that's not an option, so then he succeeds। so ਇਸੇ ਤਰ੍ਹਾਂ ਜਿਹੜੀ ਸਾਡੀ ਪਾਰਟੀ ਹੈ, ਉਮੀਦ ਦੀ ਪਾਰਟੀ ਹੈ, ਸਾਨੂੰ ਪਤਾ we have to succeed, we have no other option, otherwise ਨਾ ਅਸੀਂ ਬਚਾਂਗੇ ਨਾ ਪੰਜਾਬ ਬਚੇਗਾ। ਲੋਕ ਸਾਨੂੰ ਵੀ ਮਾਫ ਨਹੀਂ ਕਰਨਗੇ, ਔਰ ਕਰਨਾ ਵੀ ਨਹੀਂ ਚਾਹੀਦਾ। ਜਿਹੜੇ ਉਹਨਾਂ ਨੇ ਮਤਲਬ ਜਿਹੜਾ ਦੇਖੋ ਕ੍ਰਿਟਿਕ ਹੋਣਾ ਬਹੁਤ ਜ਼ਰੂਰੀ ਹੈ, ਕੰਸਟਰਕਟਿਵ ਕ੍ਰਿਟਿਸਿਜ਼ਮ ਹੋਣਾ ਚਾਹੀਦਾ। ਉਹਦੇ ਵਿੱਚ ਆਪਾਂ ਥੋੜਾ ਜਿਹਾ ਆਪਾਂ ਟਾਈਮ ਦਈਏ ਔਰ ਉਹਨੂੰ ਇੱਕ ਕੰਸਟਰਕਟਿਵ ਸੁਜੈਸ਼ਨਸ ਵੀ ਦਈਏ ਕਿ ਤੁਸੀਂ ਆਪਣੀਆਂ ਸੁਜੈਸ਼ਨਸ ਦਿਓਗੇ, ਤੁਸੀਂ ਆਹ ਕੰਮ ਏਦਾਂ ਕਰੋ। ਲੈਟਸ ਗੈਟ ਸਟਾਰਟਡ। ਆਪਾਂ ਸ਼ੁਰੂਆਤ ਕਰੀਏ ਕਿਤੇ, ਬਹੁਤ ਅੱਛੀ ਸ਼ੁਰੂਆਤ ਕਰੀਏ। ਮੇਰਾ ਖਿਆਲ ਮੇਰਾ ਜਿਹੜਾ ਪੁਆਇੰਟ ਹੈ ਸ਼ਾਇਦ ਮੈਂ ਕਲੈਰੀਫਾਈ ਨਹੀਂ ਕਰ ਸਕਿਆ ਹੋਊਗਾ। ਮੈਂ ਸ਼ੁਰੂ 'ਚ ਕਿਹਾ ਹੀ ਇਹ ਸੀਗਾ ਕਿ ਅਸੀਂ ਇੱਕ ਵੱਡਾ ਬਾਇਓਗੈਸ ਪਲਾਂਟ ਲਾਵਾਂਗੇ। ਮੈਂ ਨਾਲ ਫਰਟੀਲਾਈਜ਼ਰ ਫੈਕਟਰੀ ਦਾ ਵੀ ਜ਼ਿਕਰ ਕੀਤਾ ਸੀ, ਜਿਹੜਾ ਉਹਦੇ ਚੋਂ ਮਨਿਓਰ ਆਏਗਾ, ਜਿਹਦੇ ਚ ਕਿਚਨ ਵੇਸਟ ਔਰ ਜਿਹੜਾ ਕਾਊ ਡੰਗ ਵਗੈਰਾ ਦਾ ਸਾਰਾ ਮਿਕਸ ਹੋਏਗਾ, ਉਹ ਇੱਕ ਉੱਤਮ ਕਿਸਮ ਦੀ ਖਾਦ ਉਹਦੇ ਚੋਂ ਨਿਕਲੇਗੀ, ਔਰ ਉਹਨੂੰ ਖੇਤਾਂ ਵਿੱਚ ਅਸੀਂ ਯੂਜ਼ ਕਰਾਂਗੇ। ਕੈਮੀਕਲ ਫਰਟੀਲਾਈਜ਼ਰ ਦਾ ਯੂਜ਼ ਘੱਟ ਕਰਾਂਗੇ ਜਾਂ ਨੈਗਲੀਜੀਬਲ ਕਰਾਂਗੇ ਉਹਨੂੰ, ਪੈਸਟੀਸਾਈਡਸ ਦਾ ਯੂਜ਼ ਘੱਟ ਕਰਾਂਗੇ। ਉਹਦੇ ਚ ਹੋਰ ਬਹੁਤ ਸਾਰੇ ਮੈਥਡਸ ਹੈਗੇ ਆ ਸਾਡੇ ਕੋਲੇ। ਉਹ ਸਾਡੀ ਇੱਕ ਖੇਤੀ ਵਿਰਾਸਤ ਮਿਸ਼ਨ ਵਾਲੇ ਹੈਗੇ ਆ, ਹੋਰ ਸਾਡੇ ਬਹੁਤ ਸਾਰੇ ਬੰਦੇ ਆ ਜਿਹੜੇ ਅਸੀਂ ਉਹਨਾਂ ਨਾਲ ਕੰਮ ਕਰਦੇ ਆ। ਉਹ ਵਾਲੀ ਅਸੀਂ ਆਰਗੈਨਿਕ ਫਾਰਮਿੰਗ ਜਿਹੜੇ ਸਾਡੇ ਬਾਪ ਦਾਦੇ ਕਰਦੇ ਸੀ ਉਹ ਲੈ ਕੇ ਆਵਾਂਗੇ। ਆਪਾਂ ਇੱਕ ਸ਼ੁਰੂਆਤ ਕਰੀਏ, ਇੱਕ ਪਿੰਡ ਤੋਂ, ਇੱਕ ਮਹੱਲੇ ਤੋਂ, ਇੱਕ ਛੋਟੇ ਜਿਹੇ ਏਰੀਏ ਤੋਂ, ਇੱਕ ਛੋਟੇ ਜਿਹੇ ਪ੍ਰੋਜੈਕਟ ਤੋਂ, ਦੈਨ ਵੀ ਕੈਨ ਗ੍ਰੈਜੂਅਲੀ ਬਿਲਡ ਔਨ। ਮੈਂ ਫਿਰ ਕਹਿਣਾ ਕਿ ਠੀਕ ਹੈ ਕਿ ਸਾਡੇ ਜਿਹੜੇ ਕੋਈ ਵੀ ਲੀਡਰ ਜਿਹੜਾ ਹੁੰਦਾ ਉਹ ਵੱਡਾ ਨਹੀਂ ਹੁੰਦਾ, ਵੱਡੇ ਲੋਕ ਹੀ ਹੁੰਦੇ ਆ। ਪੰਜਾਬ ਦੇ ਲੋਕਾਂ ਨੇ ਸਾਬਤ ਕਰ ਦਿੱਤਾ। ਜੇ ਅਸੀਂ ਨਹੀਂ ਕੰਮ ਕਰਾਂਗੇ ਪੰਜਾਬ ਦੇ ਲੋਕ ਸਾਨੂੰ ਬਦਲ ਦੇਣਗੇ। ਬੜੀ ਸਿੱਧੀ ਜੀ ਗੱਲ ਹੈ, ਕੋਈ ਐਸੀ ਗੱਲ ਨਹੀਂ ਹੈ, ਕੋਈ ਨਵਾਂ ਲੀਡਰ ਚੁਣ ਲੈਣਗੇ ਉਹ। ਬਟ ਉਹਦੇ ਚੋਂ, ਇਸ ਪ੍ਰੋਸੈਸ ਦੇ ਵਿੱਚੋਂ ਜੋ ਪੰਜਾਬ ਦੇ ਵਿੱਚ ਬਦਲਾਅ ਹੋਇਆ, ਇਹਦੇ ਵਿੱਚੋਂ ਮੈਂ ਕਹਿੰਦਾ ਕੋਈ ਇੱਕ ਜਿਹੜਾ ਟੈਲੈਂਟ ਹੈ, ਹੁਨਰ ਹੈ, ਉਹ ਉੱਭਰ ਕੇ ਸਾਹਮਣੇ ਆਵੇ। ਕੁਛ ਆਪਾਂ 2 4 5 ਵੱਡੇ ਕੰਮ ਕਰ ਦਈਏ ਜਿਹੜੇ ਕਿ ਲੋਕਾਂ ਨੂੰ, ਜਿਸ ਤਰ੍ਹਾਂ ਇੱਕ ਸੀਚੇਵਾਲ ਮਾਡਲ ਦੀ ਗੱਲ ਕਰਦੇ ਹਾਂ ਆਪਾਂ, ਇਸ ਤਰ੍ਹਾਂ ਦੇ 20 50 100 ਮਾਡਲ ਬਣ ਜਾਣੇ ਇਸ ਪੀਰੀਅਡ ਦੇ ਵਿੱਚ। ਸੋ ਇਟਸ ਅ ਗੁੱਡ ਓਪਰਚੁਨਿਟੀ। ਲੈਟ ਅਸ ਆਪਾਂ ਇਹਨੂੰ ਕੰਮ ਨੂੰ ਆਪਾਂ ਇੱਕ ਸ਼ੁਰੂਆਤ ਕਰੀਏ, ਇੱਕ ਪੋਜ਼ਿਟਿਵ ਸੋਚੀਏ, ਮਤਲਬ ਆਪਾਂ ਇੱਕ ਪੋਜ਼ਿਟਿਵ ਥਾਟ ਦੇ ਨਾਲ, ਪੋਜ਼ਿਟਿਵ ਆਈਡੀਆਜ਼ ਦੇ ਨਾਲ ਆਪਾਂ ਸਾਰੇ ਜਣੇ ਕੋਸ਼ਿਸ਼ ਕਰੀਏ, ਮਿਲ ਕੇ ਖੰਭਲਾ ਮਾਰੀਏ ਆਪਾਂ। we have nothing to lose, we have a lot to gain। ਥੈਂਕ ਯੂ ਜੀ। ਪਿਸ਼ੌਰਾ ਸਿੰਘ ਜੀ ਕਲੋਜ਼ ਕਰਨਗੇ। ਮੈਂ ਕੋਸ਼ਿਸ਼ ਕਰਾਂਗਾ 15 ਸੈਕਿੰਡ ਦਾ ਫਾਈਨਲ ਵਰਡ। ਜੀਵਨ ਜੀ ਲੰਬਾ ਨਹੀਂ ਕਿਸੇ ਲੈ ਕੇ ਜਾਣਾ, ਮੈਂ ਪਲੀਜ਼ ਐਪਰੀਸ਼ੀਏਟ ਕਰਾਂਗਾ। ਕੋਈ ਟਾਈਮ ਦੀ ਲਿਮਿਟ ਵੀ ਦੇਖਣੀ ਪੈਂਦੀ ਆ। ਪਿਸ਼ੌਰਾ ਸਿੰਘ ਕਲੋਜ਼ ਕਰਨਗੇ ਤੇ ਉਸ ਤੋਂ ਬਾਅਦ ਆਪਾਂ ਜੀਵਨ ਜੀ 15 ਸੈਕਿੰਡ ਚ ਫਾਈਨਲ ਕਰ ਦਈਏ ਕਿ ਇਹਨਾਂ ਨੇ ਵੀ ਜਾਣਾ ਹੁੰਦਾ ਸਭ ਨੇ। ਥੈਂਕ ਯੂ ਡਾਕਟਰ ਸਾਹਿਬ ਤੁਹਾਡਾ ਟਾਈਮ ਦੇਣ ਵਾਸਤੇ। ਜੋ ਸੰਧੂ ਹੋਲਡ ਜੀਵਨ ਸਿੰਘ ਨੂੰ ਗੱਲ ਕਰਨ। ਹਾਂਜੀ ਹਾਂਜੀ ਡਾਕਟਰ ਸਾਹਿਬ, ਥੈਂਕ ਯੂ ਤੁਹਾਡਾ ਟਾਈਮ ਦੇਣ ਨੂੰ। ਹੋਪਫੁਲੀ ਅਸੀਂ ਇਹ ਉਮੀਦ ਕਰਦੇ ਹਾਂ ਵੀ ਜਿਹੜੇ ਸੁਜੈਸ਼ਨ ਤੁਹਾਨੂੰ ਮਿਲੇ ਆ ਉਹਦੇ ਤੇ ਅਸੀਂ ਤੁਹਾਡੇ ਤੋਂ ਆਊਟਕਮ ਵੇਖਾਂਗੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਗਵਰਨਮੈਂਟ ਕੀ ਕਰ ਰਹੀ ਹੈਗੀ ਆ, ਤੇ ਉਹਦੇ ਵਾਸਤੇ ਜਿਹੜਾ ਵੀ ਸਹਿਯੋਗ ਸਾਡੇ ਤੋਂ ਚਾਹੀਦਾ ਹੋਇਆ, we are there to help you out। ਬਟ ਉਹਦੇ ਵਾਸਤੇ ਅੱਗੇ ਨੂੰ ਮੈਂ ਜਿਵੇਂ ਕਿਹਾ ਸੀਗਾ ਵੀ you have to start initiating the things that will be helpful NRIs sitting around the world to betterment of Punjab and Punjabi and Punjabiyat। ਬਿਊਟੀਫੁਲ। ਥੈਂਕ ਯੂ ਜੀ। ਹਰਭਜਨ ਸਬਰਾ ਜੀ। ਸਾਨੂੰ ਬਸ ਬਹੁਤ ਜ਼ਿਆਦਾ ਹੋਪਸ ਹੈਗੀਆਂ ਤੁਹਾਡੇ ਤੇ। ਆਈ ਹੋਪ ਕਿ ਤੁਸੀਂ
ਜਿਹੜੀਆਂ ਸਾਡੀਆਂ ਤੇ ਲੋਕਾਂ ਦੀਆਂ ਹੋਪਸ ਤੇ ਖਰੇ ਉਤਰੋ ਤੇ ਤੁਹਾਨੂੰ ਬਹੁਤ ਜ਼ਿਆਦਾ ਹਨੀਮੂਨ ਤੱਕ ਬੰਨੇ ਰਹਿ ਗਿਆ, ਤੁਹਾਨੂੰ ਤੇ ਦੌੜੇ ਜਾਂਦੇ ਜਾਂਦੇ ਸਾਰਾ ਕੁਝ ਕਰਨਾ ਪੈਣਾ। ਯੂ ਹੈਵ 5 years, ਜਿਹੜੀ ਗੱਡੀ ਇੰਨੀ ਪਿੱਛੇ ਰਹੀ ਹੋਈ ਆ ਉਹਨੂੰ ਈਵਨ ਕਰਨ ਲਈ ਤੇ ਥੋੜਾ ਅੱਗੇ ਕੱਢਣ ਲਈ ਇਟ ਵਿਲ ਟੇਕ lot of efforts and time, and we wish you guys all the best, good luck, and we are in cooperation with you guys. Thank you, Dr. Ramesh Kumar. ਨਹੀਂ, ਮੈਂ ਤਾਂ ਇਹੀ ਜੋ ਸਮਰਾ ਸਾਹਿਬ ਨੇ ਕਿਹਾ, ਡਾਕਟਰ ਸਾਹਿਬ ਬਹੁਤ ਅੱਛਾ ਲੱਗਿਆ ਕਿ ਤੁਸੀਂ ਸਾਡੇ ਵਿੱਚ ਆਏ ਹੋ ਅੱਜ ਤੇ ਆਪਣੇ ਵਿਚਾਰ ਸਾਂਝੇ ਕੀਤੇ ਆ। ਤਾਂ ਮੈਂ ਆਸ਼ਾ ਕਰਦਾ ਤੇ ਹੋਪ ਜਿਹੜੀ ਫਿਊਚਰ ਦੇ ਲਈ ਤੁਹਾਡਾ ਬਹੁਤ ਹੀ ਬ੍ਰਾਈਟ ਹੋਏਗਾ। ਕੰਮ ਤਾਂ ਜ਼ਰੂਰ ਕਰਨੇ ਪੈਣਗੇ, ਚੈਲੰਜਸ ਵੀ ਬਹੁਤ ਹੈ ਤੇ ਸਾਡੀ ਸਾਰਿਆਂ ਦੀ ਸਪੋਰਟ ਤੁਹਾਡੇ ਨਾਲ ਹੈ। ਗਰੇਵਾਲ ਸਾਹਿਬ ਦੀ ਲੀਡਰਸ਼ਿਪ ਦੇ ਥੱਲੇ ਅਸੀਂ ਸਾਰੇ ਜੋ ਵੀ ਤੁਹਾਨੂੰ ਮਦਦ ਦੀ ਜ਼ਰੂਰਤ ਹੈ, ਵੀ ਆਰ ਹੇਅਰ ਟੂ ਹੈਲਪ। ਚਰਨਜੀਤ ਗਰੇਵਾਲ। ਹਾਂਜੀ ਡਾਕਟਰ ਸਾਹਿਬ, ਅਸੀਂ ਤੁਹਾਡੇ ਨਾਲ ਆ ਐਵਰੀਵੇਅਰ। ਤੁਹਾਨੂੰ ਕੋਈ ਸਿਰਫ ਤੇ ਮੈਂ ਉੱਥੇ ਆਉਣਾ ਚਾਹੁੰਦਾ ਕਿ ਉਹ ਪਹਿਲਾਂ ਵੀ NRI ਵਿੰਗਸ ਬਣੇ ਸੀ, ਉਹਨਾਂ ਨੇ ਵੋਟਾਂ ਵਾਸਤੇ ਲਏ ਸੀ ਤੇ ਸਾਨੂੰ ਮਿਸਯੂਜ਼ ਕਰਕੇ ਸਾਨੂੰ ਇੱਥੋਂ ਬਾਹਰ ਸੁੱਟਿਆ ਤੇ ਸਾਡੀਆਂ ਇੱਥੇ ਜ਼ਿਆਦਾਤਰ ਦੱਬ ਲੀਆਂ, ਸਾਡੇ ਇੱਥੇ ਘਰ ਦੱਬ ਲਏ ਇਹਨਾਂ ਲੋਕਾਂ ਨੇ। ਉਹ ਵੋਟਾਂ ਵਾਸਤੇ ਹੋਈਆਂ ਸੀ। ਅੱਜ ਤੁਹਾਡੇ ਤੇ ਸਾਨੂੰ ਟਰਸਟ ਹੈਗਾ, ਮੈਨੂੰ ਹੈਗਾ। ਬਿਊਟੀਫੁਲ, ਥੈਂਕ ਯੂ। ਜੋ ਸੰਧੂ 15 ਸੈਕਿੰਡ, ਜੋ ਸੰਧੂ ਜੀ 15 ਸੈਕਿੰਡ। ਹਾਂਜੀ ਡਾਕਟਰ ਸਾਹਿਬ, ਦੇਖੋ ਅਸੀਂ ਥੋੜਾ ਜਿਹਾ ਗੁੱਸੇ 'ਚ ਵੀ ਬੋਲੇ ਆ, ਪਰ ਸਾਡਾ ਸਿਰਫ ਕੰਸਰਨ ਹੀ ਇਹ ਸੀ ਬਈ ਅਸੀਂ ਜੇ ਨਾ ਸਾਰੇ ਰਲ ਕੇ ਐਫਰਟ ਕਰੀਏ ਨਾ ਤੇ ਗੌਰਮੈਂਟ ਦੇ ਨਾਲ ਰਲ ਕੇ ਚੱਲੀਏ ਤੇ ਅਸੀਂ ਕਈ ਕੰਮ ਸਵਾਰ ਸਕਦੇ ਜੀ। ਇਹ ਤੋਂ ਬਾਹਰ ਨਿਕਲ ਕੇ ਨਾ ਤੁਸੀਂ ਐਫਰਟ ਇੰਨੀ ਕਰੋ ਵੀ ਇੱਕ ਐਗਜ਼ਾਮਪਲ ਸੈੱਟ ਕਰ ਦਿਓ ਹੋ ਗਿਆ ਵੀ ਜਿਹੜੀ ਨਾ ਲੋਕੀ ਦੇਖਣ ਬਈ ਆਮ ਪਾਰਟੀ ਨੇ ਪੰਜਾਬ ਦੇ ਵਿੱਚ ਬਹੁਤ ਵੱਡੀ ਚੇਂਜ ਲਿਆ। ਥੈਂਕ ਯੂ ਚੀਮਾ ਸਾਹਿਬ, 15 ਸੈਕਿੰਡ ਪਲੀਜ਼। ਹਾਂਜੀ ਡਾਕਟਰ ਸਾਹਿਬ, ਮੈਂ ਤਾਂ ਰੀਟੇਟ ਉਹੀ ਕਰਾਂਗਾ ਕਿ ਤੁਸੀਂ ਜਿਵੇਂ ਗੱਲ ਕੀਤੀ ਸੀਗੀ ਵੈਸਟਰਨ ਇੰਟਰਸਟ ਦੀ ਗੱਲ ਕੀਤੀ ਸੀਗੀ, ਮੈਂ ਇਹੀ ਕਹਿਣਾ ਕਿ ਪੰਜਾਬ ਤੁਹਾਡੇ ਤੇ ਪੰਜਾਬ ਦੀ ਟੀਮ ਤੇ ਸਾਨੂੰ ਕੋਈ ਸ਼ਿਕਵਾ ਨਹੀਂ, ਕੋਈ ਗਿਲਾ ਨਹੀਂ, ਪੂਰੀ ਸਪੋਰਟ ਤੁਹਾਡੇ ਨਾਲ। 6 ਮਹੀਨੇ ਟਾਈਮ ਵੀ ਸਾਨੂੰ ਪਤਾ ਤੁਹਾਨੂੰ ਦੇਣਾ ਚਾਹੀਦਾ, ਪਰ ਐਕਸੈਪਟ ਕਿ ਉਹ ਤੋਂ ਹਿਸਟਰੀ 'ਚ ਚਲੇ ਜਾਓ, ਪੰਜਾਬ ਔਰ ਦਿੱਲੀ ਦੀ ਲੈਕ ਆਫ ਟਰਸਟ ਹੈ ਔਰ ਉਹ ਹੀ ਹੁਣ ਦਿਸ ਰਿਹਾ। ਕੇਜਰੀਵਾਲ ਐਂਡ ਟੀਮ, ਤੁਸੀਂ ਵੈਸਟਰਨ ਇੰਟਰਸਟ ਦੀ ਗੱਲ, ਉਹਨਾਂ ਦਾ ਵੈਸਟਰਨ ਇੰਟਰਸਟ ਇਹੀ ਹੈ ਪ੍ਰੋਜੈਕਟ ਕੇਜਰੀਵਾਲ ਫਾਰ ਸੈਂਟਰ, ਉਹਨਾਂ ਦਾ ਵੈਸਟਰਨ ਇੰਟਰਸਟ ਪੰਜਾਬ ਨਾਲ ਨਹੀਂ ਹੈ। ਪ੍ਰੋਬਲਮ ਇੱਥੇ ਜਿੰਨੀ ਸੂਨਰ ਔਰ ਲੇਟਰ 6 ਮਹੀਨੇ ਲੈ ਲਓ, 8 ਮਹੀਨੇ ਲੈ ਲਓ, ਭਗਵੰਤ ਮਾਨ ਨੂੰ ਵੀ ਰਜਿਸਟ ਕਰਨਾ ਪਏਗਾ, ਤੁਹਾਨੂੰ ਵੀ ਜਿੰਨੀ ਜਲਦੀ ਰਜਿਸਟ ਕਰ ਲਓਗੇ ਉਹਨੂੰ ਬੈਟਰ, ਨਹੀਂ ਤਾਂ ਉਹਨਾਂ ਦੇ ਨਾਲ ਤੁਸੀਂ ਵੀ ਜਾਓਗੇ। ਥੈਂਕ ਯੂ ਵੈਰੀ ਮਚ। ਮੈਂ ਪਿਸ਼ੌਰਾ ਸਿੰਘ ਜਾਣ ਤੋਂ ਪਹਿਲਾਂ ਤੁਹਾਨੂੰ ਥੱਲੇ ਇੰਟਰੋਡਕਸ਼ਨ ਕਰਾ ਦੇਵਾਂ। ਥੱਲੇ ਗੁਪਤਾ ਸਾਹਿਬ ਨੇ ਪ੍ਰੋਫੈਸਰ ਫਿਜ਼ਿਕਸ ਦੇ ਤੁਹਾਡੇ ਪੰਜਾਬ ਚੰਡੀਗੜ੍ਹ ਤੋਂ, ਔਰ ਇਹ ਸਾਡੇ ਅੱਜ ਲੇਟ ਹੋ ਗਏ ਨੇ, ਇਹਨਾਂ ਦੇ ਬੱਚਿਆਂ ਦਾ ਬਰਥਡੇ ਸੀਗਾ, ਟੈਕਸਸ 'ਚ ਗਏ ਹੋਏ ਸੀਗੇ ਔਰ ਇਹ ਮਿਚੀਗਨ ਰਹਿੰਦੇ ਨੇ। ਔਰ ਸਿੰਘ ਜੀ ਬਹੁਤ ਟਾਈਮ ਲਾਇਆ, ਇਹਨੂੰ ਹੈਲੋ ਕਰ ਦਿਓ ਬਸ, ਇਹਨਾਂ ਨੂੰ ਫੇਰ ਗੱਲ ਕਰਾਂਗੇ ਨੈਕਸਟ ਟਾਈਮ। ਮੈਂ ਤਾਂ ਡਾਕਟਰ ਸਾਹਿਬ ਇਹ ਕਹਿਣਾ ਕਿ ਇੰਡੀਆ ਡੀਪ ਪੋਲੀਟੀਕਲ ਇਕਨੋਮਿਕ ਸੋਸ਼ਲ ਕ੍ਰਾਈਸਿਸ 'ਚ ਹੈ ਔਰ ਇੱਕ ਆਲਟਰਨੇਟਿਵ ਪੋਲਿਟਿਕਸ ਪੰਜਾਬ 'ਚ ਡਿਵੈਲਪ ਹੋਇਆ ਹੈ ਤੇ ਦਿੱਲੀ 'ਚ ਹੋਇਆ। ਇਹਨੂੰ ਕੈਰੀ ਫੋਰਵਰਡ ਕਰਨਾ ਪਏਗਾ ਪਹਿਲੀ ਗੱਲ, ਕਿਉਂਕਿ ਇੰਡੀਆ ਡਾਈਵਰਸ ਕੰਟਰੀ ਹੈ, ਇਸ ਕਰਕੇ ਆਪ ਪਾਰਟੀ ਇਕੱਲੀ ਨਹੀਂ ਕਰ ਸਕਦੀ। ਇਹਦੇ ਵਿੱਚ ਤੁਹਾਨੂੰ ਕੋਲੀਸ਼ਨ ਆਫ ਡਿਫਰੈਂਟ ਸੋਸ਼ਲ ਗਰੁੱਪਸ ਐਂਡ ਸੋਸ਼ਲ ਫੋਰਸਿਸ ਬਣਾਉਣਾ ਪਏਗਾ, ਕਿਉਂਕਿ ਕਿਸੇ ਪਾਰਟੀ ਦੀ ਮੋਨੋਪੋਲੀ ਇੰਡੀਆ 'ਚ ਨਹੀਂ ਹੈ। ਜਿੱਦਾਂ ਮੈਂ ਦੇਖ ਰਿਹਾ ਕਿ ਬੀਜੇਪੀ ਨੇ ਕੀ ਕੀਤਾ ਹੈ, 10 ਸੈਕਿੰਡ ਹੋਰ ਗੁਪਤਾ ਸਾਹਿਬ, ਬੀਜੇਪੀ ਨੇ ਕੀ ਕੀਤਾ ਕਿ 50% ਕਾਂਗਰਸੀ ਆਪਣੇ ਨਾਲ ਲੈ ਲਏ, ਜਿੱਦਾਂ ਹੁਣ ਸਿੰਧੀਆ ਇਨ ਮੱਧ ਪ੍ਰਦੇਸ਼, SR ਭੂਮੀ ਜਿਹੜਾ ਕਰਨਾਟਕਾ ਦਾ ਚੀਫ ਮਿਨਿਸਟਰ ਹੈ ਉਹ ਕਾਂਗਰਸ ਦਾ ਪ੍ਰਧਾਨ ਦਾ ਮੁੰਡਾ ਹੈ। ਤਾਂ ਬੀਜੇਪੀ ਕੋਈ ਫੋਰਸ ਨਹੀਂ ਹੈ ਇੰਡੀਆ 'ਚ, ਉਹਨਾਂ ਕੋਲ ਕੋਈ ਇਕਨੋਮਿਕ ਮਾਡਲ ਨਹੀਂ ਹੈ। ਉਹ ਤਾਂ ਇੱਕ ਮਾਸ ਰਿਲੀਜੀਅਸ ਫੈਨੈਟਿਕ ਗਰੁੱਪ ਹੈਗੇ, ਉਹ ਚੱਲੂ ਅਜੇ, ਪਰ ਉਹਨਾਂ ਦੀ ਬੈਡਲੀ ਡਿਫੀਟ ਹੋਣੀ ਹੈ। ਮੈਂ ਸਮਝਦਾ ਵੀ ਆਪ ਪਾਰਟੀ ਜਿਹੜੀ ਹੈ ਨਾ ਇਹ ਵੰਡਰਫੁਲ ਹੈ ਕਿ ਡਿਫਰੈਂਟ ਸੋਸ਼ਲ ਗਰੁੱਪਸ ਦਾ ਕੰਬੀਨੇਸ਼ਨ ਬਣਾਏ, ਨੀਚੇ ਜਿਹੜਾ ਬੇਸਿਸ ਹੈ ਪਾਰਟੀਆਂ 'ਚ ਉਹਨਾਂ ਜੁਆਇਨ ਕਰੇ, ਕੋਲੀਸ਼ਨ ਨੈਸ਼ਨਲ ਕੋਲੀਸ਼ਨ ਬਣਾਏ। ਥੈਂਕ ਯੂ ਸਰ। ਪਿਸ਼ੌਰਾ ਸਿੰਘ ਜੀ ਕਲੋਜ਼ ਕਰੋ ਜੀ। ਇੱਕ ਤਾਂ ਇਹ ਕਿ ਜਿਹੜੇ NRIs ਨੇ ਜਿਨ੍ਹਾਂ ਦੇ ਸੁਪਨੇ ਹਾਲੇ ਜਿਉਂਦੇ ਨੇ, ਤੇ ਉਹ ਸ਼ਾਇਦ ਸੁਪਨੇ ਇਸ ਕਰਕੇ ਜਿਉਂਦੇ ਨੇ ਕਿਉਂਕਿ ਪੰਜਾਬ ਤੋਂ ਬਾਹਰ ਆ ਗਏ ਜਾਂ ਇੰਡੀਆ ਤੋਂ ਬਾਹਰ ਆ ਗਏ, ਤੇ ਉਹਨਾਂ ਦੇ ਸੁਪਨੇ ਹਾਲੇ ਜਿਉਂਦੇ ਨੇ। ਉਹਨਾਂ ਨੂੰ ਤੁਸੀਂ ਰੋਪਨ ਕਿਵੇਂ ਕਰਨਾ ਤੇ ਕਿਵੇਂ ਉਹਨਾਂ ਨੂੰ ਵਾਪਸ ਉੱਥੇ ਜਾ ਕੇ ਜਾਂ ਉਹਨਾਂ ਦਾ ਸਹਿਯੋਗ ਲੈ ਕੇ ਤੇ ਪੰਜਾਬ ਨੂੰ ਡਿਵੈਲਪ ਕਿਵੇਂ ਕਰਨਾ। ਦੂਸਰਾ, ਜਿਹੜੀ ਤੁਸੀਂ ਜਸਵੰਤ ਸਿੰਘ ਕਮਲ ਦਾ ਜ਼ਿਕਰ ਕੀਤਾ ਸੀ ਬਰੀਫਲੀ, ਉਹਦੀ ਗੱਲ ਜਿਹੜੀ ਹੈ ਬੜੀ ਸੀਰੀਅਸਲੀ ਨੋਟ ਕਰਨ ਵਾਲੀ ਆ। ਉਹ ਕਹਿੰਦਾ ਆ ਕਿ
ਅੱਜ ਪੰਜਾਬ ਜਿਹੜਾ ਉਹ ਉੱਥੇ ਚੰਗੀ ਨੌਕਰੀ ਵਾਲਾ ਪੜ੍ਹਿਆ ਲਿਖਿਆ ਪੰਜਾਬੀ ਵੀ ਜਿਹੜਾ ਉਹ ਕਦੇ ਵੀ ਨਾ ਵਾਪਸ ਜਾਣ ਵਾਸਤੇ ਜਿਹੜਾ ਉਹ ਬਾਹਰ ਵੱਡੀ ਗਿਣਤੀ ਵਿੱਚ ਪ੍ਰਵਾਸ ਕਰ ਰਿਹਾ। ਉਹਦਾ ਇਸ ਕਰਕੇ ਕਿਉਂਕਿ ਉਹਦਾ ਸੁਪਨਾ ਮਰ ਚੁੱਕਾ। ਬਾਹਰ ਜਾ ਆ ਕੇ ਉਹਦਾ ਸੁਪਨਾ ਫੇਰ ਜੀਵਤ ਹੋ ਜਾਏ ਤੇ ਉਹ ਵਾਪਸ ਜਾਣਾ ਚਾਹਵੇ, ਉਹ ਵੱਖਰੀ ਗੱਲ ਆ। ਪਰ ਇੱਕ ਵਾਰੀ ਉਹ ਇਸ ਤਰ੍ਹਾਂ ਆ ਰਿਹਾ ਔਰ ਉਹ ਕਹਿ ਰਿਹਾ, ਐਂਡ ਆਈ ਕੋਟ ਹਿਮ, ਉਹ ਕਹਿੰਦਾ ਕਿ ਪੰਜਾਬ ਅਮੀਰ ਦੇਸ਼ਾਂ ਨੂੰ ਭੱਜ ਰਿਹਾ ਤੇ ਯੂਪੀ ਬਿਹਾਰ ਪੰਜਾਬ ਤੇ ਕਬਜ਼ ਹੋ ਰਿਹਾ। ਇਸ ਖਤਰੇ ਵੱਲ ਕਿਸੇ ਰਾਜਸੀ ਪਾਰਟੀ ਜਾਂ ਆਗੂ ਦਾ ਧਿਆਨ ਨਹੀਂ ਹੈ। ਇਹ ਜਿਹੜਾ ਇਸ਼ੂ ਆ ਇਹਦਾ ਕੋਈ ਹਾਂ ਜਾਂ ਨਾ ਵਿੱਚ ਕੋਈ ਜਵਾਬ ਨਹੀਂ ਸੀ ਤੁਹਾਡੇ ਕੋਲ ਚਾਹੁੰਦੇ। ਜਸਟ ਏ ਫੂਡ ਫॉर ਥਾਟ। ਔਰ ਇਹਨਾਂ ਦੋਵਾਂ ਗੱਲਾਂ ਨੂੰ ਵੇਖੋ ਤੁਸੀਂ ਕਿ ਜਿਹੜੇ ਬਾਹਰ NRIs ਨੇ ਉਹਨਾਂ ਦਾ ਸਹਿਯੋਗ ਕਿਵੇਂ ਲੈਣਾ ਔਰ ਉੱਥੇ ਜਿਹੜਾ ਟੈਲੈਂਟ ਹਾਲੇ ਬਚਿਆ ਆ ਉਹਨੂੰ ਬਾਹਰ ਜਾਣ ਤੋਂ ਕਿਵੇਂ ਉਹਨੂੰ ਆਕੂਪਾਈ ਕਰਨਾ, ਉੱਥੇ ਉਹਨੂੰ ਕਿਵੇਂ ਗੇਮਫੁਲੀ ਤੁਸੀਂ ਉਹਨੂੰ ਬਦੋ ਬਦੀ ਨਹੀਂ ਉਹਨਾਂ ਦੇ ਪਾਸਪੋਰਟ ਕੈਂਸਲ ਕਰਕੇ ਨਹੀਂ ਤੁਸੀਂ ਰੋਕ ਸਕਦੇ। ਉਹਨਾਂ ਦਾ ਸੁਪਨਾ ਕਿਵੇਂ ਤੁਸੀਂ ਉਹਨਾਂ ਦਾ ਵੀ ਉੱਥੇ ਬਹਾਲ ਕਰਦੇ ਹੋ। ਇਹ ਦੋਵੇਂ ਚੀਜ਼ਾਂ ਨੂੰ ਜੇ ਤੁਸੀਂ ਕਰੋਗੇ ਨਾ ਸਾਈਮਲਟੇਨੀਅਸਲੀ ਤੇ ਉਹਦੇ ਵਿੱਚ ਹੀ ਪੰਜਾਬ ਦਾ ਭਲਾ। ਥੈਂਕ ਯੂ ਸ਼ੌਰਤ ਸਿੰਘ ਜੀ, ਸੋ ਨਾਈਸ। ਬਲਬੀਰ ਸਿੰਘ ਜੀ ਫਾਈਨਲ ਕਰਕੇ ਤੁਸੀਂ ਮੈਸੇਜ ਦੇ ਦਿਓ ਆਪਣਾ। ਬਲਬੀਰ ਸਿੰਘ ਜੀ। ਮੈਂ ਸਾਰੇ NRI ਭਰਾਵਾਂ ਦਾ ਜਿਹੜੇ ਮਤਲਬ ਇਸ ਪੈਨਲ ਡਿਸਕਸ਼ਨ ਵਿੱਚ ਆ ਔਰ ਜਿਹੜੇ ਇਸ ਚੈਨਲ ਨੂੰ ਦੇਖ ਰਹੇ ਆ, ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ। ਬੜੀ ਪੋਜ਼ਿਟਿਵ ਡਿਸਕਸ਼ਨ ਹੈ ਜੀ, ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਵਾਉਣਾ ਕਿ ਆਪਾਂ ਮਿਲ ਕੇ ਜਿਹੜਾ ਸਾਡਾ ਪੰਜਾਬ ਹੈ ਇਹਨੂੰ ਬਚਾਵਾਂਗੇ। ਔਰ ਜਿਹੜਾ ਇਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਜਿਹੜੇ ਬੱਚੇ ਇੱਥੇ ਰਹਿਣਾ ਨਹੀਂ ਚਾਹੁੰਦੇ, ਉਹਦੇ ਵਾਸਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਉਹਨਾਂ ਵਾਸਤੇ ਇੱਥੇ ਇੰਪਲੋਇਮੈਂਟ ਪੈਦਾ ਕਰਨੀ ਹੈ, ਅੱਛੀ ਸਿੱਖਿਆ, ਅੱਛੀ ਸਿਹਤ ਸਹੂਲਤਾਂ ਦੇਣੀਆਂ ਉਹਨਾਂ ਨੂੰ। ਜਦੋਂ ਇਹ ਸਾਰਾ ਕੁਝ ਹੋ ਜਾਏਗਾ ਤਾਂ ਬੱਚੇ ਬਾਹਰ ਨਹੀਂ ਜਾਣਗੇ। ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਬਾਈ ਚੁਆਇਸ ਨਹੀਂ, ਬਾਈ ਕੰਪਲਸ਼ਨ ਬਾਹਰ ਜਾਂਦੇ ਆ ਔਰ ਪੇਰੈਂਟਸ ਕਹਿੰਦੇ ਆ ਕਿ ਅਸੀਂ ਜ਼ਮੀਨ ਵੇਚ ਕੇ ਬੱਚੇ ਨੂੰ ਇਸ ਕਰਕੇ ਬਾਹਰ ਭੇਜ ਰਹੇ ਆ ਵੀ ਘੱਟੋ ਘੱਟ ਨਸ਼ਿਆਂ ਤੋਂ ਤਾਂ ਬਚ ਜਾਏਗਾ ਨਾ, ਇਹ ਬਰਬਾਦ ਤਾਂ ਨਹੀਂ ਹੋਏਗਾ ਨਾ ਨਸ਼ਿਆਂ ਵਿੱਚ। ਤੇ ਅਸੀਂ ਇੱਥੋਂ ਨੂੰ ਕੱਢ ਦੇਣਾ ਚਾਹੁੰਦੇ ਆ। ਸੋ ਪੰਜਾਬ ਚ ਲੋਕ ਭੱਜ ਜਾਣਾ ਚਾਹੁੰਦੇ ਆ, ਉਸ ਮਾਹੌਲ ਨੂੰ ਬਦਲਾਂਗੇ ਅਸੀਂ, ਉਹ ਮਾਹੌਲ ਚੰਗਾ ਮਾਹੌਲ ਜਿਹੜਾ ਹੈਗਾ। ਔਰ ਮੈਨੂੰ ਪੂਰੀ ਯਕੀਨ ਹੈ ਕਿ ਆਪਾਂ ਸਾਰੇ ਮਿਲ ਕੇ ਜਿਹੜੇ ਅਸੀਂ ਪੰਜਾਬ ਚ ਰਹਿੰਦੇ ਆ, ਜਿਹੜੇ ਪੰਜਾਬ ਤੋਂ ਬਾਹਰ ਇੰਡੀਆ ਚ ਜਾਂ ਇੰਡੀਆ ਤੋਂ ਬਾਹਰ ਦੂਜੇ ਦੇਸ਼ਾਂ ਵਿੱਚ ਹੈਗੇ ਆ, ਆਪਣਾ ਸਾਰਿਆਂ ਦਾ ਜਿਹੜਾ ਇੱਕ ਸ਼ੇਅਰਡ ਗੋਲ ਹੈਗਾ ਉਹ ਹੈਗਾ ਕਿ ਹੱਸਦਾ ਖੇਡਦਾ ਬਸਦਾ ਪੰਜਾਬ। ਤੇ ਉਹਦੇ ਵਾਸਤੇ ਆਪਾਂ ਮਿਲ ਕੇ ਉਪਰਾਲੇ ਕਰਾਂਗੇ। ਆਪਣੇ ਕਈ ਪੁਆਇੰਟਸ ਤੇ ਡਿਫਰੈਂਸ ਆਫ ਓਪੀਨੀਅਨ ਹੋ ਸਕਦੇ ਆ। ਇਹ ਮੈਨੂੰ ਲੱਗਦਾ ਨਹੀਂ ਕਿ ਕਿਤੇ ਵੀ ਕੰਟਰਾਡਿਕਟਰੀ ਆ ਕਿ ਜਿਹੜਾ ਅਰਵਿੰਦ ਕੇਜਰੀਵਾਲ ਹੈ ਜੇ ਉਹ ਦਿੱਲੀ ਦੇ ਉੱਤੇ ਜੇ ਉਹਨਾਂ ਦਾ ਮਿਸ਼ਨ ਹੈ ਤੇ ਉਹ ਵੀ ਸਾਡਾ ਸ਼ੇਅਰਡ ਗੋਲ ਹੋਣਾ ਚਾਹੀਦਾ। ਕਿਉਂਕਿ ਜਿੰਨੀ ਦੇਰ ਉਹ ਵਾਲੀ ਸੱਤਾ ਆਪਣੇ ਕੋਲ ਨਹੀਂ ਹੋਏਗੀ, ਜਿੰਨੀ ਦੇਰ ਜਿਹੜੀ ਹੈਗੀ ਆ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਮਿਲ ਕੇ ਕੰਮ ਨਹੀਂ ਕਰਨਗੀਆਂ, ਉਹ ਮਤਲਬ ਉਹ ਉਨੀ ਦੇਰ ਸ਼ਾਇਦ ਸਾਡਾ ਸੁਪਨਾ ਪੂਰਾ ਕਰਨਾ ਸਾਡੇ ਵਾਸਤੇ ਮੁਸ਼ਕਲ ਹੋਏਗਾ। ਇੰਪੋਸੀਬਲ ਨਹੀਂ ਹੋਏਗਾ ਤਾਂ ਮੁਸ਼ਕਲ ਜ਼ਰੂਰ ਹੋਏਗਾ। ਸੋ ਇਹ ਬਿਹਤਰ ਹੋਏਗਾ ਕਿ ਜੋ ਜੇ ਕੇਜਰੀਵਾਲ ਸੈਂਟਰ ਚ ਹੋਵੇ, ਭਗਵੰਤ ਮਾਨ ਇੱਥੇ ਹੋਵੇ, ਡਿਫਰੈਂਟ ਸਟੇਟਸ ਜਿਹੜੇ ਹੈਗੇ ਉਹ ਐਕਚੁਅਲੀ ਕੋਆਪਰੇਟਿਵ ਫੈਡਰਲਿਜ਼ਮ ਹੋਵੇ। ਕਹਿੰਦੇ ਤਾਂ ਹੈ ਲੇਕਿਨ ਕਰਦੇ ਨਹੀਂ ਹੈ, ਤੇ ਜੇ ਉਹ ਹੋਏਗਾ ਤੇ ਉਹ ਵੀ ਸਾਡਾ ਇੱਕ ਸ਼ੇਅਰਡ ਗੋਲ ਹੈ। ਸੋ ਆਪਾਂ ਸਾਰੇ ਜਣੇ ਸਾਡੇ ਜਿਹੜੇ ਪੰਜਾਬ ਦੀ ਪੀੜਾ ਨੂੰ ਸਮੇਟ ਕੇ ਬੈਠੇ ਆ, ਉਹ ਸਾਡੀ ਸਾਂਝੀ ਪੀੜਾ ਹੈ ਔਰ ਜਿਹੜੀ ਮਿੱਟੀ ਦੀ ਖੁਸ਼ਬੂ ਆ ਸਾਡੀ ਸਾਂਝੀ ਖੁਸ਼ਬੂ ਆ। ਤੇ ਅਸੀਂ ਉਹ ਮਿੱਟੀ ਦੀ ਖੁਸ਼ਬੂ ਜਿਹੜੀ ਕਿ ਮਰ ਚੁੱਕੀ ਆ ਪੰਜਾਬ ਚੋਂ। ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ, ਮੀਂਹ ਪੈਂਦਾ ਸੀ, ਖੁਸ਼ਬੂ ਆਉਂਦੀ ਹੁੰਦੀ ਸੀ, ਹੁਣ ਉਹ ਨਹੀਂ ਆਉਂਦੀ ਕਿਉਂਕਿ ਅਸੀਂ ਜਿਹੜੀ ਇੱਕ ਕੈਮੀਕਲਸ ਦੇ ਨਾਲ ਅਸੀਂ ਜਿਹੜੇ ਸਾਰੇ ਸੀਗੇ, ਅਸੀਂ ਸ਼ਹਿਦ ਦੀਆਂ ਮੱਖੀਆਂ, ਅਸੀਂ ਤਿਤਲੀਆਂ, ਡੱਡੂ, ਸੱਪ ਸਾਰਾ ਕੁਝ ਮਾਰਤਾ ਸੀ ਉਦੋਂ ਨਾ। ਤੇ ਇਹ ਆਲਬਰਟ ਆਇਨਸਟਾਈਨ ਨੇ ਕਿਹਾ ਸੀਗਾ ਕਿ ਜਦੋਂ ਸ਼ਹਿਦ ਦੀਆਂ ਮੱਖੀਆਂ ਖਤਮ ਹੋ ਜਾਣਗੀਆਂ ਤੇ ਇਨਸਾਨ ਕੋਲੇ ਸਿਰਫ ਉਹਨੂੰ 5 ਜਾਂ 10 ਸਾਲ ਦਾ ਸਮਾਂ ਮਿਲੇਗਾ। ਤੇ ਉਹ ਹੁਣ ਸ਼ਹਿਦ ਦੀਆਂ ਮੱਖੀਆਂ ਵਾਪਸ ਆਉਣੀਆਂ ਸ਼ੁਰੂ ਹੋ ਗਈਆਂ ਪੰਜਾਬ ਦੇ ਵਿੱਚ। ਸ਼ਹਿਦ ਵੀ ਆ ਜਾਏਗਾ ਪੰਜਾਬ ਚ, ਮਿਠਾਸ ਵੀ ਆ ਜਾਏਗੀ। ਸਾਡਾ ਜਿਹੜਾ ਮਨ ਦੇ ਵਿੱਚ ਸਾਡੇ ਜਿਹੜੇ ਸ਼ੁਭ ਸ਼ੰਕੇ ਆ ਹੌਲੀ ਹੌਲੀ ਇਹ ਮਿਟ ਜਾਣਗੇ ਔਰ ਦੁਬਾਰਾ ਤੋਂ ਇੱਕ ਨਵੀਂ ਸ਼ੁਰੂਆਤ ਹੋਏਗੀ। ਨਵੀਆਂ ਕਰੁੰਬਲਾਂ ਨਿਕਲ ਰਹੀਆਂ, ਉਹਨਾਂ ਨੂੰ ਨਰਚਰ ਕਰਨ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ। ਬਲਵੀਰ ਸਿੰਘ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਬੜੇ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ ਹੈਗਾ। ਪਰ ਮੈਂ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਕਰਾਂਗਾ ਕਿ ਤੁਸੀਂ ਇੱਕ ਮੈਸੇਜ ਦਿਓ ਲੋਕਾਂ ਨੂੰ ਕਿ ਵੇਟ ਕਰਨ ਉਹ 6 ਮਹੀਨੇ, ਜਿਵੇਂ ਅਸੀਂ ਤੁਹਾਨੂੰ ਕਹਿ ਰਹੇ ਹਾਂ। ਕਿਉਂਕਿ ਕੁਛ ਆ ਕੇ ਨਾ ਲੋਕ ਬਾਹਰ ਉੱਥੇ ਧਰਨੇ ਲਾ ਰਹੇ ਆ ਜੀ, ਸਾਡੀਆਂ ਵਧਾਓ, ਆਓ ਕਰੋ, ਜਦੋਂ ਪੈਸਾ ਹੀ ਫੰਡ ਹੀ ਹੈ ਨੇ। ਤੁਹਾਨੂੰ ਪਤਾ ਕਿਸੇ ਨੇ ਵੀ ਚਲੋ ਹੈ ਕਿ ਨਹੀਂ ਹੈ, ਸਾਰਿਆਂ ਨੂੰ ਪਤਾ ਕਿ ਕੌਣ ਲੈ ਗਏ ਨੇ, ਕਿਸੇ ਨੇ ਕੀ ਕੀਤਾ, ਪੁਰਾਣੀਆਂ ਨੂੰ ਅਸੀਂ ਕੁਛ ਨਹੀਂ ਕਹਿ ਸਕਦੇ। ਸਾਡੇ ਬੰਨਿਓ ਚਾਹੇ ਆਮ ਪਾਰਟੀ ਹੋਵੇ, ਚਾਹੇ BJP ਹੋਵੇ, ਚਾਹੇ ਕੋਈ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, NRI 99% ਕੋਈ ਵੀ ਬੰਦਾ ਪੰਜਾਬ ਦਾ ਕੰਮ ਵਧੀਆ ਕਰੇਗਾ ਉਹਦੇ ਨਾਲ ਲੱਗਣਗੇ। ਇਹ ਚੈਲੰਜ ਹੈਗਾ, ਇਹ 100% ਲੋਕਾਂ ਦਾ ਚੈਲੰਜ ਆ। ਇਹ ਕਦੇ ਵੀ ਸਪੋਰਟ ਤੋਂ ਇਹ ਪਿੱਛੇ ਨਹੀਂ ਜਾਣਗੇ। ਥੈਂਕ ਯੂ ਵੈਰੀ ਮਚ ਬਲਬੀਰ ਸਿੰਘ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਓਕੇ ਜੀ, ਥੈਂਕ ਯੂ ਡਾਕਟਰ ਸਾਹਿਬ।